and try to finish it on time also. Vaheguru Ji Khalsa, Vaheguru Ji Ki Fateh, everybody. We embarked on this journey of the Japji ਦੀਆਂ ਪਹਿਲੀਆਂ ਪੰਜ ਪੌੜੀਆਂ about 2 ਮਹੀਨੇ ਪਹਿਲੇ ਜਾਂ 2.5 ਮਹੀਨੇ ਪਹਿਲੇ. And we discussed the first few lines of the first podi, and since people are still joining and everything, I just want to make sure कि कोई हुक्म रजाई चलने तो पहले अगर कोई क्वेश्चन होवे किसी चीज दा चुपे चुपना भुखियां भुखना सह सियाणपा या सोचे सोचना ਜਿਹੜੀਆਂ ਚਾਰ ਚੀਜ਼ਾਂ ਪਹਿਲੇ ਕਹਿ ਆਏ ਹਨ ਜਿਹੜੀਆਂ ਔਰ ਜਿਹੜੀਆਂ ਚਾਰੋਂ ਚੀਜ਼ਾਂ ਉਸ ਵੇਲੇ ਦੀਆਂ ਤੇ ਹੁਣ ਵੀ ਬੜੀਆਂ ਇੱਕ ਪ੍ਰਚਲਿਤ ਔਰ ਬਹੁਤ popular son the ways people try to get closer to Vaheguru Ji, so and obviously ਗੁਰਮਤ ਨੇ ਇਹਨਾਂ ਚਾਰੋਂ ਕਨਸੈਪਟ ਨੂੰ ਆਲਮੋਸਟ ਰਿਜੈਕਟ ਕਰ ਦਿੱਤਾ ਤੇ ਕਿਹਾ ਕਿ ਨਹੀਂ ਇਹ ਚਾਰ ਕਨਸੈਪਟ ਨਹੀਂ ਤੁਹਾਡੇ ਕੰਮ ਆਣੇ ਸੋ ਇਹ ਕਿਸੇ ਧਰਮ ਦੇ ਖਿਲਾਫ ਨਹੀਂ ਹੈ ਕੋਈ ਗੱਲ ਜਾਂ ਕੋਈ ਇਹੋ ਜੀ ਕੋਈ ਕਿਸੇ ਦੀ ਇਨਸਲਟ ਨਹੀਂ ਹੈ ਇਹਦੇ ਵਿੱਚ ਇਹ ਹੈ ਕਿ ਕਈਆਂ ਆਪਣੇ ਆਪਣੇ ਤਰੀਕੇ ਹੁੰਦੇ ਨੇ ਕਰਨ ਦੇ ਤੇ ਗੁਰੂ ਨਾਨਕ ਦੇਵ ਜੀ ਦੇ ਤਰੀਕੇ ਆਪਣੇ ਹਨ ਗੁਰਮਤ ਦੇ ਆਪਣੀਆਂ ਵੈਲਿਊਜ਼ ਹਨ ਆਪਣੀਆਂ ਸਿਸਟਮਸ ਹਨ ਆਪਣੀਆਂ ਵੈਲਿਊਜ਼ ਹਨ ਆਪਣਾ ਕੰਮ ਕਰਨ ਦਾ ਤਰੀਕਾ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਜਿਹੜੇ ਦੂਸਰਿਆਂ ਦੀ ਕੋਈ ਇਹਦੇ 'ਚ ਕੋਈ ਨਿਖਿਤਤਾ ਕੀਤੀ ਜਾ ਰਹੀ ਹੈ ਇੱਥੇ ਇਹ ਕਿਹਾ ਜਾ ਰਿਹਾ ਕਿ ਗੁਰਮਤ ਵਿੱਚ ਇਹ ਚਾਰ ਕਨਸੈਪਟ ਉਹਨਾਂ ਨੇ ਪ੍ਰਵਾਨ ਨਹੀਂ ਕੀਤੇ ਉਹਨਾਂ ਨੇ ਭੁੱਖਿਆਂ ਭੁੱਖ ਨਾਲ ਨਾ ਪ੍ਰਮਾਤਮਾ ਮਿਲਦਾ ਹੈ ਤੇ ਨਾ ਚੁੱਪਿਆਂ ਰਹਿਣ ਨਾਲ ਮਿਲਦਾ ਹੈ ਜੇ ਮਿਲਿਆ ਕਿਸੇ ਨੂੰ ਤੇ ਠੀਕ ਹੈ ਉਹਨੂੰ ਮੁਬਾਰਕ ਹੈ ਪਰ ਸਾਨੂੰ ਹਿਦਾਇਤ ਜਿਹੜੀ ਦਿੱਤੀ ਗਈ ਹੈ ਉਹ ਲਾਸਟ ਲਾਈਨ ਵੀ ਦਿੱਤੀ ਗਈ ਹੈ ਕਿ ਪ੍ਰਮਾਤਮਾ ਮਿਲਦਾ ਹੈ ਜਦੋਂ ਉਹਦੇ ਔਰ ਸਾਡੇ ਵਿਚਕਾਰ ਜਿਹੜੀ ਦੀਵਾਰਾਂ ਜਿਹੜੀਆਂ ਖੜੀਆਂ ਹੋਈਆਂ ਜਿਹੜੀਆਂ ਝੂਠ ਦੀਆਂ ਦੀਵਾਰਾਂ ਹਨ ਸੱਚੀਆਂ ਦੀਵਾਰਾਂ ਨਹੀਂ ਹਨ ਉਹ ਝੂਠ ਦੀਆਂ ਦੀਵਾਰਾਂ ਜਦੋਂ ਗਿਰਦੀਆਂ ਹਨ ਤੇ ਫਿਰ ਉਹਦੇ ਦਰਸ਼ਨ ਹੁੰਦੇ ਹਨ ਫਿਰ ਤੁਸੀਂ ਮਹਿਸੂਸ ਕਰ ਪਾਉਂਦੇ ਹੋ ਉਸ ਵੱਡੀ એનર્ਜੀ ਨੂੰ ਤੇ ਉਹ ਕੂੜ ਦੀ ਪਾਲ ਮਤਲਬ ਦੀਵਾਰ ਕਹਿ ਲਓ ਜਾਂ ਰੁਕਾਵਟ ਕਹਿ ਲਓ ਜਾਂ ਕੋਈ ਵੀ ਚੀਜ਼ ਕਹਿ ਲਓ ਉਹ ਜਿਹੜੀ ਝੂਠ ਦੀ ਜਿਹੜੀ ਇੱਕ ਇਮੈਜਨਰੀ ਜਿਹੜੀ ਵਾਲ ਜਿਹੜੀ ਕ੍ਰੀਏਟ ਕੀਤੀ ਹੋਈ ਹੈ ਜਿਹੜੀ ਪਾਲ ਉਹ ਜਦੋਂ ਟੁੱਟਦੀ ਹੈ ਤੇ ਫਿਰ ਗੱਲ ਬਣਦੀ ਹੈ ਤੇ ਉਹ ਟੁੱਟਦੀ ਹੈ ਅਗਲੀ ਪੌੜੀ ਵਿੱਚ ਕਲੈਰਿਟੀ ਹੋ ਜਾਂਦੀ ਹੈ ਵੀ ਉਹ ਕਿਸ ਤਰ੍ਹਾਂ ਟੁੱਟਦੀ ਹੈ ਉਹ ਇਸ ਪੌੜੀ ਵਿੱਚ ਤੇ ਕਲੈਰਿਟੀ ਹੋਏਗੀ ਕਿ ਟੁੱਟਦੀ ਹੈ ਤਾਂ ਜਦੋਂ ਹੁਕਮ ਦੀ ਰਜ਼ਾ ਵਿੱਚ ਚੱਲਦਾ ਹੈ ਬਟ ਇਹਨੂੰ ਸਮਝਾਉਣਾ ਬੜਾ ਔਖਾ ਹੈ ਕਿ ਹੁਕਮ ਦੀ ਰਜ਼ਾ ਕੀ ਹੈ so we'll try my level best ਜਿਤਨੀ ਮੈਨੂੰ ਗੁਰੂ ਨੇ ਮੈਨੂੰ ਸੋਝੀ ਦਿੱਤੀ ਹੈ ਜਿਤਨਾ ਜੋ ਮੈਂ ਪੜ੍ਹਿਆ ਹੈ ਜੋ ਵੱਡਿਆਂ ਕੋਲ ਸੁਣਿਆ ਹੈ ਜੋ ਉਹ ਤੁਹਾਡੇ ਨਾਲ ਸਾਰਾ ਮੈਂ ਸਾਂਝਾ ਕਰਾਂਗਾ ਅੱਜ ਮੈਂ ਤੇ ਦੂਸਰੀ ਜਿਹੜੀ ਹੈ ਕਿ ਮੈਂ ਲਾਸਟ ਟਾਈਮ ਵੀ ਕਿਹਾ ਸੀ ਮੈਂ ਕੁਐਸਚਨ ਪੁੱਛਿਆ ਸੀ ਕਿ ਹੁਕਮ ਦਾ ਐਂਟੋਨਿਮ ਕੀ ਹੈ ਹੁਕਮ ਦੀ ਆਪੋਜ਼ਿਟ ਵਰਡ ਕੀ ਹੈ ਜਿਸ ਤਰ੍ਹਾਂ ਵਾਈਟ ਦਾ ਬਲੈਕ ਹੈ ਰੇਨੀ ਦਾ ਸਨੀ ਹੈ ਸਵੀਟ ਦਾ ਬਿਟਰ ਹੈ ਉਸੇ ਤਰ੍ਹਾਂ opposite if somebody can mute themselves or if you can help me out okay ji so ਹੁਕਮ ਦੀਆਂ ਜਿਹੜੀਆਂ opposite ਜਿਹੜੇ word ਜਿਹੜੇ ਹਨ ਜਿਹੜੇ ਉਹ ਜਿਹੜਾ ਇੱਕ word ਜਿਹੜਾ ਜਿਹਦੇ ਵਿੱਚ ਕਿ undoubtedly ਕਿਸੇ ਨੂੰ doubt ਨਹੀਂ ਹੈ ਹੁਕਮ ਦਾ exact opposite ਜਿਹੜਾ word ਹੈ ਉਹ ਹਉਮੈ ਹੈ which is a very unique concept actually Gurmat ne jehda present kita hai home wala concept western theology which a word exist nahi karta home kai log home no by mistake na samajh aan karan theek tarah home no badi bari log ego man lende hain ki egoistic hai ya close hai word lekin ego home nahi hai ego is more close to ahankar ਜਿਹੜੀਆਂ vices ਵਿੱਚ ਆਉਂਦਾ ਹੈ ਪੰਜ ਜਿਹੜੀਆਂ vices ਹਨ ਕਾਮ ਕ੍ਰੋਧ ਲੋਭ ਮੋਹ ਅਹੰਕਾਰ but ਅਹੰਕਾਰ ਤੇ ਹਉਮੈ different ਹਨ different diseases ਹਨ so ਅਹੰਕਾਰ ਨੂੰ ਸਮਝਾਉਣਾ ਮੁਸ਼ਕਿਲ ਨਹੀਂ ਹੈ ਉਹ easier word ਹੈ to get to ਔਰ ਅਹੰਕਾਰੀ ਬੰਦੇ ਦੀਆਂ ਵੈਸੇ ਵੀ ਉਹਦੇ ਅਹੰਕਾਰੀ ਬੰਦੇ ਦੇ ਚੱਲਣ ਦਾ ਤਰੀਕਾ ਬੋਲਣ ਦਾ ਤਰੀਕਾ ਕੱਪੜੇ ਪਹਿਨਣ ਦਾ ਤਰੀਕਾ ਚੱਲਣ ਦਾ ਤੁਹਾਡੇ ਨਾਲ ਗੱਲ ਕਰੇਗਾ ਤਾਂ ਤੁਹਾਨੂੰ 2 ਮਿੰਟਾਂ 'ਚ ਪਤਾ ਲੱਗ ਜਾਏ ਕਿ ਅਹੰਕਾਰੀ ਹੈ ਬੜਾ ਉਹ ਜ਼ਿਆਦਾ ਟਾਈਮ ਨਹੀਂ ਲੱਗਦਾ ਇਸ ਗੱਲ ਨੂੰ ਸਮਝਣ ਨੂੰ ਹਉਮੈ is a tough nut to crack ਹਉਮੈ ਵਾਲਾ ਬੰਦਾ ਨਿੰਦਤਾ ਵਾਲਾ ਵੀ ਹੋ ਸਕਦਾ ਬੜਾ ਹਉਮੈ ਵਾਲਾ ਬੰਦਾ ਬਹੁਤ it's difficult
So we will explore that word, not that much this time, but next time. The Gurbani ਚ ਬੜੀਆਂ examples ਹਨ ਹਉਮੈ ਬਾਰੇ। ਆਸਾ ਦੀ ਵਾਰ ਵਿੱਚ ਹੋਣ ਦੇ ਉੱਤੇ ਬਹੁਤ ਵੱਡਾ ਸ਼ਲੋਕ ਹੈ। ਗੁਰੂ ਨਾਨਕ ਦੇਵ ਜੀ ਦੇ ਵੀ ਉੱਥੇ ਆਏ ਇਨ ਵਰਡ ਹਉਮੈ ਚ ਆਇਆ ਹਉਮੈ ਚ ਗਿਆ ਵਿੱਚ, ਤੇ ਅੱਗੇ ਜਾ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਆਪਣੇ ਗੁਰੂ ਦੀ ਗੱਲ ਨੂੰ ਫਰਦਰ ਵੀ ਕਹਿੰਦੇ ਹਨ ਜਿੱਥੇ ਨਾ ਹਉਮੈ ਦੀਰਘ ਰੋਗ ਹੈ ਵਾਲੇ, ਤੇ ਉੱਤੇ ਹਉਮੈ ਦੀ ਡਿਸਕਸ਼ਨ ਆਈ ਹੈ ਬੜੀ। ਨਵੇਂ ਮੱਲਿਆਂ ਦੇ ਸ਼ਲੋਕ ਮੱਲੇ ਨਵੇਂ ਮੱਲੇ ਦੇ ਸ਼ਲੋਕਾਂ ਵਿੱਚ ਹਉਮੈ ਦੀ ਡਿਸਕਸ਼ਨ ਆਈ ਹੈ। ਆਥਰਸ ਉੱਥੋਂ ਵੀ ਬਹੁਤ ਬੋਰੋ ਕਰਦੇ ਹਨ ਮਟੀਰੀਅਲ ਬੜਾ। ਫਿਰ ਸੁਖਮਨੀ ਸਾਹਿਬ ਦੇ ਉੱਤੇ ਹਉਮੈ ਦੇ ਉੱਤੇ ਇੱਕ ਪੂਰਾ ਸਟੈਂਜ਼ਾ ਹੈ, जिनके अंदर राज अभिमान जिथे अष्टपदी शुरू होती है। आई फॉरगॉट व्हिच अपने आप में अगर म्यूट कर लो तुसी तो बहुत बड़ी मेहरबानी होएगी बड़ी। हौमे दे ते एक स्टैंजा सुखमनी विच जड़ा है उस अष्टपदी विच आई थिंक इस अष्टपदी नंबर आई थिंक इस 11 है या 10 है, मैं या 10 मैं भूल गया अष्टपदी नंबर, जिसके अंदर राज अभिमान जिथे शुरू होता है उत्थे जाके फिर हौमे दे उत्ते एक पूरा एक स्टैंजा है उत्थे ते ओ हौमे दा स्टैंजा भी बड़ा commonly quoted है। we will talk about that also and get stuff from there also and try to understand distinguishment between haume and ahankar। बहुत fine है distinguishment, cause and effect भी relationship है उत्थे, so we will look into that part also। It will help you understand the concept of hukam। ਐਸਾ ਭਾਈ ਵੀਰ ਸਿੰਘ ਮੇਰੀ ਸੰਥਿਆ ਵਿੱਚ ਉਹਨਾਂ ਨੇ ਬਹੁਤ ਖੂਬਸੂਰਤੀ ਨਾਲ ਇਹਨਾਂ ਕਨਸੈਪਟਸ ਨੂੰ ਸਮਝਾਇਆ ਹੈ ਬੜਾ ਸੰਥਿਆ ਵਿੱਚ। ਲੇਕਿਨ ਐਜ਼ ਯੂਜੂਅਲ ਜਿਨ੍ਹਾਂ ਦੀ ਨੌਲੇਜ ਬਹੁਤ ਡੀਪਰ ਹੈ ਜਿਨ੍ਹਾਂ ਦੀ ਉਹ ਫਿਰ ਬੜੇ ਡੀਪ ਜਾ ਸਕਦੇ ਹਨ ਇਸ ਸਬਜੈਕਟ ਮੈਟਰ ਵਿੱਚ ਜਿਨ੍ਹਾਂ ਨੇ ਮਹਿਸੂਸ ਕੀਤੇ ਹਨ ਇਹ ਚੀਜ਼ਾਂ। ਤੇ ਜਿਨ੍ਹਾਂ ਨੇ ਮਹਿਸੂਸ ਨਹੀਂ ਕੀਤੀਆਂ ਬਹੁਤ ਆਥਰਸ ਤੁਸੀਂ ਦੇਖੋਗੇ ਹੁਕਮ ਰਜਾਈ ਦਾ ਮਤਲਬ ਹੈ ਉਹਦੀ ਰਜ਼ਾ ਦੇ ਹਿਸਾਬ ਦੇ ਨਾਲ ਚੱਲਣਾ, ਭਾਣੇ ਵਿੱਚ ਚੱਲਣਾ, ਉਹਦੀ ਮਰਜ਼ੀ ਵਿੱਚ ਚੱਲਣਾ, ਬਟ ਲੇਕਿਨ ਇਹ ਇਨਫ ਨਹੀਂ ਹੈ ਕਹਿਣਾ। it has to be explored further as to what that really means। so we will look into that also, ਕਿਉਂਕਿ ਪਹਿਲੀ ਵਿੱਚ ਹੈ ਕਿ ਕੂੜੇ ਟੁੱਟੇ ਪਾਲ ਤੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਅਗਲੀ ਜਿਹੜਾ ਪੌੜੀ ਜਿਹੜੀ ਆਏਗੀ ਉਹਦੇ ਚ ਹੁਕਮ ਦੀ ਪਹਿਲੀ ਡੈਫੀਨੇਸ਼ਨ ਹੈ ਸਾਰੀਆਂ, ਕਿ ਹੁਕਮ ਨੂੰ ਡਿਸਕ੍ਰਾਈਬ ਨਹੀਂ ਕੀਤਾ ਜਾ ਸਕਦਾ, ਦੁੱਖ ਸੁੱਖ ਹੁਕਮ ਤੋਂ ਮਿਲਦੇ ਹਨ, ਹੁਕਮ ਤੋਂ ਸਾਰਾ ਕੁਝ ਪੈਦਾ ਹੁੰਦਾ ਹੈ, ਉਹਦੇ ਹੁਕਮ ਵਿੱਚ ਸਾਰੇ ਹਨ, ਬਾਹਰ ਕੋਈ ਵੀ ਨਹੀਂ ਹੈ। ਤੇ ਲੇਕਿਨ ਹੁਕਮ ਦੀ ਅਹਿਸਾਸ ਉਹਨਾਂ ਨੂੰ ਹੀ ਹੈ ਜਿਨ੍ਹਾਂ ਦੇ ਅੰਦਰ ਹਉਮੈ ਘੱਟ ਹੈ ਜਾਂ ਹਉਮੈ ਨਹੀਂ ਹੈ। ਹਉਮੈ ਜ਼ੀਰੋ ਹੋ ਜਾਣਾ ਉਹ ਬ੍ਰਹਮ ਗਿਆਨੀ ਕਰ ਸਕਦੇ ਹਨ, ਸਾਧਪੁਰਖ ਕਰ ਸਕਦੇ ਹਨ ਜਿਨ੍ਹਾਂ ਨੇ ਸਾਧਨਾ ਕੀਤੀ ਹੈ। ਹਉਮੈ ਦਾ ਅੰਦਰ on a level of 1 to 10 ਵਿੱਚ ਲੈਵਲ 9-8 ਤੋਂ ਘਟਾ ਕੇ 2 ਤੇ ਲੈ ਕੇ ਆ ਜਾਣਾ ਉਹ ਗੋਲ ਹੈ ਸਾਡਾ। ਹਾਂਜੀ, ਗੋਲ ਤੇ ਜ਼ੀਰੋ ਤੱਕ ਹੈ, ਪਰ ਗੋਲ ਇਹ ਵੀ ਹੈ ਕਿ ਕਿਸੇ ਵੀ ਤਰੀਕੇ ਨਾਲ ਆਪਣੇ ਆਪ ਨੂੰ ਸਮਝਾਇਆ ਜਾਏ ਔਰ ਉਹਦਾ ਹੌਲੀ ਹੌਲੀ ਕਰਕੇ ਉਹਦੇ ਲੈਵਲ ਨੂੰ ਇੱਕ ਕਾਂਸਟੈਂਟ ਬੈਟਲ ਹੈ, ਕਾਂਸਟੈਂਟ ਸਟਰਗਲ ਹੈ। ਹਾਂਜੀ, in a 24 hour day in a level ਤੁਸੀਂ ਹੁਕਮ ਵਿੱਚ ਰਹਿ ਸਕਦੇ ਹੋ in a level of 9 ਤੇ ਹੁਕਮ ਚੋ, ਤੇ ਇਹਦਾ ਮਤਲਬ ਹਉਮੈ ਅਗਰ ਹੁਕਮ ਦਾ ਲੈਵਲ ਤੁਹਾਡਾ ਸਿਰਫ 2 ਦਾ ਹੈ ਤੇ ਇਹਦਾ ਮਤਲਬ ਹਉਮੈ 9 ਤੇ ਚਲਦੀ ਪਈ ਹੈ, ਤੇ ਜੇ ਹਉਮੈ ਕੱਟ ਕੇ 2 ਤੇ ਆ ਗਈ ਹੈ ਮਤਲਬ ਹੁਕਮ 8 ਤੇ ਹੈ। ਸੋ ਆਈ ਮੀਨ ਸਮ 10 ਹੀ ਹੋਏਗਾ ਦੋਨਾਂ ਦਾ। ਜੇ ਘਟੇਗੀ ਤੇ ਦੂਸਰਾ ਵਧੇਗਾ। another piece of information ਤੁਹਾਨੂੰ ਮੈਂ ਵੀ ਦੇ ਦਿਆਂ ਕਿ ਗੁਰਬਾਣੀ ਵਿੱਚ ਇੱਕ ਵਰਡ ਬੜੀ ਕਾਮਨਲੀ ਯੂਜ਼ ਆਇਆ ਹੈ, ਵਰਡ ਰੋਗ। ਹਾਂਜੀ, ਬੜੀ ਵਰਡ ਆਇਆ ਹੈ ਰੋਗ। ਤੇ ਰੋਗ ਦੇ ਲਿਟਰਲ ਜਿਹੜੇ ਮੀਨਿੰਗ ਹਨ ਉਹ ਹੁੰਦੇ ਨੇ ਬਿਮਾਰੀ ਕੋਈ ਜਾਂ ਕੋਈ ਕਿਸੇ ਚੀਜ਼ ਨੂੰ ਕਿਸੇ ਚੀਜ਼ ਦੀ ਕੋਈ ਚੀਜ਼ ਤਾਂ ਠੀਕ ਨਾ ਹੋਵੇ ਤੁਹਾਡੇ ਸਰੀਰ ਵਿੱਚ। ਡਾਕਟਰ ਬੜੇ ਬੈਠੇ ਨੇ ਸਮਝਦੇ ਨੇ ਇਸ ਗੱਲ ਨੂੰ। ਤੇ ਗੁਰਬਾਣੀ ਵਿੱਚ ਰੋਗ ਦੇ 2 ਵੱਡੇ ਸਪੈਲਿੰਗ ਆਏ ਹਨ, 3 ਐਕਚੁਅਲੀ ਆਏ ਹਨ, ਪਰ 2 ਸਪੈਲਿੰਗ ਬਹੁਤ ਪ੍ਰੋਮੀਨੈਂਟਲੀ ਆਏ ਹਨ। 2 ਇੱਕ ਰੋਗ ਦਾ ਗੱਗਾ ਜਿਹੜਾ ਹੈ ਉਹ ਮੁਕਤਾ ਹੈ ਔਰ ਇੱਕ ਰੋਗ ਦੇ ਗੱਗੇ ਨੂੰ ਔਂਕੜ ਹੈ। ਜਿੱਥੇ ਰੋਗ ਦਾ ਗੱਗੇ ਨੂੰ ਮੁਕਤਾ ਹੈ, ਜਿੱਥੇ ਮਤਲਬ ਕੋਈ ਮਾਤਰਾ ਨਹੀਂ ਲੱਗੀ ਹੋਈ ਜਿਹਦੇ ਚ, ਉੱਥੇ ਪਲੂਰਲ ਰੂਪ ਵਿੱਚ ਰੋਗ ਆਇਆ ਹੈ, ਸਾਰੇ ਰੋਗ। ਹਾਂਜੀ, मतलब सारियां प्रॉब्लम सारे जितने शारीरिक हैं मानसिक हैं किसी भी स्पिरिचुअल सारा कुछ आ जाता है। तो जिथे रोग दे गगे नूं औंकड़ होएगा, all these things are important to understand because हौमे ते रोग, because हौमे ते हुक्म क्योंकि opposite end ते हैं। sometimes it's easier to relate with the opposite word than you can imagine the exact opposite की होएगा उधर। so जिथे रोग दे गगे नूं औंकड़ आया है जिथे ਉਹ ਰੋਗ ਦੇ ਉੱਥੇ ਰੋਗ ਦੇ ਮੀਨਿੰਗ ਆਏ ਹਨ ਹਉਮੈ।
ਉੱਥੇ ਰੋਗ ਹੋਮੇ ਹੈ। ਸੋ ਉੱਥੇ ਇੱਕ ਰੋਗ ਬਾਰੇ ਗੱਲ ਆਈ ਹੈ। ਸੋ ਹੋਮੇ ਦਾ ਰੋਗ spiritual disease ਹੈ। ਹੋਮੇ is not a something that you can go to a doctor or you can go to a ਕੋਈ mental ਜੀ illness ਨਹੀਂ ਹੈ ਕਿ ਤੁਹਾਨੂੰ ਕਿਸੇ psychiatrist ਨਾਲ discuss ਕਰਨੀ ਹੋਏ ਉੱਥੇ। ਹੋਮੇ ਦਾ issue spiritual issue ਹੈ। ਹੋਮੇ ਦਾ issue spiritual disease ਹੈ ਔਰ ਬਹੁਤ ਵੱਡੀ ਬਾਧਾ ਹੈ, ਬਹੁਤ ਵੱਡੀ ਇੱਕ ਤੁਹਾਡੇ ਅੱਗੇ ਸਟੰਬਲਿੰਗ ਬਲਾਕ ਹੈ, ਬਹੁਤ ਵੱਡਾ। ਤੇ ਉਸ ਸਟੰਬਲਿੰਗ ਬਲਾਕ ਨੂੰ ਗੁਰਬਾਣੀ ਹਟਾਉਣਾ ਚਾਹੁੰਦੀ ਹੈ ਤੁਹਾਡੇ ਵਾਸਤੇ। ਗੁਰੂ ਕਹਿੰਦੇ ਹਨ ਤੁਸੀਂ ਹਟਾਓ ਇਹਦੇ ਚੋਂ ਜਾਂ ਹਲਕਾ ਕਰ ਲਵੋ ਉਸ ਦੀਵਾਰ ਨੂੰ। ਤੋ ਇਸ ਸੈਸ਼ਨ ਵਿੱਚ ਤੇ ਅਗਲੇ ਸੈਸ਼ਨ ਵਿੱਚ, ਦੋਨੋਂ ਸੈਸ਼ਨ ਚ ਮਿਲਾ ਕੇ we will try to understand both words, but I think ਇੱਕ word ਦੀ clarity ਹੋ ਜਾਏਗੀ ਤੇ ਦੂਸਰਾ ਤੁਹਾਨੂੰ ਖੁਦ ਬ ਖੁਦ ਸਮਝ ਆਣੀ ਸ਼ੁਰੂ ਹੋ ਜਾਏਗੀ ਵੀ ਇਹ ਅਗਰ ਵਾਈਟ ਦੇ ਉਲਟਾ ਬਲੈਕ ਹੈ ਜਾਂ ਰੇਨੀ ਦਾ ਉਲਟਾ ਸਨੀ ਹੈ। ਸਨੀ ਦੇਖੋਗੇ ਤੇ ਰੇਨ ਦਾ ਇੱਕ ਪਤਾ ਲੱਗ ਜਾਏਗਾ ਵੀ ਡਾਰਕ ਕਲਾउड्स ਐਂਡ ਬਾਹਰ ਰੋਸ਼ਨੀ ਘੱਟ ਹੈ, ਬਾਹਰ ਗਲੂਮੀ ਹੈ, ਬਾਹਰ ਗਿੱਲਾ ਹੈ ਬਾਹਰ। ਤੇ ਸਨੀ ਐਗਜ਼ੈਕਟਲੀ ਆਪੋਜ਼ਿਟ ਹੈ, ਉਸ ਤੋਂ ਸੂਰਜ ਦੀ ਰੋਸ਼ਨੀ ਹੈ, ਚਮਕ ਰਿਹਾ ਹੈ ਸਾਰਾ ਕੁਝ, ਧੁੱਪ ਹੈ, ਤਾਂ ਉੱਥੇ ਬਰਡਸ ਵੀ ਹਨ, ਉੱਥੇ ਫਲਾਵਰਸ ਵੀ ਲੱਗੇ ਹੋਏ ਹਨ, ਉੱਥੇ ਸੁੱਕਾ ਹੋਇਆ ਸਾਰਾ ਕੁਝ, ਗਿੱਲਾ ਕੁਝ ਵੀ ਨਹੀਂ। So under that background, let's start to understand the word hukam. So I'm going to share my screen here for a second though, and start to say what others have written on hukam though. मैं पहले before I start this thing though एक गल clear कर दिया कि I will like to give some references also on this word though. जिथे जिथे हुक्म की discussion बहुत अच्छी आई है, I'm going to give a little bibliography या क्या लो या अगर तुसी कुछ समझना चाहो। The word हुक्म, कोमल जी ਤੁਹਾਡੀ ਪਿਕਚਰ ਮੈਨੂੰ ਅੱਛੀ ਤਰ੍ਹਾਂ ਸਾਫ਼ ਨਜ਼ਰ ਆ ਰਹੀ ਹੈ, ਤੁਸੀਂ ਮੈਨੂੰ ਆਪਣਾ ਥੰਬਸ ਅਪ ਕਰ ਦਿਓ if you can see that word, ਤਾਂ ਕਿ ਮੈਂ ਸਮਝ ਜਾਵਾਂ ਕਿ ਤੁਹਾਨੂੰ ਨਜ਼ਰ ਆ ਰਿਹਾ। ਹਾਂਜੀ, ਓਕੇ, ਗੁੱਡ। ਸੋ ਹੁਕਮ ਦੇ ਲਿਟਰਲ ਜਿਹੜੇ ਮੀਨਿੰਗ ਜਿਹੜੇ ਹਨ ਹੁਕਮ ਦੇ, ਉਹ ਹੈ ਆਰਡਰ। ਹਾਂਜੀ, ਕਿਸੇ ਨੂੰ ਹੁਕਮ ਕਰਨਾ। ਸੋ ਮੈਂ ਹੁਕਮ ਕਰਾਂ ਕਿਸੇ ਨੂੰ, ਮੈਂ ਕਿਸੇ ਨੂੰ, ਮੈਂ ਕੋਮਲ ਜੀ ਨੂੰ ਕਹਾਂ ਤੁਸੀਂ ਬੈਠ ਜਾਓ ਤਾਂ ਬੈਠ ਜਾਣ, ਤੇ ਮੈਂ ਕਹਾਂ ਨਹੀਂ ਖੜੇ ਹੋ ਜਾਓ, ਖੜੇ ਹੋ ਜਾਣ। ਮੈਂ ਕਹਾਂ ਤੁਸੀਂ ਕਮਰੇ ਤੋਂ ਬਾਹਰ ਚਲੇ ਜਾਓ ਤਾਂ ਬਾਹਰ ਚਲੇ ਜਾਣ। ਜਦ ਕਹਾਂ ਕਮਰੇ ਦੇ ਅੰਦਰ ਆ ਜਾਣ ਤੇ ਅੰਦਰ ਆ ਜਾਣ। ਸੋ ਉਹ ਸਮਝ ਲਓ ਕਿ ਉਹ ਜੇ ਮੈਂ ਹੁਕਮ ਕਰਦਾ ਪਿਆ ਜਾਂ ਮੈਂ ਆਰਡਰ ਕਰ ਰਿਹਾ ਤੇ ਉਹ ਮੇਰੀ ਗੱਲ ਨੂੰ ਸੁਣਦੇ ਪਏ, ਮਤਲਬ ਉਹ ਮੇਰੀ ਹੁਕਮ ਦੀ ਰਜ਼ਾ ਵਿੱਚ ਹਨ, ਮਤਲਬ ਜੋ ਮੈਂ ਕਹਿ ਰਿਹਾ ਉਹ ਸੁਣਦੇ ਪਏ। ਹਾਂਜੀ, ਜੋ ਮੈਂ ਕਹਿ ਰਿਹਾ ਉਹ ਮੰਨਦੇ ਪਏ ਮੇਰੀ ਗੱਲ। ਤੇ ਇਹ ਆਰਡਰ ਜਿਹੜਾ ਹੈ, ਇਹ ਆਰਡਰ ਇੱਕ ਤੇ ਲੋਅਰ ਲੈਵਲ ਦੇ ਆਰਡਰ ਹੁੰਦੇ ਨੇ, ਜਿਸ ਤਰ੍ਹਾਂ ਮੈਂ ਸਮਝਾਇਆ ਹੈ। ਇੱਕ ਆਰਡਰ ਹੈ ਜੀ, ਕਿਸੇ ਨੇ ਕੋਈ ਗੱਲ ਕਹਿ ਦਿੱਤੀ ਤੇ ਉਹ ਗੱਲ ਕਿਸੇ ਨੇ ਸੁਣ ਦਿੱਤੀ, ਮੇਰਾ ਆਰਡਰ ਹੈ ਜੀ, ਮੇਰਾ ਹੁਕਮ ਹੈ। ਤੇ ਹੁਕਮ ਚਲਾਉਣ ਵਾਲਾ ਜਾਂ ਹੁਕਮ ਕਰਨ ਵਾਲਾ ਜਨਰਲੀ ਸਪੀਕਿੰਗ ਇਟ ਇਜ਼ ਐਟ ਅ ਹਾਇਰ ਪਲੈਟੋ ਤੇ ਹੁੰਦਾ ਹੈ ਤੁਹਾਡੇ ਨਾਲੋਂ। ਹਾਂਜੀ, ਹਰ ਇੱਕ ਬੰਦੇ ਦਾ ਹੁਕਮ ਬੰਦਾ ਸੁਣਦਾ ਨਹੀਂ। ਸੋ ਫॉर ਐਗਜ਼ਾਮਪਲ ਉਹ ਟੀਚਰ ਦਾ ਹੁਕਮ ਹੈ ਤੇ ਸਟੂਡੈਂਟ ਸੁਣ ਲੇਗਾ। ਹਾਂਜੀ, ਟੀਚਰ ਦਾ ਹੁਕਮ ਹੈ ਫਲਾਣੇ ਚੈਪਟਰ ਦੀ ਪੇਜ ਨੰਬਰ 41 ਦੇ 4 ਪ੍ਰੋਬਲਮ ਕਰਕੇ ਆਓ ਜੀ, ਕਰੋ। ਉਹ ਬੰਦਾ ਕਹਿੰਦਾ ਜੀ ਉਹਨੇ ਕਿਹਾ ਤੇ ਕਰਕੇ ਆਣੇ ਪੈਣਗੇ। ਹਾਂਜੀ, ਤੇ ਜੇ ਕੋਈ ਦੂਸਰਾ ਕਹੇ ਤੂੰ ਕਰ ਲੈ, ਤੂੰ ਕੌਣ ਹੈ, who the hell are you, you know, what do you know about, you know, why are you ordering me around, you're not my boss। ਤੇ ਜੇ ਕੋਈ ਕਹੇ ਹੁਣ ਆਫਿਸ ਵਿੱਚ ਜਾ ਕੇ ਕਿਸੇ ਨੂੰ ਉਹਦਾ ਬਾਸ ਕੋਈ ਹੁਕਮ ਚਲਾਏ ਕਿਸੇ ਉੱਤੇ, ਤੇ ਉਹ ਕਹੇਗਾ ਯਾਰ ਇਹ ਵੀ ਗੱਲ ਸੁਣਨੀ ਪੈਗੀ ਇਹਦੀ। ਇੱਕ ਦੂਸਰਾ ਫਰਕ ਇਹ ਹੈ ਪਰਮਾਤਮਾ ਦੇ ਹੁਕਮ ਦਾ ਤੇ ਇੱਕ ਰੈਗੂਲਰ ਹੁਕਮ ਦਾ, ਕਿ ਇਹ ਹੁਕਮ ਜਦੋਂ ਟੀਚਰ ਦਾ ਹੁਕਮ ਸੁਣਦਾ ਹੈ ਜਾਂ ਬਾਸ ਦਾ ਹੁਕਮ ਸੁਣਦਾ ਹੈ ਤੇ ਕਈ ਵਾਰੀ ਮਨ ਮੰਨਦਾ ਨਹੀਂ ਉਸ ਗੱਲ ਨੂੰ। ਸੋ ਫॉर ਐਗਜ਼ਾਮਪਲ ਬਾਸ ਕਹਿੰਦਾ ਕਿ ਇਸ ਤਰੀਕੇ ਨਾਲ ਨਾ ਕਰ, ਇਸ ਤਰੀਕੇ ਨਾਲ ਕਰ, ਤੇ ਬੰਦਾ ਕਹਿੰਦਾ ਯਾਰ ਠੀਕ ਹੈ ਮੰਨ ਲੈਂਦੇ ਆ ਇਹਦੀ ਗੱਲ, ਪਰ ਮੰਦਰੋਂ ਮੇਰਾ ਮਨ ਮੰਨਦਾ ਨਹੀਂ ਪਿਆ। I really don't agree with you, but what choice do I have? You know, I have to follow you because if I don't follow you, I'll lose my job and I need my job. So ਕਈ ਵਾਰੀ ਬੰਦਾ ਅੱਖ ਮੁੰਦਾ ਤੇ ਕਹਿੰਦਾ ਯਾਰ ਇਹਦੇ ਪਿੱਛੇ ਲੱਗ ਪਵੋ, ਜੋ ਇਹ ਕਹਿ ਰਿਹਾ ਇਹਦੀ ਗੱਲ ਸੁਣਨੀ ਸ਼ੁਰੂ ਕਰ ਦਿਓ। ਸਪਿਰਿਚੁਅਲ ਐਂਗਲ ਤੋਂ ਜਿਹੜਾ ਪਰਮਾਤਮਾ ਦੇ ਹੁਕਮ ਬਾਰੇ ਗੱਲ ਗੁਰਬਾਣੀ ਜਿਹੜੀ ਆਈ ਹੈ, ਉਹ ਹੁਕਮ ਇੱਕ ਆਰਡਰ ਹੀ ਨਹੀਂ ਹੈ, ਇੱਕ ਸਿਸਟਮ ਵੀ ਹੈ। ਉਹ ਸਿਸਟਮ ਜਿਹੜਾ ਇੱਕ ਆਰਡਰਲੀ ਸਿਸਟਮ ਕਹਿ ਲਓ, ਜਿਹੜਾ ਸਿਸਟਮ ਵਿੱਚ ਸਾਰੇ ਰਹਿੰਦੇ ਪਏ ਆ ਔਰ ਉਹ ਸਿਸਟਮ ਸਾਰਿਆਂ ਤੇ ਲਾਗੂ ਹੁੰਦਾ ਹੈ ਉਹ ਸਿਸਟਮ। ਹਾਂਜੀ, ਸੋ ਐਗਜ਼ਾਮਪਲ ਆਥਰ ਜਿਹੜੇ ਦਿੰਦੇ ਨੇ ਮੈਂ ਉਹੀ ਤੁਹਾਡੇ ਨਾਲ ਸ਼ੇਅਰ ਕਰਦਾ। ਫॉर एग्जांपल ਇਹ ਹੁਕਮ ਹੈ ਕਿ ਸਵੇਰੇ ਸੂਰਜ ਨੇ ਆਣਾ ਹੈ, ਈਸਟ ਦੀ ਤਰਫੋਂ ਆਣਾ ਹੈ ਤੇ ਵੈਸਟ ਦੀ ਤਰਫੋਂ ਚਲਾ ਜਾਣਾ ਹੈ।
ਇਹ ਆਰਡਰ ਹੈ, ਸਿਸਟਮ ਉਹਦੇ ਸਿਸਟਮ ਦੇ ਅੰਦਰ ਹੈ ਸਾਰਾ। ਤੁਸੀਂ ਚੇਂਜ ਨਹੀਂ ਕਰ ਸਕਦੇ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਅੱਜ ਨਹੀਂ ਮੈਂ ਈਸਟ ਤੋਂ ਨਾ ਤੂੰ ਵੈਸਟ ਤੋਂ ਆ ਜਾ, ਜਾਂ ਅੱਜ ਇਹ ਨਹੀਂ ਕਹਿ ਸਕਦੇ ਕਿ ਅੱਜ ਸਵੇਰੇ sun rise it at 7 AM or 6 AM, I don't want that, I want it at 10 AM। ਉਹ ਤੁਹਾਡੇ ਹੱਕ ਵਿੱਚ ਨਹੀਂ ਹੈ। ਉਹ ਵੱਡੇ ਇੱਕ ਸਿਸਟਮ ਦੇ ਅੰਦਰ ਹੈ ਸਾਰਾ, ਇੱਕ ਸਰਟਨ ਸਿਸਟਮ ਦੇ ਅੰਦਰ ਉਹਦਾ ਕੰਮ ਚੱਲਦਾ ਪਿਆ ਸਾਰਾ। ਗੁਰਬਾਣੀ ਵਿੱਚ ਬੜੀ ਵਾਰੀ ਇਸ ਸਿਸਟਮ ਨੂੰ ਭੈ ਵੀ ਕਿਹਾ ਗਿਆ ਹੈ, ਭਾਵ ਵੀ ਵਰਡ ਆਇਆ ਹੈ ਬੜੀ ਵਾਰੀ। ਆਸਾ ਦੀ ਵਾਰ ਵਿੱਚ ਹੁਕਮ ਦੀ ਐਕਸਪਲੇਨੇਸ਼ਨ ਵਿੱਚ ਗੁਰੂ ਨਾਨਕ ਦੇਵ ਜੀ ਨੇ ਵਰਡ ਭੈ ਯੂਜ਼ ਕੀਤਾ ਹੈ। ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਆਡਾਣੇ ਆਕਾਸ਼, ਹੈ ਨਾ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਭੈ ਬੜੀ ਵਾਰੀ ਵਰਡ ਯੂਜ਼ ਆਇਆ ਗੁਰਬਾਣੀ। ਆਸਾ ਦੀ ਵਾਰ ਵਿੱਚ ਪੂਰੀ ਇੱਕ ਪੂਰੀ ਸਟੈਂਜ਼ਾ ਭੈ ਦੇ ਉੱਤੇ ਡਿਵੋਟਡ ਹੈ, ਪੂਰਾ ਸਿਸਟਮ ਦੇ ਉੱਤੇ ਡਿਵੋਟਡ ਹੈ ਕਿ ਤੇਰੇ ਅੰਦਰ ਚੱਲਦੇ ਪਏ ਸਾਰੇ, ਤੇਰੀ ਅੱਖਾਂ ਦੇ ਨਜ਼ਰਾਂ ਦੇ ਥੱਲੇ ਸੂਰਜ ਤੇ ਚੰਦ ਹਨ। ਇੱਕ ਸੂਰਜ ਤੇ ਚੰਦ ਨਹੀਂ, ਕਰੋੜਾਂ ਸੂਰਜ ਤੇ ਚੰਦ ਤੇਰੀ ਨਜ਼ਰਾਂ ਦੇ ਥੱਲੇ ਹਨ। ਤੇਰੇ ਜੋ ਤੂੰ ਕਹਿੰਦਾ ਹੁੰਦਾ ਉਹੀ ਹੈ, ਜਿਸ ਤਰ੍ਹਾਂ ਤੂੰ ਚਾਹੁੰਦਾ ਉਸ ਤਰ੍ਹਾਂ ਹੀ ਹੁੰਦਾ। ਇਹ ਸਿਸਟਮ ਹੈ ਹੁਕਮ, ਤੇ ਹੁਕਮ ਦੇ ਸਿਸਟਮ ਨੂੰ ਸਮਝਣਾ ਬੜਾ ਮੁਸ਼ਕਿਲ। ਕਿਉਂ ਕਿਹਦੇ ਨਾਲ ਹੋ ਰਿਹਾ, ਕਿਉਂ ਕੋਈ ਬਿਮਾਰ ਹੋ ਰਿਹਾ, ਕੋਈ ਕਿਸ ਨੂੰ ਕਿਉਂ ਤਕਲੀਫ ਆ ਰਹੀ ਹੈ, ਕੋਈ ਖੁਸ਼ ਕਿਉਂ ਨਹੀਂ ਹੈ, ਕੋਈ ਵਿਆਹ ਕਿਉਂ ਨਹੀਂ ਹੋ ਰਿਹਾ, ਇਹ ਕਹਿਣਾ ਬਹੁਤ ਔਖਾ ਹੈ। ਹੁਣ ਕੋਈ ਕਹੇ ਕਿ ਮੈਂ ਸਮਝ ਗਿਆ ਸਾਰਾ, ਉਹ ਨਹੀਂ ਹੈ ਸਮਝ ਸਕਦੇ ਸਾਰੇ ਤੁਸੀਂ। ਇਨਫੈਕਟ ਜਪਜੀ ਦੀ ਸੈਕੰਡ ਪੌੜੀ ਵਿੱਚ ਉਹ ਲਾਈਨ ਦੀ ਕਲੈਰਿਟੀ ਬੜੀ ਜ਼ਬਰਦਸਤ ਗੁਰੂ ਨਾਨਕ ਦੇਵ ਨੇ ਦਿੱਤੀ ਕਿ ਹੁਕਮ ਨਾ ਕਿਹਾ ਜਾਏ। ਹੁਕਮ ਨੂੰ ਸਮਝਾਇਆ ਨਹੀਂ ਜਾ ਸਕਦਾ। ਹੁਕਮ ਨੂੰ ਇਹ ਹੈ ਕਿ ਹੁਕਮ ਉਸਦਾ ਇਹ ਹੈ ਕਿ ਹੁਕਮ ਸਮਝ ਲਓ ਇੱਕ ਆਰਡਰਲੀ ਸਿਸਟਮ ਹੈ, ਇੱਕ ਕਾਇਨਾਤ ਦਾ ਜਾਂ ਪੂਰੇ ਯੂਨੀਵਰਸ ਦਾ, ਤੇ ਉਸ ਕਾਇਨਾਤ ਵਿੱਚ ਜਾਂ ਉਸ ਸਿਸਟਮ ਦੇ ਵਿੱਚ ਸਾਰਿਆਂ ਨੇ ਚੱਲਣਾ ਹੈ। ਸਾਰੇ ਚੱਲਦੇ ਹਨ ਜਾਂ ਉਹਨਾਂ ਕੋਲ ਚੋਇਸ ਨਹੀਂ ਹੈ ਚੱਲਣ ਦੀ, ਕੋਈ ਚੱਲਦੇ ਹਨ। ਪਰ ਜਿੱਥੇ ਉਸ ਸਿਸਟਮ ਜਿਹੜਾ ਸਿਸਟਮ ਕ੍ਰੀਏਟ ਕੀਤਾ ਗਿਆ ਹੈ, ਤੇ ਇਹ ਸਿਸਟਮ ਜਿਹੜਾ ਹੈ, ਪਹਿਲੇ ਅਸੀਂ ਡਿਸਕਸ਼ਨ ਕਰ ਰਹੇ ਹਾਂ, ਇਸ ਸਿਸਟਮ ਨੂੰ ਗੁਰਬਾਣੀ ਨਾਮ ਵੀ ਕਿਹਾ ਗਿਆ ਹੈ। ਬੜੀ ਇਹ ਕੋਈ ਨਾਮ ਨਾਲੋਂ ਅਲੱਗ ਨਹੀਂ ਹੈ ਸਿਸਟਮ। ਉਹ ਸਿਸਟਮ ਹੁਕਮ ਵਾਲਾ ਤੇ ਨਾਮ 'ਚ ਕੋਈ ਬਹੁਤ ਵੱਡਾ ਫਰਕ ਨਹੀਂ ਹੈ। ਪਿਆਰਾ ਸਿੰਘ ਪਦਮ ਇੱਕ ਬਹੁਤ ਉੱਘੇ ਆਥਰ ਹੋਏ ਹਨ, ਪੜ੍ਹਾਉਂਦੇ ਰਹੇ ਬੜੀ ਦੇਰ। ਮੇਰੇ ਦਰਸ਼ਨ ਨਹੀਂ ਹੋਏ ਕਦੀ ਉਹਨਾਂ ਦੇ, ਆਈ ਵਿਸ਼ ਮੈਂ ਉਹਨਾਂ ਦੇ ਪੈਰ ਛੂਹੇ ਹੁੰਦੇ ਉਹਨਾਂ ਦੇ। ਮੈਂ ਉਹਨਾਂ ਦੀਆਂ ਆਲਮੋਸਟ ਸਾਰੇ ਵਰਕਸ ਪੜ੍ਹੇ ਨੇ ਉਹਨਾਂ ਦੇ। ਮੈਂ ਇੱਕ ਬੁੱਕ ਉਹਨਾਂ ਨੇ ਲਿਖੀ, ਗੁਰੂ ਗ੍ਰੰਥ ਸਾਹਿਬ ਵਿਚਾਰ ਕੋਸ਼, ਮੈਨੂੰ ਯਾਦ ਨਹੀਂ ਆ ਰਿਹਾ ਐਗਜ਼ੈਕਟ ਨਾਮ ਕੀ ਹੈ, ਮੇਰੇ ਕੋਲ ਬੁੱਕ ਪਈ ਹੈ। ਉਹਦੇ ਨਾਲ ਸ਼ਾਰਟ ਐਸੇਜ਼ ਹਨ, certain important words in ਗੁਰਮਤਿ ਥਿਓਲੋਜੀ ਦੇ ਉੱਤੇ। ਤੇ ਇੱਕ ਐਸੇ ਉਹਨਾਂ ਨੇ ਬਹੁਤ ਸੋਹਣਾ ਹੁਕਮ ਤੇ ਲਿਖਿਆ ਨਾਮ ਤੇ ਇੱਕ ਜਗ੍ਹਾ ਆਪ ਲਿਖਦੇ ਹਨ ਉੱਥੇ ਉਸ ਬੁੱਕ ਵਿੱਚ ਕਿ ਹੁਕਮ, ਨਾਮ ਤੇ ਸ਼ਬਦ। ਮੈਂ ਕਲਰ ਆਪਣਾ ਬਦਲ ਲਵਾਂ ਤਾਂ ਕਿ ਤੁਹਾਨੂੰ ਹੁਕਮ, ਨਾਮ ਤੇ ਸ਼ਬਦ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਆਈਸ ਵਾਟਰ ਤੇ ਸਟੀਮ ਹੈ। ਫਰਕ ਉਤਨਾ ਹੀ ਹੈ ਜਿਤਨਾ ਆਈਸ ਵਾਟਰ ਤੇ ਸਟੀਮ ਵਿੱਚ ਫਰਕ ਹੈ। ਨਾਮ ਦੀ ਡੈਫੀਨੇਸ਼ਨ ਪਹਿਲੇ ਦਿਆ ਹੈ। ਨਾਮ ਵੀ ਸਿਸਟਮ ਹੈ, ਨਾਮ ਉਹਦੀ ਤਾਕਤ ਹੈ, ਨਾਮ ਉਹਦੀ ਊਰਜਾ ਹੈ। ਨਾਮ ਇੱਕ ਸ਼ਕਤੀ ਹੈ ਜਿਹੜੀ ਕ੍ਰੀਏਟ ਕਰਦੀ ਹੈ ਤੇ ਜਿਹੜੀ ਡਿਸਟਰੋਏ ਕਰਦੀ ਹੈ, ਜਿਹੜੀ ਰੀਕ੍ਰੀਏਟ ਕਰਦੀ ਹੈ। ਤੇ ਸਮਝ ਲਓ ਹੁਕਮ ਉਸ ਨਾਮ ਨੂੰ ਚਲਾਉਣ ਵਾਲੀ ਤਾਕਤ ਹੈ। ਹੁਕਮ ਨਾਮ ਨੂੰ ਡਾਇਰੈਕਟ ਕਰਦਾ ਹੈ, ਡਾਇਰੈਕਸ਼ਨ ਦੇਣ ਵਾਲਾ ਹੁਕਮ ਹੈ ਨਾਮ ਨੂੰ, ਕਿਸ ਤਰਫ ਜਾਣਾ ਹੈ ਨਾਮ ਨੇ। ਸੋ ਨਾਮ ਔਰ ਹੁਕਮ ਕਈ ਵਾਰੀ ਇੰਟਰਚੇਂਜੇਬਲੀ ਗੁਰਬਾਣੀ 'ਚ ਬੜੀ ਵਾਰੀ ਵਰਡ ਹੁਕਮ ਤੇ ਨਾਮ ਬਦਲੇ ਗਏ, ਬਹੁਤ ਵਾਰੀ। ਸੋ ਫॉर ਐਗਜ਼ਾਮਪਲ ਦੂਸਰੀ ਪੌੜੀ ਵਿੱਚ ਵਰਡ ਆਏ ਹਨ ਹੁਕਮੀ ਹੋਵਨ ਆਕਾਰ, ਤੁਸੀਂ ਸਾਰੇ ਰੋਜ਼ ਪੜ੍ਹਦੇ ਹੋ। ਤੇ ਸੁਖਮਨੀ ਸਾਹਿਬ ਵਿੱਚ ਵਰਡ ਆਏ ਹਨ ਨਾਮ ਕੇ ਧਾਰੇ ਸਗਲ ਆਕਾਰ। ਨਾਮ ਕੇ ਧਾਰੇ ਸਗਲ ਆਕਾਰ ਤੇ ਹੁਕਮੀ ਹੋਵਨ ਆਕਾਰ ਵਿੱਚ ਕੋਈ ਅੰਤਰ ਨਹੀਂ ਹੈ ਦੋਨਾਂ 'ਚ। ਇਹ ਨਾ ਸਮਝ ਲੈਣਾ ਕਿ ਪੰਚਮ ਪਿਤਾ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਕੁਝ ਹੋਰ ਕਹਿ ਰਹੇ ਹਨ ਤੇ ਗੁਰੂ ਨਾਨਕ ਪਿਤਾ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨਿਰੰਕਾਰੀ ਜੋਤ, ਉਹ ਕੁਝ ਜਪਜੀ ਸਾਹਿਬ ਵਿੱਚ ਕੋਈ ਡਿਫਰੈਂਟ ਮੈਸੇਜ ਦਿੰਦੇ ਪਏ। ਫਰਕ ਨਹੀਂ ਹੈ ਦੋਨਾਂ 'ਚ ਕੋਈ ਬਹੁਤਾ। ਹੁਕਮ ਨਾਮ ਦੀ ਡਾਇਰੈਕਸ਼ਨ ਨੂੰ ਦਿੰਦਾ ਹੈ, ਉਹਦਾ ਹੀ ਹਿੱਸਾ ਹੈ ਹੁਕਮ। ਨਾਮ ਤੇ ਹੁਕਮ 'ਚ ਕੋਈ ਫਰਕ ਨਹੀਂ ਹੈ। ਤੇ ਸ਼ਬਦ ਜਿਹੜਾ ਵੈ ਉਸ ਦੀ ਮਰਜ਼ੀ ਨੂੰ ਰਿਫਲੈਕਟ ਕਰਦਾ ਹੈ। ਹੁਕਮ ਦੀ ਮਰਜ਼ੀ ਜਾਂ ਨਾਮ ਦੀਆਂ ਗੁਣ ਜਿਹੜੇ ਹਨ, ਨਾਮ ਦੇ ਐਟਰੀਬਿਊਟ ਸਾਰੇ ਸ਼ਬਦ ਵਿੱਚ ਹਨ। ਸੋ ਸ਼ਬਦ ਮੀਡੀਅਮ ਹੈ,
उस नाम ते हुक्म नाल जुड़न दा। ते कई बारी शब्द भी इंटरचेंजेबली वर्ड हुक्म ते नाम नाल कीता गया। आई एम सॉरी दीज कॉन्सेप्ट्स आर एब्स्ट्रैक्ट एंड थोड़े समझाने, but you have to go through this with me and suffer this with me a little bit in you have to really pay very good attention here कि की हो रहा है। So let me take a step back here। तो हुक्म की है, हुक्म एक सिस्टम है, नाम जिस तरह उस परमात्मा दा बनाया होया अपना, ਉਹਦੇ ਅੰਦਰਲੇ ਸਿਸਟਮ ਨੂੰ ਕੋਈ ਸਮਝ ਨਹੀਂ ਸਕਿਆ, ਕੋਈ ਉਹਦੇ ਅੰਦਰਲੇ ਸਿਸਟਮ ਨੂੰ ਕੋਈ ਕੋਈ ਮਾਈਕਲ ਲਾਲ ਇਹੋ ਜਿਹਾ ਨਹੀਂ ਹੋਇਆ ਜਿਹੜਾ ਕਵੇ ਕਿ ਮੈਂ ਸਮਝ ਗਿਆ ਹੁਕਮ ਦਾ ਸਿਸਟਮ ਕੀ ਹੈ, ਮੈਂ ਤੁਹਾਨੂੰ ਦੱਸ ਸਕਦਾ ਫਲਾਣਾ ਬੰਦੇ ਨੂੰ ਕਿਉਂ ਹੋ ਰਿਹਾ ਹੈ, ਜਾਂ ਟਿੰਗਾਣੇ ਨੂੰ ਕੀ ਹੋ ਰਿਹਾ ਹੈ, ਜਾਂ ਕਿਉਂ ਸੁਨਾਮੀਆਂ ਆਈਆਂ, ਜਾਂ ਕਿਉਂ ਉੱਥੇ ਫਲੱਡ ਆਏ ਹਨ, ਜਾਂ ਕਿਉਂ ਉੱਥੇ ਵੋਲਕੈਨੋ ਇਰਪਟ ਹੋਇਆ ਹੈ, ਜਾਂ ਕਿਉਂ ਉੱਥੇ ਚੱਲ ਰਿਹਾ ਹੈ, ਜਾਂ ਕਿਉਂ এনवायरमेंट ਖਰਾਬ ਹੋ ਰਿਹਾ ਹੈ, ਜਾਂ ਕਿਉਂ ਉੱਥੇ ਕੀ ਹੋ ਰਿਹਾ, ਇਹ ਉਹ ਜਾਣਦਾ ਹੈ ਕੀ ਹੋ ਰਿਹਾ ਸਾਰਾ ਕੁਝ। ਇੰਨੀ ਤੁਹਾਡੀ ਸਮਝ ਤੋਂ ਮੇਰੀ ਸਮਝ ਤੋਂ ਬਾਹਰ ਹੈ ਉਹ, ਹਾਂਜੀ ਨਾ ਮੈਂ ਸਮਝਾ ਸਕਦਾ ਤੇ ਨਾ ਤੁਸੀਂ ਸਮਝ ਸਕਦੇ ਹੋ। ਹਾਂ ਇਹ ਗੱਲ ਜ਼ਰੂਰ ਹੈ ਕਿ ਹੁਕਮ ਨੂੰ ਉਹਦੇ ਸ਼ਬਦ ਦੁਆਰਾ, ਪ੍ਰਮਾਤਮਾ ਦੇ ਸ਼ਬਦ ਦੁਆਰਾ ਜਾਂ ਸ਼ਬਦ ਦੁਆਰਾ ਹੁਕਮ ਦੇ ਐਟਰੀਬਿਊਟਸ ਨੂੰ ਜ਼ਰੂਰ ਪਛਾਣਿਆ ਜਾ ਸਕਦਾ ਹੈ। ਹੁਕਮ ਦੇ ਜਿਹੜੇ ਐਟਰੀਬਿਊਟਸ ਆਏ ਹਨ, ਜਿਹੜੇ ਹੁਕਮ ਨੂੰ ਕਿਹੜੀਆਂ ਚੀਜ਼ਾਂ ਪਸੰਦ ਹਨ ਤੇ ਕਿਹੜੀਆਂ ਚੀਜ਼ਾਂ ਨਹੀਂ ਪਸੰਦ ਹਨ, ਇਸ ਬਾਰੇ ਡਿਸਕਸ਼ਨ ਗੁਰਬਾਣੀ 'ਚ ਬੜੀ ਵਾਰੀ ਆਈ। ਸੋ ਫॉर एग्जांपल हुक्म ਨੂੰ ਨਿਮਰਤਾ ਪਸੰਦ ਹੈ, ਗੁਰਬਾਣੀ ਬੜੀ ਵਾਰੀ ਇਸ ਬਾਰੇ ਡਿਸਕਸ਼ਨ ਆਈ। ਹੁਕਮ ਨਿਮਰ ਹੈ ਆਪ ਤੇ ਹੁਕਮ ਚਾਹੁੰਦਾ ਤੁਸੀਂ ਸਾਰੇ ਨਿਮਰ ਬਣੋ, ਉਹ ਹੁਕਮ ਹੈ ਉਸਦਾ। ਸੋ ਹੁਕਮ ਦੇ ਫਿਰ ਤੁਸੀਂ ਕਹੋਗੇ ਵੀ ਤੁਹਾਨੂੰ ਕਿਸ ਤਰ੍ਹਾਂ ਪਤਾ ਵੀ ਹੁਕਮ ਨਿਮਰਤਾ ਚ ਹੈ? ਮੈਨੂੰ ਇਸ ਵਾਸਤੇ ਪਤਾ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਤੇ ਮੈਨੂੰ ਆਪਣੇ ਗੁਰੂ ਤੇ ਵਿਸ਼ਵਾਸ ਹੈ। ਗੁਰੂ ਨਾਨਕ ਦੇਵ ਜੀ ਬਾਣੀ ਵਿੱਚ, ਗੁਰੂਆਂ ਦੀ ਬਾਣੀ 'ਚ ਬੜੀ ਵਾਰੀ ਡਿਸਕਸ਼ਨ ਆਈ ਹੈ ਕਿ ਹੁਕਮ ਨੂੰ ਨਿਮਰਤਾ ਬੜੀ ਪਸੰਦ ਹੈ, ਪਰਮਾਤਮਾ ਨੂੰ ਨਿਮਰਤਾ ਬੜੀ ਪਸੰਦ ਹੈ। दूसरा कहो कि कितना बड़ा एस्पेक्ट है, मैं कहूंगा दूसरा एस्पेक्ट कॉन्सेप्ट दा कंपैशन है, एम्पैथी है। हुक्म में एम्पैथी बहुत पसंद है, हुक्म का एक एट्रीब्यूट है कंपैशन, बहुत पसंद है उसमें, क्योंकि वो आप कंपैशनेट है, बहुत बड़ा, हर एक नाल प्यार करने वाला है, ओदी बनाए हुए ओदे बच्चे हैं सारे असी, इस वास्ते हुक्म है ओदा कि तुसी भी कंपैशनेट बनो। So if I want to erase this whole thing again and let me write this word again, hukam here. Hukam the levels bade hain, you know, several levels in hukam de. At a lower level de vich, lower end vich, hukam de easiest ya lower end vich, ithe jo razai di gall karde pe ne. Raza da matlab hunda hai khushi, raza da matlab hunda hai मर्जी। हुक्म रजाई मतलब ਉਹਦੀ ਮਰਜ਼ੀ ਦੇ ਹਿਸਾਬ ਦੇ ਨਾਲ ਆਪਣੇ ਜੀਵਨ ਨੂੰ ਢਾਲ ਲੈਣਾ, ਜੋ ਉਹਦੀਆਂ ਮਰਜ਼ੀਆਂ ਹਨ ਜਿਹੜੀਆਂ, ਜੋ ਉਹ ਚਾਹੁੰਦਾ ਹੈ, ਜਿਸ ਤਰ੍ਹਾਂ ਉਹ ਚਾਹੁੰਦਾ ਹੈ ਮੈਂ ਤੁਸੀਂ ਜੀਵਨ ਜੀਓ ਆਪਣਾ, ਆਪਣੇ ਜੀਵਨ ਨੂੰ ਆਪਣੀ ਮਰਜ਼ੀ ਨਾਲ ਨਾ ਜੀ ਕੇ ਉਹਦੀ ਮਰਜ਼ੀ ਨਾਲ ਜੀਣਾ, ਤੇ ਉਹ ਰਜ਼ਾ ਹੈ ਉਹਦੀ, ਉਹ ਖੁਸ਼ੀ ਹੈ ਉਹਦੇ 'ਚ, ਉਹ ਖੁਸ਼ ਹੁੰਦਾ। ਹੁਣ ਦੇਖੋ ਇੱਕ ਗੱਲ ਤੁਸੀਂ ਦੇਖ ਲਓ, ਸਪਾਊਸਸ ਲੈ ਲਓ, ਹਸਬੈਂਡ ਐਂਡ ਵਾਈਫ, ਵਨ ਆਫ ਦ ਕਲੋਜ਼ੈਸਟ ਰਿਲੇਸ਼ਨਸ਼ਿਪ ਹੈ ਨਾ, ਤੇ ਉੱਥੇ ਵੀ ਜੇ ਰਜ਼ਾ ਨਾ ਹੋਵੇ ਦੋਨਾਂ ਵਿੱਚ, ਹੈ ਨਾ, ਜੇ ਕਈ ਵਾਰੀ ਵਾਈਫ ਕੁਝ ਕਵੇ ਜਾਂ ਹਸਬੈਂਡ ਕੁਝ ਕਵੇ ਜਾਂ ਉਹਦੀ ਮਰਜ਼ੀ ਨਾ ਵੀ ਕਰਨ ਦੀ ਹੋਵੇ, ਤੇ ਬੰਦਾ ਚਾਹੇ ਯਾਰ ਮੈਂ ਇਹ ਨਹੀਂ ਕਰਨਾ ਬਿਕਾਜ਼ ਮੈਨੂੰ ਨਹੀਂ ਪਸੰਦ, ਤੁਹਾਨੂੰ ਪਸੰਦ ਹੈ ਕੋਈ ਗੱਲ ਨਹੀਂ, ਲੇਕਿਨ ਆਈ ਡੋਂਟ ਲਾਈਕ ਇਟ ਸੋ ਆਈ ਡੋਂਟ ਹੈਵ ਟੂ ਡੂ ਇਟ, ਆਈ ਵਿਲ ਨਾਟ ਡੂ ਇਟ, ਤੇ ਹਮੇਸ਼ਾ ਹੀ ਇਹ ਹੋਵੇ ਤਾਂ ਫਿਰ ਉਹ ਰਿਲੇਸ਼ਨਸ਼ਿਪ ਵਿੱਚ ਦਰਾਰਾਂ ਆਉਂਦੀਆਂ ਨੇ ਉੱਥੇ। ਤੇ ਜੇ ਬੰਦਾ ਕੰਪੈਸ਼ਨੇਟ ਹੋਵੇ ਤੇ ਕਹੇ ਕੋਈ ਗੱਲ ਨਹੀਂ ਮੈਨੂੰ ਨਹੀਂ ਵੀ ਪਸੰਦ ਇਹ ਕਰਨਾ, ਫਿਰ ਵੀ ਤੁਹਾਡੀ ਖੁਸ਼ੀ ਵਾਸਤੇ ਮੈਂ ਕਰ ਰਿਹਾ, ਕਿਉਂਕਿ ਤੁਹਾਨੂੰ ਪਸੰਦ ਹੈ ਨਾ, ਮੇਰੇ ਵਾਸਤੇ ਤੁਹਾਡੀ ਖੁਸ਼ੀ ਇੰਪੋਰਟੈਂਟ ਹੈ ਬੜੀ, ਤੁਹਾਡੀ ਖੁਸ਼ੀ ਮੈਂ ਲੈਣੀ ਹੈ, ਤੁਹਾਡਾ ਪਿਆਰ ਮੈਂ ਲੈਣਾ ਹੈ। ਵਾਈਫ ਹਸਬੈਂਡ ਨੂੰ ਕਵੇ ਜਾਂ ਹਸਬੈਂਡ ਵਾਈਫ ਨੂੰ ਕਵੇ, ਤੇ ਜੇ ਇਹੋ ਜਿਹੀ ਰਿਲੇਸ਼ਨਸ਼ਿਪ ਜਦੋਂ ਜਿੱਥੇ ਐਸਟੈਬਲਿਸ਼ ਹੋਵੇ, ਜਿੱਥੇ ਅੰਡਰਸਟੈਂਡਿੰਗ ਸਪਾਊਸਸ ਹੋਵਣ ਦੋਨੋਂ, ਤੇ ਇੱਕ ਦੂਸਰੇ ਨੂੰ ਅੰਡਰਸਟੈਂਡ ਬੜੇ ਅੱਛੀ ਤਰ੍ਹਾਂ ਕਰਦੇ ਹੋਵਣ, ਤੇ ਇੱਕ ਦੂਸਰੇ ਦੀ ਰਜ਼ਾ ਵਿੱਚ ਚੱਲਣ, ਤੇ ਉਹ ਜਿਹੇ ਮੈਰਿਜਸ ਫਿਰ ਸਕਸੈਸਫੁਲ ਮੈਰਿਜਸ ਹੁੰਦੀਆਂ ਬੜੀਆਂ। ਕਿਉਂ? ਕਿਉਂਕਿ ਉਹਦੇ ਵਿੱਚ ਬੰਦਾ ਕਹਿੰਦਾ ਕੋਈ ਗੱਲ ਨਹੀਂ, ਜੇ ਮੈਨੂੰ ਨਹੀਂ ਵੀ ਪਸੰਦ, ਜੇ ਕਹਿ ਰਹੀ ਹੈ ਜਾਂ ਕਹਿ ਰਿਹਾ ਕਰਨ ਨੂੰ, ਕੋਈ ਗੱਲ ਨਹੀਂ, ਜੇ ਇੱਕ ਦਿਨ ਕਰ ਲਿੱਤਾ ਉਹ ਜੀ ਗੱਲ, ਕੋਈ ਗੱਲ ਨਹੀਂ, I will try to make myself feel happy with this person, you know, the way he's saying it, ਮੈਂ ਉਹਦੀ ਰਜ਼ਾ ਵਿੱਚ ਚੱਲਣ ਨੂੰ ਤਿਆਰ ਹਾਂ, ਤੇ ਉਹ ਫਿਰ ਰਿਲੇਸ਼ਨਸ਼ਿਪ ਬਣ ਆਉਂਦੀ ਹੈ, ਆਪਸ ਚ ਪਿਆਰ ਬਣ ਆਉਂਦਾ ਉਹਦਾ। ਕਿ ਹੁਕਮ ਦੇ ਲੋਅਰ ਲੈਵਲ ਦੇ ਜਿਹੜੇ ਸਟੇਟਸ ਦੇ ਹੁਕਮ
हुक्म दे अगर उन्होंने हुक्म अगर अपील करना शुरू कर दिया हुक्म प्यार जिस तरह तो हुक्म दे डीपर जो लेवल हैं वो तो समझने इंपॉसिबल है वो की हो रहा हो जाऊंगा हुक्म दे अपर जो क्रस्ट है जो हुक्म का उस वो क्रस्ट से गुरबाणी समझाती है ना सारा वो क्रस्ट सानू पता है क्यों क्योंकि वो कहती है कि हुक्म दे उस लेवल विच हुक्म दे एट्रीब्यूट कंपैशन बहुत उत्ते है हुक्म दे उस क्रस्ट दे विच एम्पैथी बहुत ऊपर है इतना ऊपर है कंपैशन बाणी बड़ी बड़ी आई है गल कि करुणा इतनी इंपॉर्टेंट है लाइफ दे विच करुणा इतनी इंपॉर्टेंट है उन्होंने कहा जी तेरी लाइफ विच कंपैशन ते करुणा नहीं है तो फिर तेन परमात्मा की प्राप्ति नहीं हो सकती तो उन्होंने दुआई भी दी थी जा जाके सेवा कर ह्यूमैनिटी दी ते सारे संसार की सेवा विच लग जा जे करेगा तो एक गुण तेरे च उपजेगा कंपैशन वाला जे करेगा तेरे विच एक होर गुण उपजेगा वो है निम्रता वाला हाँ जी जा ये गुण धारण कर जाके ये हुक्म दे अपरले क्रस्ट दे एक एट्रीब्यूट जेडे गुरबाणी विच आए हैं हुक्म दे ते इन्हां जदों इन्हां जेडे कॉन्सेप्ट जेडे हुक्म दे अपरले क्रस्ट तो आए हैं जेडे गुरबाणी च बार-बार इन्हां चीज़ां नूं डिस्कस कीता गया है जे ये चीज़ां दे हिसाब नाल अपनी लाइफ नूं ढालोगे जदों ते हुक्म दी रज़ा विच चलना शुरू कर दिओगे महाराज दा हुक्म यही है जपजी दा हुक्म यही है कि लाइफ नूं समहाउ अपनी मर्जी नाल ना जियो अपनी मर्जी ना चलाओ तो लाइफ जदों भी बंदा अपनी मर्जी नाल जींदा है तो कोई रिलेशनशिप दुनियावी रिलेशनशिप कामयाब नहीं होंदियां फादर और सन दे विचकार प्रॉब्लम आ सकती है सन ते मदर दे विचकार प्रॉब्लम आ सकती है हस्बैंड और वाइफ दे विचकार प्रॉब्लम आ सकती है टीचर और स्टूडेंट दे विचकार प्रॉब्लम आ सकती है बॉस ते इंप्लॉई दे विचकार प्रॉब्लम आ सकती है जे रजा विच ना चले थे हर चीज रजा विच चलनी चाहिए जे रजा विच है तो सब कुछ फिर ठीक चलता है सारा कुछ तो होर किहड़ियां हुक्म दियां कंपैशनेट चीज़ां एक तो कंपैशन है दूसरी निम्रता है तीसरा कि ऑनेस्टी होवे तेरे कोल बहुत जीवन तेरा सुच्चा होवे बड़ा ये भी हुक्म दी मर्जी है हुक्म चाहता है होवे तुहाडे कोल गुरबाणी चाहती है शब्द द्वारा इस गल नूं प्रूव किया जा सकता है कि हुक्म नूं ऑनेस्टी पसंद है बहुत होर किहड़ियां चीज़ां इंपॉर्टेंट हुक्म नूं फॉरगिवनेस बड़ी पसंद है हाँ जी खिमा तुहाडे जीवन का हिस्सा होवे हुक्म चाहता है तुसी इस चीज नूं अपनाओ तुसी सब तो औखा है गुण है अपनाना फॉरगिवनेस वाला बहुत मुश्किल है और बड़ी साधना करनी पैंदी है इस गुण नूं अपनाने वास्ते कोई किसी कोई गल कह देवे तो उसनूं माफ कर देना उसनूं या अपने आप नूं माफ कर देना इन्ना ईजी नहीं है सो ये जिहड़ा अपरले क्रस्ट है जिहड़ी हुक्म दी डेफिनेशन जो गुरबाणी च आई है इसनूं अडॉप्ट कीता जा सकदा है ये चीज़ां ते लाइफ विच अडॉप्ट कीतियां जा सकदियां अगर एक खुशी नाल तुसीं अडॉप्ट करोगे इन्हां चीज़ां नूं और अपनी लाइफ नूं हुक्म दे उस लोअर क्रस्ट दे विचकार आके रजा विच चलना शुरू कर दोगे तो फिर जिहड़ियां डीपर क्रस्ट एंड हुक्म दे वो भी रिवील होने शुरू हो जाते जिहड़े डीपर जिहड़ा सिस्टम है हुक्म दा वो भी अपने आप नूं रिवील करना शुरू कर दिंदा है वो तुहाडे आप नूं फिर अवस्था इहो जी आ जाती है कि फिर अगे जाके जिथे वर्ल्ड आए हैं जपजी दे सुनिया दीप लो पाताल सुनिया धरतवल आकाश सुनिया पौ न सके काल इन्हां चीज़ां दे उत्ते फिर जिहड़ा इस रस्ते ते चलदा है फिर इन्हां चीज़ां दे उत्ते उहदी रेवलेशन क्लैरिटी आनी शुरू हो जाती है इन्हां दे उत्ते सुनिया धरतवल आकाश है धरतियां बारे आकाश बारे फिजिकल नॉलेज बारे भी बंदे नूं पता लगना शुरू हो जाता है ना तो न सके काल अजूनी आप बन जाता है हाँ जी सो अगर मैं एक होर अगर ड्रॉ लाइन करा तो अगर मैं करा कि हुक्म ये है लोअर क्रस्ट वाला ये हुक्म दा रस्ता है हाँ जी इहदे विच कंपैशन भी है ਇਹਦੇ ਵਿੱਚ ਸਾਰਾ ਕੁਝ ਹੈ ਤੇ ਇੱਕ ਬੰਦਾ ਇੱਥੇ ਹੈ ਉਹ ਇੱਥੇ ਚੱਲਦਾ ਹੈ ਉਹਦੀ ਰੋਡ ਇਸ ਪਾਸੇ ਜਾ ਰਹੀ ਹੈ ਹਾਂਜੀ ਉਹਦੇ ਵਿੱਚ ਉਹ ਕੁਆਲਿਟੀਜ਼ ਨਹੀਂ ਹੈ ਨਾ ਉਹ ਆਪਣਾ ਰਸਤਾ ਉਹਨੇ ਬਣਾਇਆ ਹੋਇਆ ਉਹਨੇ ਇਹ ਖੁਦ ਜੀ ਰਿਹਾ ਹੈ ਮਤਲਬ ਕਿ ਇਹ ਕਹਿੰਦਾ ਕਿ ਮੈਂ ਇਸ ਰਸਤੇ ਤੇ ਨਹੀਂ ਆਣਾ ਮੈਂ ਆਪਣੇ ਰਸਤੇ ਤੇ ਜੀਣਾ ਹੈ
ਗੁਰਬਾਣੀ ਵਿੱਚ ਇਹੋ ਜਿਹੇ ਬੰਦੇ ਨੂੰ ਜਿਹੜੇ ਹੁਕਮ ਦੇ ਰਜ਼ਾ ਵਿੱਚ ਜਿਹੜੇ ਨਹੀਂ ਚੱਲਦੇ ਜਾਂ ਹੁਕਮ ਦੇ ਰਸਤੇ 'ਚ ਨਹੀਂ ਆਉਣਾ ਚਾਹੁੰਦੇ, ਆਪਣਾ ਰਸਤਾ ਢੂੰਡਦੇ ਨੇ, ਜਿਹੜਾ ਗੁਰਬਾਣੀ ਵਿੱਚ ਉਸ ਬੰਦੇ ਨੂੰ ਮਨਮੁਖ ਕਿਹਾ ਗਿਆ ਹੈ। ਤੇ ਮਨਮੁਖ ਮਤਲਬ ਜਿਹੜੇ ਆਪਣੀ ਮਨ ਦੀ ਸੁਣੇ, ਗੁਰੂ ਦੀ ਨਾ ਸੁਣੇ, ਤੇ ਜਿਹੜੇ ਗੁਰੂ ਦੀ ਸੁਣੇ ਉਹ ਗੁਰਮੁਖ ਹੈ। ਸੋ ਹੁਕਮ ਵਾਲਾ ਜਿਹੜਾ ਰਸਤਾ ਜਿਹੜਾ ਅਪਣਾਉਂਦਾ ਹੈ ਉਹਨੂੰ ਜਨਰਲੀ ਕਹਿੰਦੇ ਵੀ ਇਹ ਗੁਰਮੁਖ ਬੰਦਾ ਹੈ। ਗੁਰਮੁਖ ਕਿਉਂ ਹੈ? ਕਿਉਂਕਿ ਇਹ ਜਨਰਲੀ ਕੋਸ਼ਿਸ਼ ਕੀਤੀ ਹੈ ਇਸਨੇ। ਤੇ ਮੇਰਾ ਗੋਲ ਕੀ ਹੈ ਇੱਥੇ ਅੱਜ, ਜਿਹੜੇ ਗੁਰੂ ਨੇ ਮੈਨੂੰ ਸੇਵਾ ਬਖਸ਼ੀ ਹੈ, ਕਿ ਇਸ ਰੋਡ ਨੂੰ ਸਮਹਾਉ ਇਹਦੇ ਕਲੋਜ਼ ਲੈ ਕੇ ਆਇਆ ਜਾ ਸਕੇ, ਕਿਸੇ ਵੀ ਤੁਹਾਨੂੰ ਕਨਵਿੰਸ ਕਰਾ ਦਿਆਂ ਕਿ ਇਹ ਰਸਤਾ ਛੋੜ ਦਿਓ, ਇਹ ਰਸਤਾ ਠੀਕ ਨਹੀਂ ਹੈ। ਇਸ ਰਸਤੇ ਤੇ ਸਿਰਫ ਦੁੱਖ ਹੀ ਦੁੱਖ ਹੈ, ਕੁछ नहीं है दुख होने सिवाय, प्रॉब्लम तो सिवाय कुछ नहीं मिलेगा तुम इस रास्ते। तो अपना रास्ता ना अपनाओ, अपनी मन मर्जी ना यूज करो, अपनी अकल ना वरतो, अकल गुरबाणी दी वरतो, अकल जपजी दी वरतो, अकल सुखमनी दी वरतो, अकल आसा दी वार दियां उन्हां पौड़ियां दी तुहाडी अकल होवे। तो समहाउ मैं कन्विंस करा दिया तुहानू कि यह रास्ता छोड़ दिओ, इस रस्ते ते किसी नूं कुछ नहीं मिलिया। ना क्वेश्चन करो अपने गुरु को, ना क्वेश्चन करो गुरबाणी। गुरबाणी दे एट्रीब्यूट्स जिहड़े हैं हुक्म दे, उस लोअर क्रस्ट दे जिहड़े एट्रीब्यूट्स जिहड़े आए हैं गुरबाणी विच, उन्हां नूं अपना लवो। भाई साहब भाई वीर सिंह ने दो वर्ड बड़ी बारी यूज किए हैं संध्या विच, and I'm going to say that and stop for a second though, and stop sharing the screen and ask questions though। उन्होंने एक वर्ड संस्कृत के दो वर्ड दिते हैं उन्होंने, I'm going to use a different color here ताकि ਤੁਹਾਨੂੰ क्लैरिटी हो जाए की है। एक उन्होंने वर्ड कीता है अनुकूल, ते एक वर्ड यूज किया ने प्रतिकूल। पेज नंबर आई थिंक 45 है मेरे पेज नंबर, जी संध्या की पहली वॉल्यूम विच भाई साहब जी ने बहुत खूबसूरती नाल इस चीज को समझाया। जे मेरे तो कन्विंस नहीं होए तुसी हाले तक, ते फिर उन्होंने पढ़ के कन्विंस हो जाओ। गल वही कहते पे जो मैं कह रहा, पर ओ संत पुरख ओ ब्रह्म ज्ञानी सन, उन्हों दे लेवल अलग सी। मैं तो उन्होंने को सुन सुन के जो तुहानू अगे समझा रहा सारा कुछ। प्रतिकूल दा मतलब हुंदा है ऑपोजिट चलना किसी चीज तो, अनुकूल दा मतलब हुंदा है उसदे उत्ते या उहदे पैरेलल चल के उहदे विच चलना, उहदे हिसाब दे नाल चलना। लाइफ जो उस हुक्म दियां लोअर क्रस्ट दे मर्जी दे हिसाब नाल बंदा जींदा है जदों, ते फिर हुक्म दे रस्ते विच, फिर इस रस्ते विच चलदा है, या इस ते लाइन जिहड़ी है क्लोजर आना शुरू हो जाता है। इस लाइन दे उत्ते इन्हां लाइन नूं कई वारी बहुती वारी इन्हां लाइनां नूं टच करना शुरू कर दिंदा है। जंग जिहड़े हैं, साडा गोल है कि इस लाइन दे इस मनमुख नूं इस लाइन तो हटा के क्लोज, जितना क्लोज लैके आ सका मैं इस लाइन दे उत्ते। हाँ जी, और बड़ी बारी यह भी होंदा है कि दिन विच हजारां वारी कई बारी लाइन नूं छूंदा है ते फिर दूर चला जाता है, कई बारी लाइन दे विच भी आ जाता है। कई बारी दिन च 1 घंटा इहो जिहा परमात्मा बचदा है जिहदे उत्ते उहदी मेहर होवे कि ਉਹ ਜਿਹੜੇ ਛਿਣ ਜਿਹੜੇ ਵਰਤਦਾ ਹੈ, ਜਦੋਂ ਉਹਨਾਂ ਛਿਣਾਂ ਦੇ ਵਿੱਚ ਹੁਕਮ ਦੇ ਵਿੱਚ ਆ ਜਾਂਦਾ ਬਿਲਕੁਲ, ਫਿਰ ਆਪਣੀ ਮਰਜ਼ੀ ਸੋਚਦਾ ਹੈ, ਤੇ ਆਪਣੀ ਜਦੋਂ ਮਰਜ਼ੀ ਸੋਚਦਾ ਫਿਰ ਬਾਹਰ ਚਲਾ ਜਾਂਦਾ, ਫਿਰ ਗੁਰਬਾਣੀ ਪੜ੍ਹਦਾ ਹੈ, ਫਿਰ ਕਿਸੇ ਨੂੰ ਸੁਣਦਾ ਹੈ, ਫਿਰ ਭਾਈ ਸਾਹਿਬ ਵੀਰ ਸਿੰਘ ਨੂੰ ਪੜ੍ਹਦਾ ਹੈ, ਫਿਰ ਕਨਵਿੰਸ ਹੋ ਜਾਂਦਾ, ਫਿਰ ਇਧਰ ਆ ਜਾਂਦਾ, फिर आंदा है, फिर बाहर जाता है, लेकिन गोल फिर भी इको ही है। किसी भी तरीके नाल ये रस्ता पैरल होके दे नाल आना शुरू हो जाए। ते जदों पैरल आओगे या जदों नाल मिलोगे ते हुक्म दी रजा विच चलोगे, उहदी मर्जी दे हिसाब दे नाल जीवन नूं बतीत करोगे। जो कहंदा है कि कीर्तन इंपॉर्टेंट है, गुरबाणी कहंदी है कीर्तन दी महत्व सब तो उच्चा है इस सिमरन दा रूप, तो फिर क्वेश्चन ना करे। जो डॉक्टर बन सकता है, लॉयर बन सकता है, इंजीनियर बन सकता है, तो फिर बिलावल ते कल्याण भी सीख सकता है, ऐसी गल नहीं है। फिर माली घोड़ा ते आसा भी सीख सकता है, फिर गावे उसनूं, फिर हुक्म नूं मन लवे, फिर कि हाँ जिथे मैं इतनी मेहनत कीती है सब चीज़ां करन नूं, उत्थे मेरे गुरु दा हुक्म है इन्हां रागां नूं
ਉਸ ਬਾਣੀ ਦੇ ਲਿਖੇ ਹੋਏ ਰਾਗਾਂ ਨੂੰ ਮੈਂ ਗਾਵਾਂ ਤੇ ਗਾ ਕੇ ਪ੍ਰਮਾਤਮਾ ਦੇ ਨੇੜੇ ਆਵਾਂ ਤੇ ਉਹਦੀ ਰਜ਼ਾ ਵਿੱਚ ਚੱਲੇ। ਫਿਰ ਛੋੜ ਦੇਵੇ ਆਪਣਾ ਰਸਤਾ, ਕਵੇ ਕਿ ਮੈਂ ਇਸ ਰਸਤੇ, ਇਹ ਰਸਤਾ ਨਹੀਂ ਹੈ, ਇਹ ਰਸਤਾ ਨਹੀਂ ਦਿੱਤਾ ਗਿਆ ਮੈਨੂੰ ਇਹ ਰਸਤਾ ਦਿੱਤਾ ਗਿਆ। ਔਰ ਜਿਹਦੇ ਚ ਜਿਤਨੀ ਤੁਸੀਂ ਦੂਰ ਹੋ ਉਸ ਰਸਤੇ ਤੇ, ਇਹ ਫਾਸਲਾ ਜਿਤਨਾ ਦੂਰ ਹੈ, let me use a different color again, ਇਹ ਰਸਤਾ ਜਿਤਨਾ ਦੂਰ ਹੈ, ਜਿਤਨਾ ਇਹਦੇ ਜਿਤਨਾ ਜ਼ਿਆਦਾ ਤੁਹਾਡਾ ਹੈ ਫਾਸਲਾ, ਉਤਨੇ ਤੁਹਾਡੇ ਵਿੱਚ ਹਉਮੈ ਦਾ ਲੈਵਲ ਹਾਈ ਹੈ। ਅਗਰ ਬਹੁਤ ਦੂਰ ਹੈ ਬੰਦਾ, ਮਤਲਬ ਕਰੋੜਾਂ ਮੀਲ ਦੂਰ ਹੈ ਹੁਕਮ ਤੋਂ, ਉਸ ਹੁਕਮ ਦੇ ਰਸਤੇ ਤੋਂ, ਬਿਲਕੁਲ ਹੀ ਨਹੀਂ ਹੈ ਉਹਦੇ ਰਸਤੇ ਚ ਆਉਂਦਾ, ਤੇ ਫਿਰ ਸਮਝ ਲਓ ਕਿ ਸ਼ਾਇਦ ਉਹ ਹਉਮੈ ਤੋਂ ਅੱਗੇ ਵਾਲੇ ਡਿਜ਼ੀਜ਼ ਵੀ ਲੱਗ ਗਿਆ ਉਸਨੂੰ, ਜਿਹਨੂੰ ਅਹੰਕਾਰ ਕਿਹਾ ਗਿਆ। ਸ਼ਲੋਕ ਸੰਸਕ੍ਰਿਤੀ ਵਿੱਚ ਗੁਰੂ ਅਰਜਨ ਮਹਾਰਾਜ ਦੀ ਬਾਣੀ ਹੈ, ਸ਼ਲੋਕ ਸੰਸਕ੍ਰਿਤੀ, ਤੇ ਉਹਦੇ ਵਿੱਚ ਮਹਾਰਾਜ ਇੱਕ 5 ਵਾਈਸਸ ਨੂੰ ਡਿਸਕ੍ਰਾਈਬ ਕਰਦੇ ਹਨ। ਹੁਣ ਵੀ ਤੁਸੀਂ ਬਾਣੀ ਵਿੱਚ ਅਗਰ ਜਾਓਗੇ ਤੇ ਕਾਮ ਦੀ ਡੈਫੀਨੇਸ਼ਨ ਕੀ ਹੈ, ਕ੍ਰੋਧ ਦੀ ਕੀ ਹੈ, ਲੋਭ ਦੀ ਕੀ ਹੈ, ਮੋਹ ਦੀ ਕੀ ਹੈ, ਅਹੰਕਾਰ ਦੀ ਕੀ ਹੈ, ਅਗਰ ਇੱਕ ਜਗ੍ਹਾ ਢੂੰਡਣੀ ਹੋਵੇ ਤੇ there's only one place in ਗੁਰਬਾਣੀ that you can look at। ਮੈਂ ਬੜੀ ਵਾਰੀ ਕਿਹਾ ਹੈ ਪਹਿਲੇ ਕਿ ਗੁਰੂਆਂ ਨੇ ਵਾਈਸਸ ਦੇ ਉੱਤੇ ਬਹੁਤ ਫੋਕਸ ਨਹੀਂ ਕੀਤਾ ਗੁਰਬਾਣੀ ਤੇ। ਗੁਰਬਾਣੀ ਨੇ ਚੰਗਿਆਈਆਂ ਤੇ ਫੋਕਸ ਕੀਤਾ ਹੈ, ਗੁਰਬਾਣੀ ਨੇ ਪੋਜ਼ਿਟਿਵਿਟੀ ਤੇ ਫੋਕਸ ਕੀਤਾ, ਨੈਗੇਟਿਵਿਟੀ ਤੇ ਬਹੁਤਾ ਫੋਕਸ ਨਹੀਂ ਕੀਤਾ ਉਹਨਾਂ ਨੇ। ਉਹਨਾਂ ਦਾ ਮਤਲਬ ਇਹ ਸੀ ਕਿ ਨੈਗੇਟਿਵਿਟੀ ਤੇ ਬਹੁਤਾ ਫੋਕਸ ਨਹੀਂ ਕਰਨਾ, ਕਿਉਂਕਿ ਪੋਜ਼ਿਟਿਵਿਟੀ ਆਏਗੀ ਤੇ ਨੈਗੇਟਿਵਿਟੀ ਖੁਦ ਬ ਖੁਦ ਚਲੀ ਜਾਏਗੀ ਨਾਲੋਂ ਨਾਲ। ਤੇ ਉੱਥੇ ਅਹੰਕਾਰ ਦੀ ਡੈਫੀਨੇਸ਼ਨ ਆਈ ਹੈ, ਉੱਥੇ ਤੁਸੀਂ ਪੜ੍ਹ ਲੈਣਾ ਆਪੇ, ਮੈਨੂੰ ਸ਼ਲੋਕ ਨੰਬਰ ਨਹੀਂ ਯਾਦ, somebody can pull it up and tell them what the ਸ਼ਲੋਕ ਨੰਬਰ is। ਤੇ ਉੱਥੇ ਵਰਡ ਅਹੰਕਾਰ ਤੇ ਵਰਡ ਆਇਆ ਹੈ ਅਸਾਧਯ ਰੋਗਿਅਮ, ਵਰਡ ਆਏ ਹਨ ਗੁਰਬਾਣੀ ਵਿੱਚ। ਸ਼ਲੋਕ ਸੰਸਕ੍ਰਿਤ ਚ ਆਇਆ, ਤੁਸੀਂ ਖੁਦ ਪੜ੍ਹ ਸਕਦੇ ਹੋ, ਗੁਰੂ ਅਰਜਨ ਪਿਤਾ ਦੀ ਦਿੱਤੀ ਹੋਈ ਬਾਣੀ। ਅਸਾਧਯ ਦਾ ਮਤਲਬ ਹੁੰਦਾ ਜਿਹਦੀ ਕੋਈ ਦਵਾਈ ਨਾ ਹੋਵੇ। ਇਹੋ ਜਿਹਾ ਕੈਂਸਰ ਹੋਵੇ ਜਿਹੜਾ ਸਰੀਰ 'ਚ ਇਹੋ ਜਿਹਾ ਫੈਲਿਆ ਹੋਵੇ ਕਿ ਡਾਕਟਰ ਕਹਿ ਦਿੰਦੇ ਅਸੀਂ ਕੁਝ ਨਹੀਂ ਕਰ ਸਕਦੇ ਹੁਣ ਤੇਰਾ, ਹੈ ਜੀ। ਤਾਂ ਕਹਿਣਗੇ ਕੀ ਕਰ ਸਕਦੇ ਹੋ, ਕਹਿੰਦੇ ਨੇ ਅੱਗੇ ਲਿਖਿਆ ਹੈ ਵੈਦਯੰ ਪਾਰਬ੍ਰਹਮ ਪਰਮੇਸ਼ਰ, ਸ਼ਲੋਕ ਸੰਸਕ੍ਰਿਤ ਚ ਵਰਡ ਆਏ ਹਨ। ਵੈਦ ਮਤਲਬ ਹੁੰਦਾ ਡਾਕਟਰ, ਇੱਕੋ ਹੀ ਵੈਦ ਹੁਣ ਤੇਰਾ ਰਹਿ ਗਿਆ, ਉਹ ਪਰਮਾਤਮਾ ਜੋ ਤੇਰੇ ਵਾਸਤੇ ਕੁਝ ਕਰ ਸਕਦਾ ਹੋਏ। ਅਹੰਕਾਰ ਵਾਲੇ ਦਾ ਰਸਤਾ ਬਹੁਤ ਔਖਾ ਹੈ। ਤੇ ਤੁਸੀਂ ਆਪਣੇ ਰਸਤੇ ਦੇਖ ਸਕਦੇ ਹੋ ਕਿ ਮੈਂ ਕਿਤਨਾ ਇਸ ਰਸਤੇ ਦੇ ਨੇੜੇ ਹਾਂ, ਹਾਂਜੀ। ਮੇਰੀ ਜੀਵਨ 'ਚ ਕਿਤਨੀ ਕੋਈ ਸੇਵਾ ਹੈ, ਕਿਤਨੇ ਲੋਕਾਂ ਦੀ ਹੈਲਪ ਕੀਤੀ ਹੈ ਮੈਂ, ਕਿਤਨੇ ਲੋਕਾਂ ਨੂੰ, ਕਿਤਨੇ ਗਰੀਬਾਂ ਨੂੰ ਪੜ੍ਹਾਇਆ ਹੈ, ਕਿਤਨੇ ਭੁੱਖਿਆਂ ਨੂੰ ਰੋਟੀ ਖਵਾਈ ਹੈ, ਕਿਤਨੇ ਸਕੂਲ ਮੈਂ ਚਲਾਏ ਹਨ, ਕਿਤਨੀ ਕੁ ਸੇਵਾ ਕਰਦਾ ਹਾਂ, ਕਿਤਨੀ ਵਾਰੀ ਹਸਪੀਟਲ ਜਾ ਕੇ ਦੁੱਖ ਵੰਡਦਾ ਹਾਂ, ਕੰਪੈਸ਼ਨੇਟ ਹਾਂ ਕਿ ਨਹੀਂ ਹਾਂ, ਮੇਰੇ ਅੰਦਰ ਸੱਚ ਕਿਤਨਾ ਕੁ ਹੈ, ਮੈਂ ਕਿਤਨੀ ਮੇਰੀ ਟਰੂਥਫੁਲ ਲਿਵਿੰਗ ਹੈ। ਮੈਂ ਟੈਕਸ ਰਿਟਰਨ ਜਦੋਂ ਭਰਦਾ ਤੇ ਮੈਂ ਓਨੈਸਟੀ ਨਾਲ ਲਿਖਦਾ ਕਿ ਗੁਰਦੁਆਰੇ ਦੇ ਨਾਮ $500 ਤੇ ਲਿਖਦਾ 5000, ਮੈਂ ਕੀ ਹਾਂ, ਮੇਰਾ ਜੀਵਨ ਕਿਹੋ ਜਿਹਾ ਹੈ, ਮੈਂ ਝੂਠਾ ਹਾਂ, ਸੱਚਾ ਹਾਂ, ਕਿਤਨੀ ਵਾਰੀ ਸੱਚਾ ਹਾਂ, ਕਿਤਨੀ ਵਾਰੀ ਝੂਠਾ ਹਾਂ, ਮੈਂ ਕਿਤਨਾ ਹੁਕਮ ਦੇ ਨੇੜੇ ਹਾਂ, ਮੇਰੇ ਕਿਤਨੀ ਫੋਰਗਿਵਨੈਸ ਹੈ ਮੇਰੇ 'ਚ, ਮੇਰੇ ਨਿਮਰਤਾ ਲੈਵਲ ਕੀ ਹੈ ਮੇਰੇ 'ਚ, ਕਿ ਮੈਂ ਆਪਣੇ ਆਪ ਨੂੰ ਬੜਾ ਉੱਚਾ ਸਮਝਦਾ ਅੰਦਰੋਂ, ਮੈਂ ਕਿੱਥੇ ਆ ਮੈਂ। ਜੇ ਤੇ ਆਨਸਰ ਸਾਰੇ ਰਾਈਟ ਡਾਇਰੈਕਸ਼ਨ ਤੇ ਆ ਰਹੇ, ਇਹ ਮਤਲਬ ਤੁਸੀਂ ਉਸ ਲਾਈਨ ਦੇ ਨੇੜੇ ਹੋ ਕਿਧਰੇ, ਤੇ ਜੇ ਆਨਸਰ ਨਹੀਂ ਆ ਰਹੇ ਲਾਈਨ ਡਾਇਰੈਕਸ਼ਨ ਵਿੱਚ, ਤਾਂ ਫਿਰ ਅਗਰ ਦੂਰ ਵਾਲੇ ਰਸਤੇ 'ਚ ਹੋਇਆ ਤਾਂ ਫਿਰ ਇਸ਼ੂਜ਼ ਹੈ। ਫਿਰ ਜਪਜੀ ਦੀ ਪੌੜੀ ਉਹਨਾਂ ਤੇ ਲਾਗੂ ਹੈ ਜਿਹੜੇ ਇਸ ਰਸਤੇ ਤੇ, ਜਿਹੜੀ ਉਹਦੀ ਰਜ਼ਾ ਵਿੱਚ ਚੱਲ ਸਕਦੇ ਹਨ। ਰਜ਼ਾ ਉਹਦੀ ਖੁਸ਼ੀ ਹੈ, ਜਿਹੜੀ ਉਹਦੀ ਖੁਸ਼ੀ ਲੈ ਸਕਦੇ ਹਨ। ਹੁਣ ਦੇਖੋ, ਤੁਸੀਂ ਕਿਸੇ ਦੀ ਖੁਸ਼ੀ ਲੈਣੀ ਹੋਵੇ ਤੇ ਕੀ ਕਰੋਗੇ? ਉਹਦੀ ਖੁਸ਼ੀ ਲੈਣੀ ਹੋਵੇ ਤੇ ਉਸ ਹਿਸਾਬ ਨਾਲ ਗੱਲ ਕਰੋਗੇ, ਉਸ ਹਿਸਾਬ ਨਾਲ ਜੀਵਨ ਜੀਓਗੇ ਨਾ, ਹੈ ਨਾ। ਆਪਣੇ ਮਾਤਾ ਪਿਤਾ ਦੀ ਖੁਸ਼ੀ ਲੈਣੀ ਹੋਵੇ ਤੇ ਬੰਦਾ ਕੀ ਕਰਦਾ, ਜੋ ਕਹਿੰਦੇ ਨੇ ਮੰਨ ਜਾਵੇ ਤੇ ਖੁਸ਼ੀ ਹੁੰਦੀ ਹੈ ਉਹਨਾਂ ਦੀ। ਜੇ ਬਾਸ ਦੀ ਖੁਸ਼ੀ ਲੈਣੀ ਹੋਵੇ, ਜੇ ਤਰੱਕੀ ਕਰਨੀ ਹੋਵੇ, ਜੇ ਪ੍ਰੋਗਰੈਸ ਕਰਨੀ ਹੋਵੇ, ਫਿਰ ਉਸ ਹਿਸਾਬ ਨਾਲ ਕੰਮ ਕਰੇ, ਵਰਕ ਹਾਰਡ ਐਂਡ ਵਰਕ ਅਕੋਰਡਿੰਗ ਟੂ ਹਿਸ ਵਿਲ, ਤੇ ਜੇ ਆਪਣੀ ਮਰਜ਼ੀ ਮਾਰਨੀ ਹੋਵੇ ਤਾਂ ਫਿਰ ਉਹਦੀ ਖੁਸ਼ੀ ਨਹੀਂ ਲੈ ਸਕਦੇ ਤੁਸੀਂ। ਤੇ ਜਿਹਦਾ ਗੋਲ ਹੀ ਨਹੀਂ ਹੈ ਪਰਮਾਤਮਾ ਨੂੰ ਮਿਲਣਾ, ਉਹਦੇ ਵਾਸਤੇ ਜਪਜੀ ਨਹੀਂ ਹੈ। ਬਾਏ ਦਾ ਵੇ, ਜਿਹੜਾ ਗੋਲ ਹੈ ਸਟੇਟਸ ਕੋ ਤੇ ਰਹਿਣਾ, ਉਹਦੇ ਜਪਜੀ ਕੀ ਕਰੇਗੀ? ਉਹ ਤੇ ਖਾਲੀ ਜਪਜੀ ਦੇ ਸਵੇਰੇ ਪਾਠ ਕਰਦਾ ਪਿਆ, ਉਹਨੂੰ ਨਾਨਕ ਭਗਤਾ ਸਦਾ ਵਡਾਸ ਸੁਣੇ ਦੁੱਖ ਪਾਪ ਦਾ ਨਾਸ ਨਾਲ ਕੋਈ ਮਤਲਬ ਨਹੀਂ ਹੋਗਾ, ਕਿਉਂਕਿ ਉਹਨੇ ਦੁੱਖ ਪਾਪ ਦਾ ਨਾਸ ਹੀ ਨਹੀਂ ਕਰਨਾ। ਉਹਨੂੰ ਸਟ੍ਰੈਸ ਪਸੰਦ ਹੈ, ਉਸਨੂੰ ਮਨਮੁਖ ਵਾਲਾ ਰਸਤਾ ਪਸੰਦ ਹੈ, ਉਹ ਖੁਸ਼ ਹੈ ਆਪਣੇ ਰਸਤੇ ਵਿੱਚ, ਜੋ ਕਰਦਾ ਕਰਨਾ ਪਿਆ ਰਸਤੇ ਵਿੱਚ। ਜੀ, I want to stop here for a second, though ਬੜਾ ਕੁਝ ਕਹਿ ਗਿਆ ਮੈਂ। This is a tough topic to discuss, it's not easy topic to grasp, I'm still not done with it. A few more things to talk about though.
बट बेसिक ਜਿਹੜਾ ਮੈਸੇਜ ਜਿਹੜਾ ਇਸ ਪੌੜੀ ਦਾ ਇਹ ਹੈ ਕਿ ਆਪਣੀ ਲਾਈਫ ਨੂੰ ਐਕਟਿਵਲੀ ਉਸ ਪਾਸੇ ਲੈ ਕੇ ਆਉਣਾ ਹੈ, ਪੈਸਿਵਲੀ ਨਹੀਂ ਲੈ ਕੇ ਆਉਣਾ। ਪੈਸਿਵ ਤੇ ਐਕਟਿਵ 'ਚ ਕੀ ਫਰਕ ਹੈ? ਪੈਸਿਵ ਤੇ ਐਕਟਿਵ 'ਚ ਫਰਕ ਹੈ, ਐਕਟਿਵ ਹੁੰਦਾ ਆਪਣੇ ਆਪ ਨੂੰ ਉਸ ਤਰਫ ਹੋੜਨਾ, ਆਪਣੇ ਮਨ ਨੂੰ ਮਨਾ ਕੇ ਉਸ ਤਰਫ ਲੈ ਕੇ ਆਉਣਾ। ਤੇ ਪੈਸਿਵ ਦਾ ਮਤਲਬ ਹੁੰਦਾ ਹੈ ਜੇ ਆਏ ਤੇ ਆਏ, ਨਹੀਂ ਆਏ ਤੇ ਨਹੀਂ ਆਏ, ਕੋਈ ਗੱਲ ਨਹੀਂ ਹੈ। ਜੇ ਪਾਠ ਕਰ ਸਕਿਆ ਤੇ ਕਰ ਸਕਿਆ, ਨਹੀਂ ਹੈ ਤੇ ਕੋਈ ਗੱਲ ਨਹੀਂ। ਜੇ ਕੀਰਤਨ ਸਿੱਖਣ ਦਾ ਟਾਈਮ ਹੋਏਗਾ ਤੇ ਸਿੱਖਾਂਗੇ, ਬਾਕੀ ਵਾਲੀ ਲਾਈਫ ਬੜੀ ਬਿਜ਼ੀ ਹੈ, ਜਦੋਂ ਨਹੀਂ ਹੋਏਗਾ ਤੇ ਨਹੀਂ ਸਿੱਖਾਂਗੇ। ਜਦੋਂ ਆਸਾ ਗਾਵਾਂਗੇ ਜਦੋਂ ਟਾਈਮ ਹੋਏਗਾ, ਤੇ ਜਦੋਂ ਨਹੀਂ ਹੋਏਗਾ ਤੇ ਨਹੀਂ ਕਰਾਂਗੇ। ਆਸਾ ਦੀ ਵਾਰ ਦੇ ਟਿੱਕੇ ਕਿਉਂ ਪੜਾ ਮੈਂ ਕਿਉਂ ਸਮਝਾ ਆਸਾ ਦੀ ਵਾਰ? ਜਦੋਂ ਟਾਈਮ ਆਏਗਾ ਜਾਂ ਜਦੋਂ ਮੇਰੇ ਕੋਲ ਹੋਰ ਕੁਝ ਕਰਨ ਦਾ ਨਹੀਂ ਹੋਏਗਾ, ਫਿਰ ਮੈਂ ਕਰਾਂਗਾ ਇਹ ਕੰਮ। ਉਹ ਪੈਸਿਵ ਪਰਸੂਟ ਹੈ ਕਿ ਮੇਰਾ ਇੰਟਰਸਟ ਹੈ ਪਰ ਹਾਲੇ ਮੇਰੇ ਕੋਲ ਟਾਈਮ ਨਹੀਂ। ਪਰ ਇੱਕ ਐਕਟਿਵ ਪਰਸੂਟ ਹੈ, ਜੇ ਬਾਸ ਕਵੇ ਕੁਝ, ਹੈ ਨਾ, ਜੇ ਕੋਈ ਇਹ ਜਿਹੀ ਗੱਲ ਆ ਜਾਵੇ, ਜੇ ਤੁਹਾਡੀ ਜੌਬ ਆ ਜਾਵੇ ਲਾਈਨ ਤੇ ਬਾਸ ਕਹੇ ਜੀ ਤੁਹਾਡਾ 8 ਵਜੇ ਦਾ ਟਾਈਮ ਨਹੀਂ, ਹੁਣ ਸਵੇਰੇ 6 ਵਜੇ ਤੋਂ ਲੈ ਕੇ ਤੁਸੀਂ ਆਉਣਾ ਸਵੇਰੇ ਤੇ ਆਫਿਸ, ਤੇ ਬੰਦਾ ਕਹਿੰਦਾ ਮੈਂ ਕਦੋਂ ਪਹੁੰਚ ਜਾਵਾਂਗਾ। ਤੁਸੀਂ ਹੁਕਮ ਕਰਕੇ ਦੇਖੋ ਤਾਂ ਸਹੀ, ਕਿਉਂ? ਜੇ ਨਹੀਂ ਕੀਤਾ ਤੇ ਮੁਸ਼ਕਿਲ ਹੈ ਬੜੀ। ਪਰ ਇੱਥੇ ਪ੍ਰਮਾਤਮਾ ਤੇ ਬੜਾ ਕੰਪੈਸ਼ਨੇਟ ਹੈ ਨਾ, ਇੱਥੇ ਤੇ ਕੁਝ ਨਹੀਂ ਕਹਿਣਾ ਅੱਗੋਂ। ਇੱਥੇ ਤੇ ਇਹ ਨਹੀਂ ਕਿ ਤੇ ਨਹੀਂ ਉਠਾਂਗਾ ਸਵੇਰੇ ਜਾਂ ਨਹੀਂ ਕਰਾਂਗਾ ਕੁਝ ਤੇ ਮੈਂ ਰੋਟੀ ਪਾਣੀ ਬੰਦ ਹੋ ਜਾਏਗੀ ਮੇਰੀ। ਹਾਂ, ਇੱਕ ਗੱਲ ਯਾਦ ਰੱਖਣਾ, ਅੱਗੇ ਜਾ ਕੇ ਵਰਡ ਆਣਗੇ ਉਹ ਵੀ ਕਿ ਕਰਮੀ ਆਵੇ ਕੱਪੜਾ ਤੇ ਨਦਰੀ ਮੁਖ ਦੁਆਰ, ਉਹ ਵੀ ਲਾਈਨਾਂ ਅੱਗੇ ਆਣਗੀਆਂ। ਕੱਪੜੇ ਲੈਣ ਵਾਸਤੇ ਤੇ ਕੱਪੜਾ ਵੀ ਲੈਣਾ ਹੈ ਤੇ ਫਿਰ ਠੀਕ ਹੈ ਜੀ, ਕੱਪੜੇ ਵਾਸਤੇ ਤੇ ਕੋਈ ਪ੍ਰੋਬਲਮ ਨਹੀਂ ਹੈ, ਮਟੀਰੀਅਲ ਪੋਜੀਸ਼ਨ ਦੇ ਕੋਈ ਇਸ਼ੂ ਨਹੀਂ ਹੈ। ਇੱਥੇ ਹਾਇਰ ਲੈਵਲ ਦੀਆਂ ਪੋਜੀਸ਼ਨ ਤੇ ਇਹ ਹੀਰੇ ਮੋਤੀ ਹਨ, ਕੰਕੜ ਨਹੀਂ ਹਨ, ਪੱਥਰ ਨਹੀਂ ਹਨ ਜਿਹੜੇ ਮਿਲਦੇ ਹਨ ਇਸ ਰਸਤੇ ਤੇ। ਜਿਨ੍ਹਾਂ ਨੂੰ ਹੀਰਿਆਂ ਨੂੰ ਚੁਣਨਾ ਹੈ, ਇਹ ਉਹਨਾਂ ਵਾਸਤੇ ਹੈ। ਤੇ ਜੇ ਉਹ ਕੌਣ ਹਨ? ਉਹ ਅਮੁੱਲ ਹਨ। ਆਪ ਵੀ ਅਮੁੱਲ ਹੈ, ਅਮੁੱਲ ਦੇ ਉੱਤੇ ਪੂਰੀ ਆਏਗੀ ਅੱਗੇ ਜਾ ਕੇ, ਪੂਰਾ ਪੌੜੀ ਹੈ ਅਮੁੱਲ ਦੇ ਉੱਤੇ, ਕਿਉਂਕਿ ਉਹ ਆਪ ਅਮੁੱਲ ਹੈ ਤੇ ਅਮੁੱਲ ਆਵੇ, ਅਮੁੱਲ ਲੈ ਜਾਵੇ। ਉਹ ਫਿਰ ਅਮੁੱਲ ਅਵਸਥਾ ਨੂੰ ਇਕੱਠਾ ਕਰਦੇ ਹਨ, ਕਿਉਂਕਿ ਉਹ ਹੁਕਮ ਦੇ ਉਸ ਰਸਤੇ ਨੂੰ ਪਛਾਣਦੇ ਹਨ, ਉਸ ਨੂੰ, ਤੇ ਆਪਣੀ ਰਜ਼ਾ ਨੂੰ, ਆਪਣੀ ਖੁਸ਼ੀ ਨੂੰ ਉਹਦੀ ਖੁਸ਼ੀ ਵਿੱਚ ਮਿਲਾ ਲੈਂਦੇ ਹਨ। ਆਪਣੀ ਖੁਸ਼ੀ ਨੂੰ ਅੱਗੇ ਨਹੀਂ ਰੱਖਦੇ, ਉਹਦੀ ਖੁਸ਼ੀ ਨੂੰ ਅੱਗੇ ਰੱਖਦੇ ਹਨ। ਮੈਂ ਹੁਣ ਸਟਾਪ ਹੇਅਰ ਫॉर ਅ ਸੈਕਿੰਡ ਦੋ ਐਂਡ ਸੀ ਇਫ ਮੈਂ ਜੋ ਗੱਲਾਂ ਹੁਣ ਤੱਕ ਕਿਤਨੀ ਗੱਲ ਕਰ ਆਇਆ ਹਾਂ, कितनी कुछ समझ आई है और कितनी कुछ नहीं समझ आई है, कितने इश्यूज हैं हाल ही समझ। Unmute yourself Ji and ask the question. See, there's an echo in the sound. I don't know if everybody else has it or is it just us. We tried 2 different computers. The sound is not coming very clear. Yeah, but everybody is muted. I don't know why it's doing that. Now it is better. Everybody should be muted. Guys, Dr. Saab, everything was, I know there was an echo. So there was somebody who was unmuted. So we we checked on that, but everything was okay. So even now is the same thing which is Narendra which hun bhi hoyi hai. It's fine now. तो शायद कोई unmuted होगा, मेरे I hope मेरे कंप्यूटर तो ना आ रही होवे। Virji, it is echoing and it's kind of like scratchy, kind of like, अगर मैं अनम्यूट, मैं अपने आप को म्यूट कर दा, तुसी हुन बोलो आपस च गल करो, देखो आंदी कि नहीं आंदी। If that is if come because of me, then I am the culprit now. Hold on. Can everyone hear me? Yep. How's that sound? No, sounds fine. Sounds good. ਤੁਸੀਂ ਕਹੋ ਜਸਪਾਲ, ਤੁਸੀਂ ਥੋੜੀ ਦੇਰ ਬੋਲੋ, ਥੋੜਾ ਇੱਕ sentence ਬੋਲੋ। Virji, I actually wanted to connect some concepts. You're coming off, your sound coming off clear, yeah. Surinder Virji, I think it's with your system. Either your mic. I didn't do anything different than what I do every time. I'm not a technical expert. तो मैं कुछ different नहीं कीता, जो हमेशा करता वही करता है इस बारी। What should I do now? मैंने कोई भी echo नहीं आई जी पूरा time किसी तो में। I know the echo is not quite an echo. Maybe 5-10 minutes were a little echoish. भी echo है इस बार जो बोल रहा हूँ मैं। नहीं होन ठीक है। क्या पीछे दी गल, चलो let's talk about now the important stuff. So Virji, I wanted to connect a concept, and the concept is Nam is this self-sustaining energy. Right? Not self-sustaining, neither created nor destroyed. It is just there, right? Nam. For scientists,
we want to explain everything. No matter what it is, we want to explain it. Now, if you connect this with hukam, the earth rotates a certain way, we rotate around the sun, and we have equations for this. But it only takes us to the equation. What we don't see is why is the equation there? Yeah. Right? So that is actually hukam. The equation is there. We've just tried to make it human and try to understand it. That's it. And what I'm saying is it's so the leap from understanding an equation to hukam is still more than a lifetime. Thank you, Vij. That's a very good way to put it. I never thought of it that way, but you're right though. So, but if I take it further, the equation ਦੇ lower level ਦੇ ਉਸ ਵੱਡੇ system ਦੇ ਵਿੱਚ ਉਹਦੀ ਮਰਜ਼ੀ ਨੂੰ ਜਾਣਨਾ, ਉਹਦੀ ਰਜ਼ਾ ਨੂੰ ਜਾਣਨਾ, ਉਹਦੀ ਖੁਸ਼ੀ ਨੂੰ ਪਹਿਚਾਨਣਾ, ਉਹ ਵੀ ਕੋਈ ਗਾਰੰਟੀ ਨਹੀਂ ਹੈ ਕਿ ਉਹਦੀ ਖੁਸ਼ੀ ਨੂੰ ਜਾਣ ਕੇ ਉਸ ਹਿਸਾਬ ਨਾਲ ਕਰਨ ਨਾਲ ਉਹਦੇ ਰਿਜ਼ਲਟਸ ਗਾਰੰਟੀਡ ਆਣਗੇ, ਉਹਦਾ ਵੀ ਕੋਈ ਨਹੀਂ ਹੈ ਕੁਝ ਵੀ। ਬਟ ਤੁਸੀਂ ਇਹ ਹੈ ਕਿ ਕਿਤੇ ਉੱਪਰ ਕਰ ਲਈਏ, ਖੁਸ਼ੀ ਹੈ ਕਿ ਤਾਂ ਜੇ ਉਹਦੀ ਖੁਸ਼ੀ ਵਿੱਚ ਆਪਣੀ ਖੁਸ਼ੀ ਨੂੰ ਮਹਿਸੂਸ ਕਰੋ। ਜਿਨ੍ਹਾਂ ਨੇ ਕੀਤਾ ਹੈ ਉਹਨਾਂ ਨੇ ਸੁਖ ਪਾਇਆ ਹੈ, ਜਿਨ੍ਹਾਂ ਨੇ ਆਪਣੀ ਲਾਈਫ ਨੂੰ ਉਸ ਹਿਸਾਬ ਨਾਲ ਜੀਆ ਹੈ ਕਿ ਉਹਦੀ ਖੁਸ਼ੀ ਨੂੰ ਮੰਨਿਆ ਹੈ, ਉਹਦੀ ਖੁਸ਼ੀ ਨੂੰ ਜਾਣਿਆ ਹੈ, ਉਹਦੀ ਮਰਜ਼ੀ ਨੂੰ ਮੰਨਿਆ ਹੈ, ਉਹਦੀ ਮਰਜ਼ੀ ਨੂੰ ਜਾਣਿਆ ਹੈ, ਉਹਦੀ ਮਰਜ਼ੀ ਨਾਲ ਜੀਵਨ ਨੂੰ ਬਤੀਤ ਕੀਤਾ ਹੈ। ਜਨਰਲੀ ਸਪੀਕਿੰਗ ਉਹਨਾਂ ਬੰਦਿਆਂ ਨੂੰ ਪਰਮਾਤਮਾ ਦੀ ਜਿਹੜੀ ਉਹ ਵੱਡੀ ਰੋਸ਼ਨੀ ਜਿਹੜੀ ਹੈ ਨਾਮ ਵਾਲੀ, ਉਸ એનર્ਜੀ ਨੂੰ ਬੈਟਰ ਐਕਸਪੀਰੀਅੰਸ ਕਰ ਪਾਏ ਇਹਨੂੰ। ਤੇ ਜਪਜੀ ਦੀਆਂ ਪਹਿਲੀ ਪੌੜੀਆਂ ਵਿੱਚ ਬਿਲਕੁਲ ਟੋਨ ਸੈੱਟ ਹੈ ਬਿਲਕੁਲ। ਹੁਣ ਉਹ ਅਗਲੀਆਂ ਪੌੜੀਆਂ ਦੀ ਕੋਈ ਤੁਸੀਂ ਸਮਝ ਲਓ ਵੀ ਹੁਣ ਅਗਲੀਆਂ ਪੌੜੀਆਂ ਹੁਕਮ ਦੀ ਰਜ਼ਾ ਵਿੱਚ ਕਿਵੇਂ ਚੱਲਣਾ ਹੈ ਉਹਦੇ ਉੱਤੇ ਫੋਕਸਡ ਹਨ ਸਾਰੀਆਂ, यानी फिर स्टेप्स ही समझाए हैं, गाविए सुनिए मन रखिए भाव, सारे स्टेप्स अगे आएंगे सारे, है जी, कि उस रजा विच किन चलना है, उदी खुशी नु किन मारना है। बट थैंक यू Vij ji, that is good, what you just said makes sense to me। हाँ जी, anybody else? Vij ji, I have a question, Veer ji। हाँ जी, कि जो हो रहा है वो हुक्म नहीं हैगा। नहीं, जो हो रहा है वो हुक्म है, बट जो हो रहा है वो एज आई सेड वो डीपर लेवल ऑफ क्रस्ट का हुक्म है जी। सो उस हुक्म ਨੂੰ ਪ੍ਰਵਾਨ ਕਰਨ ਵਾਸਤੇ let me say the correct way तो सो पहला लेवल है अपनी लाइफ ਨੂੰ ਉਹਦੇ ਹੁਕਮ ਵਿੱਚ ਢਾਲਣਾ ਔਰ ਉਹਦੀ ਮਰਜ਼ੀ ਹਿਸਾਬ ਨਾਲ ਜੀਣਾ। ਸੈਕੰਡ ਲੈਵਲ ਹੈ ਜਿਹੜਾ ਮੋਰ ਗਿਆਨ ਖੰਡੀ, ਇਹ ਗਿਆਨ ਖੰਡ ਵਾਲਾ ਹੁਕਮ ਹੈ ਅਗਲਾ ਲੈਵਲ ਦਾ। ਫਿਰ ਉਹ ਬੰਦਾ ਜਦੋਂ ਆਪਣੇ ਆਪ ਨੂੰ ਉਹਦੇ ਵਿੱਚ ਢਾਲ ਲੈਂਦਾ ਹੈ ਤੇ ਸਡਨਲੀ ਵੀਰ ਜੀ ਉਸਨੂੰ ਜੋ ਹੋ ਰਿਹਾ ਨਾ ਉਹਦੇ ਨਾਲ, ਜੋ ਉਹਦੇ ਨਾਲ ਮਹਿਸੂਸ ਹੋ ਰਿਹਾ ਜਾਂ ਜੋ ਉਹਦੇ ਨਾਲ ਵਾਪਰ ਰਿਹਾ ਹੈ, ਸਡਨਲੀ ਉਹ ਫੀਲ ਕਰਦਾ ਕਿ ਠੀਕ ਵਾਪਰ ਰਿਹਾ ਮੇਰੇ ਨਾਲ, ਉਹਨੂੰ ਉਹਦੇ 'ਚ ਕੋਈ ਖਰਾਬੀ ਨਜ਼ਰ ਨਹੀਂ ਆਉਂਦੀ। ਇਨਫੈਕਟ ਉਹ ਖੁਸ਼ੀ ਮਹਿਸੂਸ ਕਰਦਾ ਹੈ ਕਿ ਇਹ ਜੋ ਮੇਰੇ ਨਾਲ ਤੁਸੀਂ ਇੰਨਾ ਚੰਗਾ ਕਿਉਂ ਕਰ ਰਹੇ ਹੋ, ਤੁਸੀਂ ਮੇਰੇ ਨਾਲ ਜੋ ਮੇਰੇ ਨਾਲ ਕਰ ਰਹੇ ਹੋ ਬਿਲਕੁਲ ਇਹ ਇਸ ਤੋਂ ਬੈਸਟ ਹੋ ਹੀ ਨਹੀਂ ਸਕਦਾ ਕਦੀ। ਲੇਕਿਨ ਉਹ ਲੈਵਲ ਜਿਹੜਾ ਨਾ ਉਸਨੂੰ ਗੁਰਬਾਣੀ ਵਿੱਚ ਵਰਡ ਭਾਣਾ ਵੀ ਬੜੀ ਵਾਰੀ ਆਇਆ, ਵਰਡ ਭਾਣੇ ਵਿੱਚ ਚੱਲਣਾ ਜਾਂ ਭਾਣੇ ਨੂੰ ਭਾਣਾ ਮਤਲਬ ਹੁੰਦਾ ਹੈ ਉਹਦੀ ਜੋ ਹੋ ਰਿਹਾ ਤੁਹਾਡੇ ਆਸ-ਪਾਸ ਉਸਨੂੰ ਐਕਸੈਪਟ ਕਰਨਾ ਖੁਸ਼ੀ ਨਾਲ। ਲੇਕਿਨ ਭਗਤ ਜਨ ਦੇ ਫਰਕ ਇਹ ਹੈ ਵੀਰ ਜੀ, ਕਿਉਂਕਿ ਉਹਨਾਂ ਨੇ ਉਸ ਅਪਰਲੀ ਕ੍ਰਸਟ ਦੇ ਹੁਕਮ ਨੂੰ ਕਿਉਂਕਿ ਆਪਣੀ ਲਾਈਫ ਨੂੰ ਢਾਲਿਆ ਹੋਇਆ ਉਸ ਤਰ੍ਹਾਂ, ਉਸਨੂੰ ਉਹਨਾਂ ਨੂੰ ਜੋ ਉਹਦੇ ਨਾਲ ਜੋ ਬੀਤ ਰਿਹਾ ਉਹਨਾਂ ਨਾਲ ਜੋ ਉਹਨਾਂ ਨਾਲ ਹੋ ਰਿਹਾ ਹੈ, ਉਹਨਾਂ ਨੂੰ ਉਹ ਚੀਜ਼ ਜਿਹੜੀ ਬਹੁਤ ਅੱਛੀ ਲੱਗਦੀ ਹੈ, ਉਹਦੇ ਵਿੱਚ ਉਹ ਖੁਸ਼ੀ ਤੇ ਮਾਣ ਮਹਿਸੂਸ ਕਰਦੇ ਹਨ ਉਹਦੇ ਵਿੱਚ ਉਸਨੂੰ। ਇਸੇ ਵਾਸਤੇ ਤੱਤੀਆਂ ਤਵੇ ਤੇ ਵੀ ਤੱਤੀਆਂ ਤਵੀਆਂ ਤੇ ਪਾੜਦੀਆਂ ਤੇ ਮਾਣ ਮਹਿਸੂਸ ਕਰਦੇ ਹਨ, ਨਹੀਂ ਮਹਿਸੂਸ ਹੁੰਦੀ ਕੋਈ ਗੜਬੜ ਕੰਮ। ਵੱਡੇ ਘੱਲੂਘਾਰੇ ਦੇ 70,000 ਸਿੰਘ ਸ਼ਹੀਦ ਹੋ ਜਾਂਦੇ ਹਨ। ਉਹ ਨਿਹੰਗ ਸਿੰਘ ਹੁਕਮ ਵੀ ਸੀ ਜਿਹਨੇ ਆਪਣੇ ਕਛਹਿਰਾ ਉੱਪਰ ਕਰਕੇ ਕਹਿ ਦਿੱਤਾ ਖਾਲਸਾ ਜੀ ਕਿਸੇ ਗੱਲ ਦੀ ਫਿਕਰ ਨਹੀਂ, ਖੋਟ ਗਿਆ ਹੈ ਖਾਲੀ ਹਲੇ, ਹਾਂਜੀ ਉਹ ਮਾਣ ਮਹਿਸੂਸ ਕੀਤਾ ਉਹਨਾਂ ਨੇ। ਪਰ ਉਹ ਕਿਸੇ ਉਹ ਦੇਖਦੇ ਨਹੀਂ ਵੀ ਕੀ ਹੈ ਕੀ ਨਹੀਂ ਹੈ, ਕੀ ਨਹੀਂ ਕਰਦੇ, ਉਹ ਪਛਾਣਦੇ ਹਨ ਉਸ ਵੱਡੇ ਸਿਸਟਮ ਨੂੰ, ਉਸ ਵੱਡੇ ਸਿਸਟਮ ਨਾਲ ਉਹਨਾਂ ਦੀ ਮੁਲਾਕਾਤ ਹੈ। ਸੋ ਪਹਿਲਾ ਸਟੈਪ ਇਹ ਨਹੀਂ ਹੈ ਕਿ ਆਪਣੇ ਆਪ ਨੂੰ ਕਨਵਿੰਸ ਕਰ ਲੈਣਾ ਕਿ ਜੋ ਹੋ ਰਿਹਾ ਮੇਰੇ ਨਾਲ ਠੀਕ ਹੋ ਰਿਹਾ, ਮੇਰੇ ਨਾਲ ਠੀਕ ਹੈ ਹੋ ਰਿਹਾ, ਲੇਕਿਨ ਆਪਣੇ ਆਪ ਨੂੰ ਕਨਵਿੰਸ ਕਰਨ ਤੋਂ ਪਹਿਲੇ ਆਪਣੀ ਲਾਈਫ ਨੂੰ ਜੇ ਉਹਨਾਂ ਐਟਰੀਬਿਊਟਸ ਦੇ ਹਿਸਾਬ ਨਾਲ ਲੈ ਆਵੋਗੇ
ਤੇ ਫਿਰ ਵੀਰ ਜੀ ਤੁਹਾਡੇ ਵਾਸਤੇ ਈਜ਼ੀਅਰ ਹੋਏਗਾ ਉਹ ਚੀਜ਼ ਮੰਨਣੀ ਜੋ ਤੁਹਾਡੇ ਨਾਲ ਹੋ ਰਹੀ ਹੈ, ਤੁਹਾਡੇ ਨਾਲ ਆਸਾਨ ਹੋਏਗਾ ਤੁਹਾਡੇ ਨਾਲ ਮੰਨਣੀ। ਬਾਬਰ ਬਾਣੀ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦੀ ਦਿੱਤੀ ਹੋਈ ਹੈ, ਟਾਈਮ ਮਿਲਿਆ ਕਦੀ ਪੜ੍ਹਨਾ, ਉਹਦੇ ਵਿੱਚ ਬੜੀ ਡਿਸਕ੍ਰਿਪਸ਼ਨ ਆਈ ਹੈ ਵੀ ਕਿਸ ਤਰ੍ਹਾਂ ਪਹਿਲੇ ਸਨ ਜੀਵਨ ਤੇ ਬਾਬਰ ਆਉਣ ਤੋਂ ਬਾਅਦ ਕੀ ਹੋ ਗਿਆ। ਹਿੰਦੂਆਣੀਆਂ ਕਿਸ ਤਰ੍ਹਾਂ ਜੀਵਨ ਆਪਣਾ ਸ਼ਿੰਗਾਰ ਕਰਦੀਆਂ ਸਨ, ਮੁਸਲਮਾਨੀਆਂ ਕੀ ਕਰਦੀਆਂ ਸਨ, ਹਿੰਦੂ ਕੀ ਕਰਦੇ ਸਨ, ਪਰ ਨਹੀਂ ਆਏ ਉਸ ਰਸਤੇ ਵਿੱਚ, ਨਹੀਂ ਜਪਿਆ ਉਹਨਾਂ ਨੇ ਨਾਮ, ਨਹੀਂ ਕੀਤਾ ਪ੍ਰਮਾਤਮਾ ਨਾਲ ਪਿਆਰ, ਨਹੀਂ ਆਏ ਉਸ ਰਸਤੇ ਵਿੱਚ, ਤੇ ਹੁਣ ਉਹ ਪ੍ਰੋਬਲਮ ਆ ਗਈ। ਹੁਣ ਬਾਬਰ ਉਸ ਦੇ ਹੁਕਮ ਦੇ ਹਿਸਾਬ ਨਾਲ ਬਾਬਰ ਉੱਥੇ ਆ ਗਿਆ ਤੇ ਹੁਣ ਮੁਸ਼ਕਿਲ ਹੋ ਰਹੀ ਹੈ ਝੇਲਣ ਵਿੱਚ। ਸੰਤ ਜਨਾਂ ਨੂੰ ਮੁਸ਼ਕਿਲ ਨਹੀਂ ਆਈ ਕਿਉਂਕਿ ਉਹ ਝੇਲ ਲੈਂਦੇ ਹਨ ਪ੍ਰੋਬਲਮ। ਸੋ ਆਈ ਹੋਪ ਯੂ ਗਾਟ, ਯੈਸ ਜੋ ਹੋ ਰਿਹਾ ਤੁਹਾਡੇ ਨਾਲ ਉਹ ਹੁਕਮ ਹੈ, ਪਰ ਉਹ ਜੋ ਹੋ ਰਿਹਾ ਤੁਹਾਡੇ ਨਾਲ ਉਸ ਨੂੰ ਰਜ਼ਾ ਵਿੱਚ ਲਿਆਉਣ ਵਾਸਤੇ ਲੋਅਰ ਜਿਹੜਾ ਕਰਸਟ ਹੈ ਹੁਕਮ ਦਾ, ਅਪਰ ਕਰਸਟ ਜਿਹੜਾ ਹੁਕਮ ਦਾ ਹੈ, ਉਹ ਅਪਰ ਕਰਸਟ ਵਾਲੇ ਹੁਕਮ ਨੂੰ ਪਹਿਲੇ ਮੰਨੇ ਜਾਂ ਪਹਿਲੇ ਆਪਣੀ ਲਾਈਫ ਨੂੰ ਢਾਲੇਗਾ, ਫਿਰ ਉਹ ਜਿਹੜੇ ਲੋਅਰ ਜਿਹੜੇ ਡੀਪਰ ਕਰਸਟ ਆਫ ਹੁਕਮ ਦੇ ਹਨ ਉਸ ਨੂੰ ਮੰਨਣ ਵਿੱਚ ਈਜ਼ੀਅਰ ਹੋ ਜਾਏਗਾ। ਉਸ I don't know how else to explain it further. If somebody has a better way, please, Kamalji, you have a better way to. I'm not saying I have a better way, ਪਰ ਮੈਂ ਗੁਰਬਾਣੀ ਦੀ ਇੱਕ ਲਾਈਨ ਦੇ ਨਾਲ ਕਾਫੀ ਕੁਝ ਕਲੈਰਿਟੀ ਹੋ ਜਾਂਦੀ ਹੈ, which is ਹੁਕਮ ਮੰਨੀਏ ਹੋਵੇ ਪਰਵਾਨ ਤਾਂ ਖਸਮੇ ਕਾ ਮਹਿਲ ਪਾਇਸੀ। ਅਗਰ ਤੁਸੀਂ ਹੁਕਮ ਨੂੰ ਮੰਨੋਗੇ, ਹੁਕਮ ਮੰਨੀਏ ਹੋਵੇ ਪਰਵਾਨ, ਤਾਂ you'll be accepted। ਖਸਮੇ ਕਾ ਮਹਿਲ ਪਾਏ ਸੀ ਤਾਂ ਤੁਸੀਂ ਵਾਹਿਗੁਰੂ ਦਾ, ਗੁਰੂ ਦਾ ਪਿਆਰ, ਉਹਦੀ ਇੱਜ਼ਤ ਸਭ ਕੁਝ ਪਾਓਗੇ। ਹੀ ਵਿਲ ਗਿਵ ਯੂ ਐਵਰੀਥਿੰਗ ਰਾਈਟ ਅਵੇ, ਮਤਲਬ ਕਿ ਬਾਹਾਂ ਖੋਲ ਕੇ ਦੇਗਾ। ਪਰ ਪ੍ਰੋਵਾਈਡਡ ਕੀ ਹੈ, ਹੁਕਮ ਮੰਨੀਏ, ਜੋ ਅਸੀਂ ਜੋ ਕਹਿੰਦਾ ਉਹ ਮੰਨੀਏ, ਔਰ ਉਹ ਮਨਾਣਾ ਵੀ ਉਹਨੇ ਹੀ ਹੈ। ਇਹ ਨਹੀਂ ਕਿ ਅਸੀਂ ਆਪ ਮੰਨ ਸਕਦੇ ਹਾਂ, ਅਸੀਂ ਤੇ ਇੱਕ ਸਟੈਪ ਹੀ ਲੈ ਸਕਦੇ ਹਾਂ, ਉਹ ਵੀ ਪਤਾ ਨਹੀਂ ਲੈ ਪਾਵਾਂਗੇ ਕਿ ਨਹੀਂ। ਉਹ ਸਟੈਪ ਵੀ ਵਾਹਿਗੁਰੂ ਆਪ ਹੀ ਦਵਾਉਂਦਾ ਹੈ। He helps you take the first step also. So, ਪਰ ਇਹ ਨਹੀਂ doesn't mean ਕਿ ਯਾਰ ਉਹ ਹੁਣੇ ਮੇਰੀ ਨਹੀਂ ਹੋਈ। No, ਕੋਸ਼ਿਸ਼ ਤੇ ਕਰਨੀ ਪਏਗੀ ਹੁਕਮ ਮੰਨਣ ਦੀ। You have to accept। ਤਾਂ ਹੀ ਤੇ ਅਸੀਂ ਅਰਦਾਸ ਵਿੱਚ ਕਰਦੇ ਨਾ, ਜੋ ਕਰ ਰਹੇ ਹੋ ਵਾਹ ਵਾਹ, ਜੋ ਕਰ ਚੁੱਕੇ ਹੋ ਵਾਹ ਵਾਹ, ਅੱਗੇ ਜੋ ਕਰੋਗੇ ਵਾਹ ਵਾਹ। ਖਿੜੇ ਮੱਥੇ ਪ੍ਰਵਾਨ ਕਰਨ ਦਾ ਬਲ ਦਿਓ, ਖਿੜੇ ਮੱਥੇ ਪ੍ਰਵਾਨ ਕਰਨ ਦਾ ਬਲ। ਇਹ ਬਲ ਮੰਗਦੇ ਆ ਨਾ ਅਸੀਂ ਰੋਜ਼, ਕਿ ਅਸੀਂ ਔਰ ਬਲ ਮੰਗਦੇ ਵੀ ਹਾਂ, ਤੇ ਬਲ ਮਿਲਦਾ ਹੈ ਤਾਂ ਜਦੋਂ ਐਟਲੀਸਟ ਜਿਹੜੀਆਂ ਬੇਸਿਕ ਚੀਜ਼ਾਂ ਜਿਹੜੀਆਂ ਹੁਕਮ ਦੀਆਂ ਹੈ, ਐਬਸੋਲੂਟਲੀ, ਜੋ ਅਸੀਂ ਹਾਂ ਕਰੀਏ, ਉਹਨੂੰ ਉਸ ਰਜ਼ਾ ਨੂੰ ਮੰਨ ਲਏ ਬੰਦਾ ਕਿ ਇਹ ਮੇਰੇ ਵਾਸਤੇ ਠੀਕ ਹੈ ਰਸਤਾ। ਜਦੋਂ ਉਹ ਹੁਕਮ ਦੀ ਪ੍ਰਵਾਨਗੀ ਆਪਣੇ ਜੀਵਨ ਚ ਆਂਦੀ ਹੈ, ਜਿਹੜੀ ਹੁਕਮ ਦੀ ਪ੍ਰਵਾਨਗੀ ਗੁਰਬਾਣੀ ਚ ਆਈ ਹੈ, ਜਿਹੜੀ ਉਹ ਹੁਕਮ ਹੈ ਕੀ ਹੈ, ਉਹ ਹੁਕਮ ਨਾਮ ਹੈ, ਉਹ ਹੁਕਮ ਸਿਮਰਨ ਹੈ, ਇੱਕੋ ਨਾਮ ਹੁਕਮ ਹੈ। ਸਤਿਗੁਰ ਦੀਆਂ ਬੁਝਾਈ ਜੀ, ਤੇ ਮੈਂ ਅਗਲੇ ਹਫਤੇ ਡਿਸਕਸ ਕਰਨਾ ਸੀ। I'm preponing it a little bit though, ਪਰ ਉਹ ਸਭ ਤੋਂ ਪਹਿਲਾਂ ਕੀ ਹੈ, ਪਹਿਲੇ ਸਭ ਤੋਂ ਹੈ ਕਿ ਆਪਣੀ ਲਾਈਫ ਨੂੰ ਬੰਦਾ ਉਸ ਲਾਈਨ ਦੇ ਨੇੜੇ ਲੈ ਕੇ ਆਏ, ਜਿਹੜੀ ਹੁਕਮ ਦੀ ਅਪਰ ਕਰਸਟ ਦੀਆਂ ਜਿਹੜੀਆਂ ਮਰਜ਼ੀਆਂ ਹਨ ਜਿਹੜੀਆਂ, ਫਿਰ ਜਿਹੜੀਆਂ ਲੋਅਰ ਕਰਸਟ ਜਿਹੜਾ ਡੀਪਰ ਕਰਸਟ ਹੈ ਹੁਕਮ ਦਾ, ਫਿਰ ਉਹ ਕਰਸਟ ਦੀ ਰੈਵਲੇਸ਼ਨ ਤੁਹਾਨੂੰ ਖੁਦ ਬਖੁਦ ਹੋਏਗੀ। ਤੁਹਾਨੂੰ Surinder ji, you always give a comment, I remember in the classes before also, okay, if you want to make friendship with say Obama and he is a golf player, you will learn to play golf, right? ताकि similarly ਗੁਰੂ ਨੂੰ ਜੋ ਆਦਤਾਂ ਗੁਰੂ ਚਾਹੁੰਦਾ ਹੈ ਮੇਰੇ ਸਿੱਖ ਚਾਹਣ, ਤੁਸੀਂ ਡਿਵੈਲਪ ਕਰੋ, ਤਾਂ ਹੀ ਤੇ ਉਹਦਾ ਤੁਸੀਂ ਮਹਿਲ ਪਾਓਗੇ, ਤਾਂ ਹੀ ਤੇ ਉਹਦਾ ਪਿਆਰ ਪਾਓਗੇ, ਨਹੀਂ ਤੇ ਨਹੀਂ ਪਾਓਗੇ। You know, that is very important thing। ਬਾਕੀ ਇੱਕ ਗੱਲ ਹੋਰ ਹੈ ਕਿ ਇਸ ਸਬਜੈਕਟ ਨੂੰ ਮੈਂ ਹਮੇਸ਼ਾ ਕਈ ਸਬਜੈਕਟ ਨੂੰ ਡਿਸਕਸ ਕਰਦੇ ਹਾਂ, ਬਹੁਤ ਡਰਦਾ ਅੰਦਰੋਂ, ਔਰ ਬੜੀ ਅੰਦਰੀ ਵਾਰੀ ਕਈ ਵਾਰੀ ਥੋੜੀ ਸਟ੍ਰੈਸ ਹੀ ਹੋ ਜਾਂਦੀ ਹੈ, ਬਿਕਾਜ਼ ਇਤਨਾ ਓਪਨ ਐਂਡਡ ਔਰ ਇਤਨਾ ਐਬਸਟਰੈਕਟ ਹੈ ਇਹ ਵਾਲਾ ਸਬਜੈਕਟ ਮੈਟਰ। ਜਿਤਨਾ ਤੁਸੀਂ ਪੜ੍ਹਦੇ ਹੋ, ਜਿਤਨਾ ਤੁਸੀਂ ਪੜ੍ਹਨ ਦੀ ਸੁਣਨ ਦੀ ਕੋਸ਼ਿਸ਼ ਕਰਦੇ ਹੋ, ਦੈਨ ਯੂ ਐਟ ਦੀ ਐਂਡ ਅਗਰ ਮੇਰੇ ਕੋਲ ਪੁੱਛੇ ਕਿ ਤੁਹਾਨੂੰ ਸਮਝ ਆ ਗਈ ਹੈ, ਤਾਂ ਮੈਂ ਕਹਾਂਗਾ ਕੁਝ ਸਮਝ ਨਹੀਂ ਆਈ। ਇਤਨੀ ਸਮਝ ਆਈ ਹੈ ਮੈਨੂੰ ਕਿ ਜੇ ਮੈਂ ਐਕਟਿਵਲੀ ਪਰਸੂਟ ਕਰਾਂ ਗੁਰਬਾਣੀ ਦੇ ਐਟਰੀਬਿਊਟ ਸਾਰੇ, ਤੇ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਉਹ ਜਿਹੜਾ ਬੰਦਾ ਐਟਰੀਬਿਊਟਸ ਗੁਰਬਾਣੀ ਦੇ ਐਕਸੈਪਟ ਆਪਣੀ ਲਾਈਫ ਵਿੱਚ ਖੁਸ਼ੀ ਕਰਕੇ ਆਪਣੀ ਲਾਈਫ ਨੂੰ ਉਸ ਹਿਸਾਬ ਨਾਲ ਢਾਲਦਾ ਹੈ, ਤੇ ਪ੍ਰਮਾਤਮਾ ਉਸ ਨੂੰ ਇਹੋ ਜਿਹੀਆਂ ਸ਼ਕਤੀਆਂ ਬਖਸ਼ਦਾ ਹੈ, ਉਸ ਪ੍ਰਮਾਤਮਾ ਉਸ ਨੂੰ ਇਹੋ ਜਿਹੀਆਂ ਦਾਨ ਬਖਸ਼ਦਾ ਹੈ ਉਸ ਨੂੰ, ਕਿ ਉਸ ਨੂੰ ਫਿਰ ਲਾਈਫ ਵਿੱਚ ਜੋ ਉਹਦੇ ਨਾਲ ਹੋ ਰਿਹਾ ਹੈ, ਜੋ ਹੁਣੇ ਵੀਰ ਜੀ ਨੇ ਕਿਹਾ, ਹੁਣੇ ਥੋੜੀ ਦੇਰ ਕਮਲ ਵੀਰ ਜੀ ਤੋਂ ਪਹਿਲੇ ਵੀਰ ਜੀ ਨੇ ਕਿਹਾ ਹੈ ਕਿ ਜੋ ਹੋ ਰਿਹਾ ਤੁਹਾਡੇ ਨਾਲ ਉਹ ਤੁਹਾਡਾ ਪਾਣਾ ਹੈ, ਫਿਰ ਉਹ ਜੋ ਤੁਹਾਡੇ ਨਾਲ ਜੋ ਵਰਤ ਰਿਹਾ ਹੈ, ਜੋ ਤੁਹਾਡੇ ਨਾਲ,
उस जो वो चाहे नजर आए ਤੁਹਾਨੂੰ ਭੈੜੀ ਤੋਂ ਭੈੜੀ ਚੀਜ਼ ਹੈ ਜਾਂ ਖਰਾਬ ਤੋਂ ਖਰਾਬ ਚੀਜ਼ ਹੈ, ਉਹਦੇ ਵਿੱਚ ਵੀ ਉਸਨੂੰ ਉਸ ਮਰਜ਼ੀ ਦੇ ਵਿੱਚ ਪਰਮਾਤਮਾ ਦੀ ਖੁਸ਼ੀ ਨਜ਼ਰ ਆਣੀ ਸ਼ੁਰੂ ਹੋ ਜਾਂਦੀ ਹੈ ਤੇ ਆਪਣੇ ਆਪ ਨੂੰ ਮਾਣ ਫਕਰ ਕਰਦਾ ਉਸਦਾ। ਲੇਕਿਨ ਇਹ ਰਿਅਲਾਈਜੇਸ਼ਨ ਇਤਨੀ ਜਲਦੀ ਨਹੀਂ ਹੋ ਪਾਉਂਦੀ। ਮੇਰੀ ਗੱਲ ਨੂੰ ਇਹ ਕੋਈ 1 ਸੈਕਿੰਡ ਦਾ ਰਸਤਾ ਨਹੀਂ ਹੈ ਕੋਈ, ਅਨਫੋਰਚੂਨੇਟਲੀ। ਨਾ ਇਸ ਕਨਸੈਪਟ ਨੂੰ ਕੋਈ ਠੀਕ ਤਰ੍ਹਾਂ ਸਮਝਾ, ਕੋਈ ਦਾਅਵੇ ਨਾਲ ਕਹਿ ਸਕਦਾ ਕਿ ਮੈਂ ਰਾਈਟ ਔਰ ਰੋਂਗ ਹਾਂ। ਲੇਕਿਨ ਹੁਕਮ ਰਜਾਈ ਚੱਲਣ ਤੋਂ ਸਿਵਾਏ ਤੁਹਾਡੇ ਕੋਲ ਕੋਈ ਰਸਤਾ ਨਹੀਂ ਹੈ ਕੋਈ। ਜੇ ਅਗਰ ਮਨਮੁਖ ਵਾਲਾ ਰਸਤਾ ਕਿਸੇ ਨੇ ਅਪਣਾਣਾ ਹੈ, ਅਗਰ ਜੇ ਕਵੇ ਕਿ ਜੀ ਮੈਂ ਨਹੀਂ ਆਣਾ ਇਹਦੇ ਉੱਤੇ, ਮੈਂ ਨਹੀਂ ਕੀਰਤਨ ਸਿੱਖਣਾ, ਮੈਂ ਨਹੀਂ ਸੇਵਾ ਕਰਨੀ, ਮੈਂ ਨਹੀਂ ਫਰਗਿਵਨੈਸ ਵਾਲਾ ਗੁਲ ਲੈ ਕੇ ਆਣਾ, ਮੈਂ ਨਹੀਂ ਓਨੈਸਟੀ ਵਾਲਾ ਜੀਵਨ ਬਿਤਾਣਾ, ਮੈਂ ਨਹੀਂ ਕਰਨੀ ਕੰਪੈਸ਼ਨੇਟ ਵਾਲੀ ਗੱਲ, ਮੇਰੇ ਅੰਦਰ ਕੋਈ ਐਮਪੈਥੀ ਹੋਵੇ ਨਾ ਹੋਵੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੇਰੇ ਅੰਦਰ, ਤੇ ਫਿਰ ਇਹ ਧਾਰ ਲਵੇ ਕਿ ਜਿਹੜਾ ਡੀਪਰ ਕ੍ਰਸਟ ਆਫ ਹੁਕਮ ਹੈ, ਜਿਹੜਾ ਉਹਦਾ ਪਾਣਾ ਹੈ, ਮੰਨਣਾ ਤੇ ਉਹਨੂੰ ਵੀ ਪਏਗਾ ਜ਼ਬਰਦਸਤੀ। ਫਿਰ ਰੋ ਕੇ ਮੰਨਦੇ ਨੇ, ਕਈ ਹੱਸ ਕੇ ਮੰਨ ਲੈਂਦੇ ਨੇ। ਬਸ ਇਹ ਫਰਕ ਹੈ ਦੋਨਾਂ 'ਚ। ਕਈਆਂ ਨੂੰ ਉਹਨੂੰ ਐਕਸੈਪਟੈਂਸ ਕਰਨ 'ਚ ਕੋਈ ਮੁਸ਼ਕਿਲ ਨਹੀਂ ਆਉਂਦੀ, ਕਈਆਂ ਨੂੰ ਐਕਸੈਪਟੈਂਸ ਕਰਨ 'ਚ ਬੜੀਆਂ ਪ੍ਰੋਬਲਮ ਆਉਂਦੀਆਂ ਹਨ। ਹਰ ਇੱਕ ਦੀ ਲਾਈਫ ਪ੍ਰੋਬਲਮ ਆਉਂਦੀਆਂ। ਮੇਰੀ ਲਾਈਫ 'ਚ ਆਪਣੀਆਂ ਪ੍ਰੋਬਲਮ ਹਨ, ਤੁਹਾਡੀਆਂ ਲਾਈਫ ਵਿੱਚ ਤੁਹਾਡੀਆਂ ਆਪਣੀਆਂ ਪ੍ਰੋਬਲਮ ਹਨ। ਆਈ ਹੈਵ ਗੋਟ you go through it every day and you try to look at it and you try to analyze, ਯਾਰ ਮੇਰੇ ਨਾਲ ਕਿਉਂ ਹੋਇਆ ਇਹ ਗੱਲ, ਜਾਂ ਮੇਰੇ ਨਾਲ ਕਿਉਂ ਹੋ ਰਹੀ ਹੈ ਗੱਲ, ਹੈ ਹੋਰਾਂ ਨਾਲ ਕਿਉਂ ਨਹੀਂ ਹੋਈ, ਇਹ ਮੇਰੇ ਘਰ ਕਿਉਂ ਪ੍ਰੋਬਲਮ ਆ ਗਈ ਹੈ, ਮੇਰੇ ਨਾਲ, ਇਹ ਮੇਰੇ ਬੱਚਿਆਂ ਨਾਲ ਕਿਉਂ ਹੋ ਰਿਹਾ, ਇਹ ਮੇਰੀ ਵਾਈਫ ਨਾਲ ਕਿਉਂ ਹੋ ਰਿਹਾ, ਇਹ ਮੇਰੇ ਹਸਬੈਂਡ ਨਾਲ ਕਿਉਂ ਹੋ ਰਿਹਾ ਗੱਲ। ਫਰਕ ਇਹ ਹੈ ਜਿਹੜੇ ਉਸ ਰਸਤੇ ਤੇ ਚੱਲੇ ਹਨ, ਹੁਣ ਆਪਣੀ ਰਸਤਾ ਥੋੜਾ ਬਹੁਤ ਹੁਕਮ ਵਾਲੇ ਪਾਸੇ ਲੈ ਕੇ ਆਏ ਹਨ ਨਾ, ਜਿਹੜਾ ਉਹਨਾਂ ਨੂੰ ਸਡਨਲੀ ਉਸ ਭਾਣੇ ਵਿੱਚੋਂ ਪਰਮਾਤਮਾ ਦੀ ਖੁਸ਼ਬੂ ਨਜ਼ਰ ਆਣੀ ਸ਼ੁਰੂ ਹੋ ਜਾਂਦੀ ਹੈ ਕਿ ਹਾਂ ਇਹ ਜੋ ਹੋ ਰਿਹਾ ਇਹ ਮੇਰੇ ਵਾਸਤੇ ਬੈਸਟ ਹੋ ਰਿਹਾ, ਇਸ ਤੋਂ ਬੈਸਟ ਨਹੀਂ ਹੋ ਸਕਦਾ ਸੀ ਮੇਰੇ ਵਾਸਤੇ। ਮੀਆਂ ਮੀਰ ਬੜੇ ਵੱਡੇ ਸੂਫੀ ਸੰਤ ਹੋਏ ਹਨ। ਕਦੀ ਲਾਹੌਰ ਮੈਂ ਵੀ ਗਿਆ ਤੇ ਦਰਸ਼ਨ ਕਰਨ ਜਾਵਾਂਗੇ ਉਹਨਾਂ ਦੇ, ਮੈਂ ਹਾਲੇ ਪਰਮਾਤਮਾ ਨੇ ਚਾਂਸ ਨਹੀਂ ਦਿੱਤਾ ਮੈਨੂੰ। ਤੇ ਜਦੋਂ ਪਤਾ ਲੱਗਿਆ ਉਹਨਾਂ ਨੂੰ ਕਿ ਪੰਚਮ ਪਿਤਾ ਨੂੰ ਬੜੇ ਤਸੀਹੇ ਦਿੱਤੇ ਜਾ ਰਹੇ ਹਨ ਔਰ ਬਹੁਤ ਟੌਰਚਰ ਕੀਤਾ ਜਾ ਰਿਹਾ, ਤੇ ਰਿਹਾ ਨਹੀਂ ਗਿਆ, ਪਹੁੰਚ ਗਏ ਉੱਥੇ ਤੇ ਦੇਖ ਕੇ ਅੱਖਾਂ 'ਚ ਅੱਥਰੂ ਆਏ ਤੇ ਕਹਿਣ ਲੱਗੇ, ਸੂਰਜ ਪ੍ਰਕਾਸ਼ ਵਰਲਡ ਆਏ ਹਨ, ਬੜੀਆਂ ਕਿਤਾਬਾਂ 'ਚ ਹੋਏ ਸੂਰਜ ਪ੍ਰਕਾਸ਼ ਪਤਾ ਨਹੀਂ ਆਏ ਕਿ ਨਹੀਂ ਆਏ, ਲੇਕਿਨ ਬਹੁਤ ਜਗ੍ਹਾ ਇਹ ਸਾਖੀ ਮਿਲਦੀਆਂ ਹਨ, ਉੱਥੇ ਆਏ ਹਨ ਵਰਡ ਕਿ ਜੇ ਤੁਸੀਂ ਕਹੋ ਤੇ ਮੈਂ ਹੁਣੇ ਹੀ ਇੱਟ ਦੀ ਇੱਟ ਵਜਾ ਦਿਆਂ ਤੇ ਤਖਤਾ ਹੀ ਪਲਟ ਦਿਆਂ ਮੁਗਲ ਅੰਪਾਇਰ ਦਾ। ਤੇ ਮਹਾਰਾਜ ਜੀ ਉੱਥੇ ਆਏ ਨਹੀਂ, ਇਹ ਮੈਨੂੰ ਖੁਸ਼ੀ ਹੈ ਕਿ ਉਹ ਮੈਨੂੰ ਇੱਥੇ ਬਿਠਾ ਕੇ ਉਸਨੂੰ ਖੁਸ਼ੀ ਹੈ, ਤੇ ਇਹ ਉਹਨਾਂ ਨੂੰ ਮਹਿਸੂਸ ਹੋਇਆ ਕਿ ਇਹ ਸਿਸਟਮ ਜਿਹੜਾ ਜੋ ਹੋ ਰਿਹਾ ਮੇਰੇ ਨਾਲ ਰਾਈਟ ਹੋ ਰਿਹਾ ਹੈ ਨਾ। ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਕਿਸ ਨੇ ਕੱਢ ਲੈਣਾ ਕਿ ਕੋਈ ਤੁਹਾਡੇ ਤੇ ਤਸੀਹੇ ਦੇਈ ਜਾਏ। ਮੈਂ ਤਾਂ ਉਹ ਕਹਿ ਰਿਹਾ ਬਿਕਾਜ਼ ਸਮ ਪੀਪਲ ਵਿਲ ਕੁਐਸਚਨ ਮੀ, ਆਈ ਨੋ ਦੈਟ ਆਈ ਬੈਟਰ ਗਿਵ ਦੀ ਆਨਸਰ ਰਾਈਟ ਨਾਓ। ਇਹਦਾ ਮਤਲਬ ਇਹ ਨਹੀਂ ਹੈ ਕਿ ਕੋਈ ਤੁਹਾਨੂੰ ਮਾਰੀ ਜਾਏ, ਤੁਸੀਂ ਕਹੋ ਜੀ ਇਹ ਮੇਰਾ ਹੁਕਮ ਹੈ ਜੀ ਮੇਰੇ ਤੇ ਮੈਨੂੰ ਮਾਰੀ ਜਾਓ, ਮੈਂ ਨਹੀਂ ਗੱਲ ਕਰਨਾ। ਹੁਕਮ ਵਾਲਾ ਬੰਦਾ ਕੀ ਕਰਦਾ, ਹੁਕਮ ਵਾਲੇ ਬੰਦੇ ਦਾ ਇਹ ਹੈ ਕਿ ਉਹ ਕਹੇਗਾ ਠੀਕ ਹੈ ਜੋ ਹੋਇਆ ਉਹ ਪ੍ਰਮਾਤਮਾ ਦੇ ਰਜ਼ਾ ਦੇ ਵਿੱਚ ਹੋਇਆ, ਤੇ ਮੈਂ ਇਹ ਰਜ਼ਾ ਜਿਹੜੀ ਇਹ ਖੁਸ਼ੀ ਦਾ ਮਤਲਬ ਇਹ ਨਹੀਂ ਹੈ ਕਿ ਜੋ ਮਨ ਮਰਜ਼ੀ ਮਨਮੁਖ ਔਰੰਗਜ਼ੇਬ ਵਰਗਾ ਕਰੀ ਜਾਏ ਤੇ ਮੈਂ ਉਹਦੀ ਗੱਲ ਮੰਨੀ ਜਾਏ, ਨਹੀਂ। ਮੈਂ ਇਹ ਜਿਹੜੇ ਮਨਮੁਖ ਦੇ ਜਿਹੜੇ ਹੁਕਮ ਜਿਹੜੇ ਹਨ, ਜੇ ਮਨਮੁਖ ਦੇ ਹੁਕਮ ਦੇ ਹਿਸਾਬ ਨਾਲ ਕੋਈ ਚੀਜ਼ਾਂ ਖਰਾਬ ਹੋ ਰਹੀਆਂ ਤੁਹਾਡੇ ਲਾਈਫ ਵਿੱਚ, ਤੇ ਉਹਨੂੰ ਬਦਲਣ ਦੀ ਹਿੰਮਤ ਵੀ ਉਹ ਪ੍ਰਮਾਤਮਾ ਦਿੰਦਾ ਹੈ। ਤੁਹਾਡਾ ਗੋਲ ਸਿਰਫ ਅੱਜ ਦਾ ਇੱਕ ਹੈ, ਸਿਰਫ ਤੁਹਾਡਾ ਗੋਲ ਉਹਨਾਂ ਡੀਪਰ ਲੈਵਲ ਆਫ ਕ੍ਰਸਟ ਦੇ ਹੁਕਮ ਤੇ ਜਾਣ ਦੀ ਲੋੜ ਨਹੀਂ ਹਾਲੇ। ਮੇਬੀ ਲੇਟਰ ਔਨ ਇਨ ਜਪਜੀ ਜਦੋਂ ਹੋਰ ਕਲੈਰਿਟੀ ਹੋਏਗੀ ਤਾਂ ਪਤਾ ਲੱਗੇਗਾ ਇਸ ਗੱਲ ਦਾ। ਅੱਜ ਦਾ ਗੋਲ ਮੇਰਾ ਉਹ ਨਹੀਂ ਹੈ। ਅੱਜ ਦਾ ਗੋਲ ਤੁਹਾਨੂੰ ਕਨਵਿੰਸ ਕਰਾਉਣ ਦਾ ਇਹ ਹੈ ਕਿ ਤੁਸੀਂ ਆਪਣਾ ਰਸਤਾ ਛੋੜ ਦਿਓ, ਆਪਣੇ ਆਪ ਨੂੰ ਕਨਵਿੰਸ ਕਰਾ ਲਓ ਕਿ ਮੇਰਾ ਰਸਤਾ ਮੈਂ ਆਪਣਾ ਰਸਤਾ ਨਾ ਛੋੜ ਦਿਆਂ, ਰਸਤਾ ਹੈ ਵਾਲਾ। ਮੇਰੇ ਰਸਤੇ ਵਿੱਚ ਇਹ ਗੁਣ ਹਨ ਕਿ ਨਹੀਂ ਹਨ, ਮੇਰੇ ਰਸਤੇ ਵਿੱਚ ਸੇਵਾ ਹੈ, ਮੇਰੇ ਰਸਤੇ ਵਿੱਚ ਓਨੈਸਟੀ ਹੈ, ਮੇਰੇ ਰਸਤੇ ਵਿੱਚ ਕੀਰਤਨ ਹੈ, ਮੇਰੇ ਰਸਤੇ ਵਿੱਚ ਸਿਮਰਨ ਹੈ, ਮੇਰੇ ਰਸਤੇ ਵਿੱਚ ਦੂਸਰਿਆਂ ਨੂੰ ਪ੍ਰੋਬਲਮ ਮੈਂ ਦੇਖਾਂ ਤੇ ਮੈਨੂੰ ਲੱਗੇ ਕਿ ਮੇਰੀ ਪ੍ਰੋਬਲਮ ਹੈ ਆਪਣੀ, ਕਿ ਮੈਂ ਕਰਦਾ ਹਾਂ ਇਹ ਸਭ ਕੰਮ ਸਾਰੇ। ਜੀਵਨ 'ਚ ਮੇਰੀ ਸੱਚਾਈ ਹੈ ਕਿ ਨਹੀਂ ਹੈ, ਜੀਵਨ 'ਚ ਮੇਰੀ ਫਰਗਿਵਨੈਸ ਹੈ ਕਿ ਨਹੀਂ ਹੈ ਨਾ। ਜੇ ਨਹੀਂ ਹੈ ਤੇ ਮੈਂ ਲੈ ਕੇ ਆਵਾਂ ਤੇ ਉਹਦੀ ਰਜ਼ਾ ਵਿੱਚ ਉਹਨੂੰ ਖੁਸ਼ ਕਰਾਂ ਮੈਂ। ਹਾਂਜੀ, ਕੀ ਪਤਾ ਇਹ ਕਰਨ ਨਾਲ ਮੈਂ ਆਪਣਾ ਰਸਤਾ ਛੋੜ ਕੇ ਇਸ ਰਸਤੇ ਤੇ ਆ ਜਾਵਾਂ। ਜੇ ਉਸ ਰਸਤੇ ਤੇ ਆਓਗੇ
ਤੇ ਸਡਨਲੀ ਤੁਹਾਨੂੰ ਫਿਰ ਜੋ ਤੁਹਾਡੇ ਨਾਲ ਹੋ ਰਿਹਾ ਹੈ ਜਾਂ ਹੋਏਗਾ, ਤੁਹਾਨੂੰ ਉਹ ਜੋ ਤੁਹਾਡੇ ਨਾਲ ਵਾਪਰ ਰਿਹਾ ਹੈ ਉਸਨੂੰ ਡੀਲ ਕਰਨ ਵਿੱਚ ਜਾਂ ਹੈਂਡਲ ਕਰਨ ਵਿੱਚ ਜਾਂ ਕੁਝ ਵੀ ਕਰਨ ਵਿੱਚ ਤੁਹਾਨੂੰ ਈਜ਼ੀਅਰ ਮਹਿਸੂਸ ਹੋਏਗਾ ਤੇ ਪ੍ਰਮਾਤਮਾ ਦਾ ਦਰ ਨੇੜੇ ਨਜ਼ਰ ਆਣਾ ਸ਼ੁਰੂ ਹੋਏਗਾ ਤੁਹਾਨੂੰ। ਇਹ ਲੈਵਲ ਗਿਆਨ ਖੰਡ ਵਾਲਾ ਹੈ, ਧਰਮ ਖੰਡ ਵਾਲਾ ਨਹੀਂ ਹੈ। ਧਰਮਖੰਡੀ ਬੰਦੇ ਨੇ ਮਰਿਆਦਾ ਵਿੱਚ ਚੱਲਣਾ ਹੈ। ਸੋ ਇਹ ਧਰਮਖੰਡ ਵਿੱਚ ਚੱਲਣ ਦਾ ਰਸਤਾ ਇਹ ਹੈ ਕਿ ਆਪਣਾ ਰਸਤਾ ਛੋੜਨਾ, ਉਸ ਰਸਤੇ ਨੂੰ ਪਹਿਚਾਨਣਾ। ਇਹ ਹੈ ਮੇਰਾ ਗੋਲ ਅੱਜ ਦੀ ਕਲਾਸ ਦਾ। ਹਾਂਜੀ, I'll still stop and see if Virji wants to say something. ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ। Thank you very much for very interesting discussion, and also thanks to Kamal Virji and Jaspal Virji for very interesting insights. So I also wanted to share something. ਜਿਹੜੀ ਤੁਸੀਂ attributes ਦੀ ਗੱਲ ਕਰ ਰਹੇ ਸੀਗੇ, ਤੇ ਇਸ ਤਰ੍ਹਾਂ ਲੱਗਦਾ ਹੈਗਾ ਕਿ you know, you described the very major attributes as compassion, forgiveness, honesty, nimrata. It feels to me that if one wants to go deeper into additional attributes, then the mool mantar de jede bhi shabd hegen, una de deeper meanings are directly connected to the attributes. And then any situation that we are facing where we are trying to understand the hukam, not only with respect to what is happening around us, but what is then my duty in that situation. Agar asi o mool mantar de shabda te if we focus a little bit, to o ek matlab insight aa jandi hegi ki this is the attribute that is needed in this moment, which would be in accordance to hukam. So is tarah, you know, unfortunately, you know, I don't have the presence of mind to be thinking like this in challenging situations. Jis tarah hone asi class se galla kar rahe hain te ye sab galla samajh aandiyan. Challenging situations te it's very difficult to always stay connected like that, and I think that is part of the sadhana or the practice to get to that level ki har ek samay agar wo mool mantra type de koi agar support ho jaye andar which is allowing us to connect to those attributes, then I think that is one way to get closer to the hukam. Bilkul, you couldn't have said it more right, Virji, what you just said. 100% I agree with you what you said. And but ਜਿਹੜੇ ਗੁਰਬਾਣੀ ਵਿੱਚ ਜਿਹੜੇ ਹੁਕਮ ਦੇ ਐਟਰੀਬਿਊਟਸ ਜਿਹੜੇ ਹਨ ਬੜੀ ਜਗ੍ਹਾ ਬੜੀ ਕਲੀਅਰਲੀ ਡਿਫਾਈਨਡ ਹਨ, ਬੜੀ ਕਲੀਅਰਲੀ ਆਸਾ ਦੀ ਵਾਰ ਵਿੱਚ ਸਪੈਸ਼ਲੀ ਅਗਰ ਉਹਨਾਂ, ਕਿਉਂਕਿ ਆਸਾ ਦੀ ਵਾਰ ਦੀ ਬਾਣੀ ਫੋਕਸ ਕਰਦੀ ਹੈ ਡੇਲੀ ਲਿਵਿੰਗ ਦੇ ਉੱਤੇ। ਆਸਾ ਦੀ ਵਾਰ ਦੀ ਬਾਣੀ ਫੋਕਸ ਕਰਦੀ ਹੈ ਜੀਵਨ ਤੁਸੀਂ ਕਿੰਝ ਚਲਾਉਣਾ ਹੈ ਆਪਣਾ, ਯੂ ਨੋ। ਤੇ ਮੈਨੂੰ ਮੇਰੀਆਂ ਫੇਵਰੇਟ ਲਾਈਨਾਂ ਹਨ ਆਸਾ ਦੀ ਵਾਰ ਦੀਆਂ ਦੇ, ਇੱਕ ਕਈ ਲਾਈਨਾਂ ਇਹੋ ਜਿਹੀਆਂ ਹਨ ਜਿਹੜੀਆਂ ਕਿ ਮੈਨੂੰ ਲੱਗਦਾ ਕਿ ਦੀਵਾਰ ਤੇ ਹਰ ਜਗ੍ਹਾ ਲਿਖੀਆਂ ਹੋਣ। ਭਾਉ ਭਗਤ ਕਰ ਨੀਚ ਸਿਧਾਏ, ਇਹ ਮੇਰੀ ਫੇਵਰੇਟ ਹੈ। ਤੋ ਨਾਨਕ ਮੁਖ ਅੰਤਰ ਪਾਏ, ਕਿਉਂਕਿ ਭਾਉ ਭਗਤ ਕਰ ਨੀਚ ਸਿਧਾਏ ਮਤਲਬ ਕਿ ਭਗਤੀ ਵੀ ਕਰੇ, ਪ੍ਰੇਮ ਵੀ ਕਰੇ, ਉਸ ਰਸਤੇ ਵੀ ਚੱਲੇ, ਲੇਕਿਨ ਆਪਣੇ ਆਪ ਨੂੰ ਨੀਵਾਂ ਗਿਣਾਏ, ਆਪਣੇ ਆਪ ਨੂੰ ਕਿਉਂਕਿ ਨਿਮਰਤਾ ਵਾਲਾ ਜਿਹੜਾ ਗੁਣ ਹੈ ਨਾ, ਜਿਹੜਾ ਇਹ ਵੀ ਬਹੁਤ ਔਖਾ ਹੈ ਮਿਲਣਾ। ਔਰ ਜਿਤਨਾ ਬੰਦਾ ਪੜ੍ਹ ਲਿਖ ਜਾਂਦਾ ਹੈ, ਜਿਤਨਾ ਬੰਦਾ ਨੌਲੇਜੇਬਲ ਹੋ ਜਾਂਦਾ ਹੈ, ਮੇਰੇ ਵਰਗੇ ਜਿਹੜੇ ਜ਼ਿਆਦਾ ਟੀਕੇ ਪੜ੍ਹ ਲੈਂਦੇ ਹਨ, ਕਿਉਂਕਿ ਇਹ ਸੇਵਾ ਮੇਰੀ ਝੋਲੀ 'ਚ ਆਈ ਹੈ, ਮੈਨੂੰ ਪੜ੍ਹਨੇ ਪੈਂਦੇ ਹਨ। ਇਹ ਨਹੀਂ ਕਿਸੇ ਨੂੰ ਦਿਖਾਉਣ ਵਾਸਤੇ ਨਹੀਂ ਹੈ, ਆਪਣੀ ਨੌਲੇਜ ਵਾਸਤੇ, ਕਿਉਂਕਿ ਫਿਰ ਪਤਾ ਲੱਗਦਾ ਕਿ ਦੂਸਰੇ ਕੀ ਕਹਿ ਰਹੇ ਹਨ। ਜਿਤਨੇ ਵਿਊ ਪੁਆਇੰਟ ਜ਼ਿਆਦਾ ਮਿਲਦੇ ਨੇ ਉਹਨਾਂ ਬੈਟਰ ਬੰਦਾ ਐਕਸਪਲੇਨ ਕਰ ਸਕਦਾ। ਪਰ ਉਹਦਾ ਆਪੋਜ਼ਿਟ ਇਫੈਕਟ ਵੀ ਤੇ ਹੈ ਨਾ, ਉਹਦਾ ਆਪੋਜ਼ਿਟ ਇਫੈਕਟ ਇੱਕ ਬੰਦਾ ਸੁਣੇ ਯਾਰ ਮੈਨੂੰ ਤਾਂ ਬਹੁਤ ਕੁਝ ਪਤਾ, ਇਹਨਾਂ ਨੂੰ ਕੁਝ ਨਹੀਂ ਪਤਾ, ਇਹਨਾਂ ਨੂੰ ਮੈਂ ਤਾਂ 20 ਟੀਕੇ ਜਪਜੀ ਦੇ ਪੜ੍ਹੇ ਹੋਏ ਨੇ, ਇਹਨਾਂ ਨੂੰ ਕੱਖ ਨਹੀਂ ਆਉਂਦਾ। ਇਹ ਤਾਂ ਹੀ ਸੁਣਨ ਆਉਂਦੇ ਨੇ। ਜੇ ਮੇਰੀ ਜੀ ਭਾਵਨਾ ਆਏ ਇਹੋ ਜੀ, ਜੇ ਮੇਰੇ 'ਚ ਇਹ ਜਿਹੇ ਖਿਆਲ ਆਣੇ ਸ਼ੁਰੂ ਹੋ ਜਾਣ ਤੇ ਫਿਰ ਤੇ ਕੀਤਾ ਕਰਾਇਆ ਸਭ ਖਤਮ ਹੋ ਗਿਆ ਸਾਰਾ। ਬਿਕਾਜ਼ ਦੈਨ ਵਾਟ ਹੈਪਨਸ ਇਜ਼ ਕਿ ਦੈਨ ਯੂ ਰੀਅਲੀ ਥਿੰਕ ਦੈਟ ਇੱਥੇ ਹੋਮੇ ਦਾ ਕਾਨਸੈਪਟ ਸ਼ੁਰੂ ਹੁੰਦਾ। ਇਹ ਬੰਦਾ ਕੌਣ ਸੋਚਦਾ ਹੈ? ਇਹ ਜੋ ਬੰਦਾ ਸੋਚਦਾ ਉਹ ਹੈ ਜਿਹੜਾ ਇਹ ਸੋਚੇ ਕਿ ਕਰਨ ਕਰਾਉਣ ਵਾਲਾ ਪ੍ਰਮਾਤਮਾ ਨਹੀਂ ਹੈ, ਕਰਨ ਕਰਾਉਣ ਵਾਲਾ ਮੈਂ ਹਾਂ। ਉਹ ਸਮਝਾਉਣ ਵਾਲਾ ਨਹੀਂ ਹੈ, ਸਮਝਣ ਵਾਲਾ ਮੈਂ ਹਾਂ, ਹੈ ਨਾ। ਉਹ ਨਾਮ ਦੀ ਕੋਈ ਤਾਕਤ ਨਹੀਂ ਹੈ, ਹੁਕਮ ਦੀ ਕੋਈ ਤਾਕਤ ਨਹੀਂ ਹੈ, ਮੇਰੀ ਤਾਕਤ ਹੈ ਸਾਰੀ। ਮੇਰਾ ਦਿਮਾਗ ਹੈ, ਮੇਰੀ ਇੰਟੈਲੈਕਟ ਹੈ, ਮੇਰੀ ਸਮਝਣ ਦੀ ਬੁੱਧੀ ਹੈ, ਮੇਰਾ ਟਾਈਮ ਹੈ, ਮੇਰੀ ਮਿਹਨਤ ਹੈ, ਮੇਰੇ ਨੋਟਸ ਇਕੱਠੇ ਕਰਨੇ, ਮੈਂ ਬਣਾਇਆ ਸਾਰਾ ਕੁਝ, ਮੈਂ ਕਰਨ ਕਰਾਉਣ ਵਾਲਾ।
ਫਿਰ ਉਹ ਵਾਲਾ ਬੰਦਾ ਜਦੋਂ ਉਸ ਬਿਰਤੀ ਨਾਲ ਜਦੋਂ ਬੰਦਾ ਸੋਚਦਾ ਹੈ ਜਦੋਂ ਫਿਰ ਉਸ ਬੰਦੇ ਦੇ ਅੰਦਰ ਨਿਮਰਤਾ ਕਿੱਥੋਂ ਆਣੀ ਹੈ? ਉਸ ਬੰਦੇ ਦੇ ਅੰਦਰ ਨਿਮਰਤਾ ਆਣੀ ਬਹੁਤ ਮੁਸ਼ਕਿਲ ਹੈ। ਔਰ ਇਹ ਬਹੁਤ ਆਪਣੇ ਆਪ ਨੂੰ ਦਿਨ ਚ ਬੜੀ ਵਾਰੀ ਮੈਨੂੰ ਵੀ ਸਮਝਾਉਣਾ ਪੈਂਦਾ ਆਪਣੇ ਆਪ। ਕਦੀ ਖਿਆਲ ਆ ਜਾਂਦਾ ਮਨ ਚ ਹੋ ਜਾ, ਕਦੀ ਮਨ ਚ ਹੋ ਜਾ ਖਿਆਲ ਆ ਜਾਂਦਾ ਫਿਰ ਆਪਣੇ ਆਪ ਨੂੰ ਸਮਝਾਉਣਾ ਪੈਂਦਾ, ਨਹੀਂ what did you think that was wrong what you thought, that's not the right way to go। ਤੁਹਾਨੂੰ ਕੀ ਪਤਾ ਤੁਹਾਨੂੰ ਕੀ ਹੋ ਰਿਹਾ ਤੁਹਾਡੇ ਨਾਲ, ਤੁਹਾਨੂੰ ਕੁਝ ਨਹੀਂ ਪਤਾ, ਤੁਹਾਨੂੰ ਕਰਨ ਕਰਾਉਣ ਵਾਲਾ ਉਹ ਹੈ। ਔਰ ਇਹਦੀਆਂ ਬੜੀਆਂ ਐਕਸਰਸਾਈਜ਼ਸ ਵੀ ਹਨ। ਮੈਨੂੰ ਯਾਦ ਹੈ ਮਾਈ ਸਨ ਅੰਗਦ ਉਹ ਪੜ੍ਹਾਉਂਦਾ ਕਾਲਜ ਸਟੂਡੈਂਟਸ ਨੂੰ, ਤੇ ਬੜੀਆਂ ਯੰਗ ਸਟੂਡੈਂਟਸ ਨੂੰ ਐਕਸਰਸਾਈਜ਼ ਕਰਾਉਂਦੇ ਨੇ ਇਸ ਉੱਤੇ ਦੇ ਬੜੀਆਂ speaking for 15 having a 15-minute conversation without using the word I, it's difficult to do, I नहीं use करना, ਤੇ 15 ਮਿੰਟ ਗੱਲ ਕਰਨੀ ਹੈ, I ਨਹੀਂ ਆਉਣਾ ਚਾਹੀਦਾ ਵਿਚਕਾਰ ਕਿਧਰੇ ਵੀ, ਸੋ ਹੁਣ ਸ਼ੁਰੂ ਤੋਂ ਆਦਤ ਪਈ ਹੋਈ I ਦੀ। ਹੁਣ ਯੂ ਤੇ ਹੈ ਨਹੀਂ ਨਾ ਵੀ ਤੁਸੀਂ ਉਹ ਕਰਨ ਵਾਲੇ। ਜਿਹੜੇ ਯੂ ਵਾਲੇ ਹੁੰਦੇ ਨੇ ਜਿਹੜੇ ਉਹਨਾਂ ਵਿੱਚ ਉਹਨਾਂ ਦੀ ਬਿਰਤੀ ਅਲੱਗ ਹੁੰਦੀ, ਉਹਨਾਂ ਦਾ ਸੋਚਣਾ ਅਲੱਗ ਹੁੰਦਾ, ਉਹਨਾਂ ਦਾ ਉਹ ਸਭ ਕੁਝ ਗੁਰੂ ਸੈਂਟਰਿਕ ਹੁੰਦਾ ਉਹਨਾਂ ਦਾ। ਤੇ ਮੈਂ ਇੱਕ ਸਾਖੀ ਸੁਣਾਣਾ ਤੁਹਾਨੂੰ, ਤੁਸੀਂ ਰਿਲੇਟ ਕਰ ਲਵੋ ਉਹਦੇ ਨਾਲ। ਮੈਂ 2 ਮਿੰਟ ਸੁਣੀ ਹੋਏਗੀ ਬੜੀ ਵਾਰੀ ਪਹਿਲੇ। ਮਾਤਾ ਗੁਜਰੀ ਦਸਮ ਪਿਤਾ ਕਲਗੀਧਰ ਪਿਤਾ ਦੀ ਮਾਤਾ ਜੀ ਬਹੁਤ ਬੰਦਗੀ ਵਾਲੇ ਸਨ, ਆਪ ਬਹੁਤ ਬੰਦਗੀ ਵਾਲੇ ਸਨ। ਉਸ ਘਰ ਵਿੱਚ ਪੈਦਾ ਹੋਏ, ਫਿਰ ਵਿਆਹ ਹੋ ਗਿਆ, ਆਪਣੇ ਹਸਬੈਂਡ ਨੂੰ ਦੇਖਿਆ, ਉੱਥੋਂ ਬੜੇ ਮੁਤਾਸਰ ਹੋਏ, ਬਹੁਤ ਬੰਦਗੀ ਵਾਲੇ ਸਨ ਆਪ। ਭੋਰੇ ਵਿੱਚ ਬੈਠ ਕੇ ਬੜੀ ਦੇਰ ਬੰਦਗੀ ਕਰਨੀ, ਬਹੁਤ ਗੁਰਮਤ ਔਰ ਬਹੁਤ ਪਹੁੰਚੇ ਹੋਏ ਸਪਿਰਿਚੁਅਲ ਲੈਵਲ ਦੇ ਆਪ ਸਨ, ਉਸ ਲੈਵਲ ਦੇ। ਇਤਿਹਾਸ ਲਿਖਿਆ ਮਿਲਦਾ ਕਿ ਸੁਖਮਨੀ ਸਾਹਿਬ ਦਾ ਪਾਠ ਰੋਜ਼ ਕਰਿਆ ਕਰਦੇ ਸਨ। ਸੁਖਮਨੀ ਬਹੁਤ ਨੇੜੇ ਸੀ ਉਹਨਾਂ ਦੇ ਲੈਵਲ ਤੇ। ਤੇ ਸੁਖਮਨੀ ਦੀਆਂ ਜਦੋਂ ਉਹ ਤੁਕਾਂ ਪੜ੍ਹਦੇ ਨਾ, ਜਦੋਂ ਜਿਹਦੇ ਚ ਜੀਵਨ ਮੁਕਤ ਦੀ ਗੱਲ ਆਈ ਹੈ, ਜਿੱਥੇ ਜੀਵਨ ਮੁਕਤ ਸੋ ਕਹਾਵੇ ਵਾਲੀ, ਤੈਸਾ ਸਵਰਗ ਤੈਸਾ ਸਵਰਨ ਤੈਸੀ ਉਸ ਮਾਟੀ, ਤੇ ਉਹਨਾਂ ਤੁਕਾਂ ਤੇ ਪਹੁੰਚਦੇ ਤੇ ਆਪਣੇ ਅੰਦਰ ਇੱਕ ਡਾਊਟ ਪੈਦਾ ਹੋ ਜਾਂਦਾ ਉਹਨਾਂ ਨੂੰ ਕਿ ਇਹ ਕਿਧਰੇ ਇਹੋ ਜਿਹਾ ਮਨੁੱਖ ਵੀ ਹੈ ਕਿ ਐਵੇਂ ਕਿਧਰੇ ਕੋਈ ਮਨ ਗੜੰਤ ਕੋਈ ਕ੍ਰੀਏਟ ਕੀਤਾ ਹੋਇਆ, ਕਿਧਰੇ ਕੋਈ ਹੈ ਜਿਹੜਾ ਸੋਨੇ ਤੇ ਮਿੱਟੀ ਨੂੰ ਜਿਹਾ ਸਮਝੇ, ਹੈ ਨਾ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ, ਇਹੋ ਜਿਹਾ ਕੋਈ ਹੈ ਕੋਈ ਦੁਨੀਆ ਚ ਕੋਈ? ਹਾਲਾਂਕਿ ਪਿਤਾ ਪੁੱਤਰ ਗੁਰੂ ਹਨ, ਆਪਣੇ ਸਾਹਮਣੇ ਖੜੇ ਹਨ, ਲੇਕਿਨ ਉਹਨਾਂ ਨੂੰ ਮਹਿਸੂਸ ਹੋਇਆ ਕਿ ਤੇ ਉਹਨਾਂ ਨੇ ਫਿਰ ਕੁਐਸਚਨ ਪੁੱਛ ਲਿੱਤਾ। ਅਗਲੇ ਦਿਨ ਮਨ ਚ ਵਿਫਲਤਾ ਪੈਦਾ ਹੋਈ ਤੇ ਆਪਣੇ ਬੇਟੇ ਨੂੰ ਬੁਲਾਇਆ, ਦਸਮ ਪਿਤਾ ਨੂੰ ਬੁਲਾ ਕੇ ਇੱਕ ਕੁਐਸਚਨ ਪੁੱਛ ਲਿੱਤਾ ਉਹਨਾਂ ਕੋਲੋਂ ਕਿ ਤੁਸੀਂ ਮੇਰੇ ਬੇਟੇ ਹੋ, ਜਗਤ ਦਾ ਉਧਾਰ ਕਰਨ ਆਏ ਹੋ, ਮੈਂ ਸੁਖਮਨੀ ਰੋਜ਼ ਪੜ੍ਹਦੀ ਹਾਂ, ਤੇ ਇਹ ਲਾਈਨਾਂ ਜੇ ਇਹੋ ਜਿਹਾ ਕੋਈ ਬੰਦਾ ਹੈ ਤੇ ਇਹੋ ਜਿਹੇ ਗੁਰਮੁਖ ਦੇ ਦਰਸ਼ਨ ਕਰਾਓ, ਇਹੋ ਜਿਹੇ ਬ੍ਰਹਮ ਗਿਆਨੀ ਦੇ ਦਰਸ਼ਨ ਕਰਾਓ। ਮੈਂ ਤੇ ਉੱਥੇ ਫਿਰ ਬਚਨ ਆਏ ਹਨ, ਮਹਾਰਾਜ ਨੇ ਕਿਹਾ ਹਾਂ ਜੀ ਦਰਸ਼ਨ ਕਰਾਵਾਂਗੇ ਤੁਹਾਨੂੰ। ਹੁਣ ਦੇਖੋ ਮੈਂ ਕਥਾ ਸੁਣਾ ਰਿਹਾ ਤੇ ਆਈ ਫੋਰਗਾਟ ਦ ਜੈਂਟਲਮੈਨਸ ਨੇਮ, ਬ੍ਰਹਮ ਗਿਆਨੀ ਦਾ ਭੁੱਲ ਗਿਆ ਮੈਨੂੰ ਅਚਾਨਕ। ਕਿਸੇ ਨੂੰ ਯਾਦ ਆਏ ਤੇ ਦੱਸ ਦੇਣਾ ਅਨਮਿਊਟ ਕਰਕੇ। ਕਮਲ ਨੂੰ ਯਾਦ ਆ ਗਿਆ ਸ਼ਾਇਦ, ਅਗਰ ਯਾਦ ਆਏ ਤੇ ਦੱਸ ਦੇਣਾ। ਦਰਸ਼ਨ ਕਰਾਏ, ਖਬਰ ਪਹੁੰਚਾਈ ਉੱਥੇ ਉਹਨਾਂ ਨੂੰ, ਤੇ ਸਿੱਖ ਘੋੜੇ ਤੇ ਗਿਆ ਖਬਰ ਪਹੁੰਚਾਉਣ ਵਾਸਤੇ। ਲੇਕਿਨ ਜਿਹੜੇ ਉਸ ਲੈਵਲ ਤੇ ਜਿਹੜੇ ਹੈਨ ਬੰਦੇ, ਜਿਹੜੇ ਉਸ ਲੈਵਲ ਤੇ ਪਹੁੰਚੇ ਹਨ, ਜਿਹੜੇ ਉਹਨਾਂ ਨੂੰ ਅੰਦਰੋਂ ਗਿਆਨ ਹੋ ਜਾਂਦਾ ਹੈ ਇਸ ਗੱਲ ਦਾ, ਉਹਨਾਂ ਨੂੰ ਅੰਦਰਲਾ ਹੁਕਮ ਆਉਣ ਤੋਂ ਪਹਿਲੇ ਹੀ ਹੁਕਮ ਮਹਿਸੂਸ ਹੋ ਜਾਂਦਾ ਉਹਨਾਂ ਨੂੰ, ਤੇ ਉਹ ਤਿਆਰ ਬੈਠੇ ਹਨ। ਤੇ ਘੋੜੇ ਤੇ ਆ ਕੇ ਕਿਹਾ, ਗੁਰਮੁਖ ਜੀ ਮਹਾਰਾਜ ਯਾਦ ਕਰਦੇ ਹਨ ਤੁਹਾਨੂੰ। ਤੇ ਕਹਿੰਦੇ ਮੈਂ ਤਾਂ ਤਿਆਰ ਬੈਠਾ, ਚਲੋ। ਤੇ ਜਦੋਂ ਗਏ ਤੇ ਮਹਾਰਾਜ ਮੱਥਾ ਟੇਕਿਆ ਜਦੋਂ, ਤੇ ਕਿਹਾ ਮਾਤਾ ਜੀ ਤੁਹਾਨੂੰ ਯਾਦ ਕਰਦੇ ਹਨ, ਤੇ ਮਾਤਾ ਜੀ ਨੂੰ ਸੰਦੇਸ਼ ਪੜਾਇਆ ਤੁਹਾਨੂੰ ਭੇਜ ਰਹੇ ਇਹਨਾਂ ਕੋਲੋਂ, ਤੇ ਇਹਨਾਂ ਵਾਸਤੇ ਲੰਗਰ ਆਪਣੀ ਹੱਥੀਂ ਤਿਆਰ ਕਰੋ ਤੇ ਇਹਨਾਂ ਨੂੰ ਛਕਾਓ ਲੰਗਰ ਤੁਸੀਂ। ਹੁਣ ਵੀ ਇੱਕ ਪ੍ਰਥਾ ਹੈ ਕਿ ਜਿਹਨਾਂ ਨੂੰ ਬਹੁਤਾ ਪਿਆਰ ਹੋਵੇ, ਜਦੋਂ ਕਿਸੇ ਦੀ ਆਪਣੀ ਹੱਥੀਂ ਬੰਦਾ ਖਾਣਾ ਬਣਾਉਂਦਾ, ਆਪਣੀ ਹੱਥੀਂ ਮਾਂ ਆਪਣੇ ਬੱਚੇ ਵਾਸਤੇ ਆਪਣੀ ਹੱਥੇ ਖਾਣਾ ਬਣਾ ਕੇ ਫਕਰ ਮਹਿਸੂਸ ਕਰਦੀ ਹੈ ਆਪਣੇ ਬੱਚੇ ਦਾ ਪਿਆਰ ਨਾਲ।
ਨਹੀਂ ਬਾਬਾ ਬੁੱਢਾ ਜੀ ਨਹੀਂ, ਬਾਬਾ ਬੁੱਢਾ ਜੀ ਦੀ ਡੈਥ ਬਹੁਤ ਪਹਿਲੇ ਹੋ ਚੁੱਕੀ ਸੀ ਉਹਨਾਂ ਤੋਂ, ਉਹਨਾਂ ਦੇ ਖਾਨਦਾਨ ਵਿੱਚੋਂ ਹੈ, ਲੇਕਿਨ ਉਹਨਾਂ ਦੇ ਅੰਸ਼ ਵਿੱਚੋਂ ਹੈ, ਲੇਕਿਨ ਉਹਨਾਂ ਦਾ ਨਾਮ ਮੈਨੂੰ ਯਾਦ ਨਹੀਂ ਰਿਹਾ। ਅੰਦਰ I think Gurbaksh Singh. something. ਗੁਰਬਖਸ਼ ਸਿੰਘ ਜੀ, ਥੈਂਕ ਯੂ ਹਾਂਜੀ, ਗੁਰਬਖਸ਼ ਸਿੰਘ ਜੀ, ਹਾਂਜੀ। ਤੇ ਜਦੋਂ ਬੁਲਾਇਆ ਅੰਦਰੋਂ, ਜਦੋਂ ਤੇ ਮਾਤਾ ਜੀ ਨੂੰ ਕਿਹਾ ਗਿਆ ਕਿ ਮਾਤਾ ਜੀ ਲੰਗਰ ਤਿਆਰ ਕਰੋ, ਦਰਸ਼ਨ ਕਰਾਵਾਂਗੇ ਉਹਨਾਂ ਦੇ ਤੁਹਾਨੂੰ, ਜਿਨ੍ਹਾਂ ਦੀ ਤੁਸੀਂ ਸੁਖਮਨੀ ਚ ਰੋਜ਼ ਪੜ੍ਹਦੇ ਹੋ ਨਾ, ਉਹਨਾਂ ਦੇ ਦਰਸ਼ਨ ਤੁਹਾਨੂੰ ਅੱਜ ਹੋਣਗੇ। ਤੁਹਾਨੂੰ ਇਤਿਹਾਸ ਲਿਖਿਆ ਮਿਲਦਾ ਹੈ ਸੁਰਪ੍ਰਕਾਸ਼ ਵਿੱਚ, ਮਾਤਾ ਜੀ ਨੇ ਕੋਈ ਕੁਐਸਚਨ ਹੀ ਨਹੀਂ ਕੀਤੀ, ਮਾਤਾ ਜੀ ਨੇ ਖਾਲੀ ਉਹਨਾਂ ਨੂੰ ਦੇਖਿਆ ਇੱਕ ਵਾਰੀ, ਬਸ ਦੈਟਸ ਇਟ, ਉਹਨਾਂ ਦੇ ਸਾਰੇ ਕੁਐਸਚਨ ਆਨਸਰ ਹੋ ਗਏ। ਗਦ ਰੋ ਪਏ ਉੱਥੇ ਉਹ, ਕੁਝ ਕੁਐਸਚਨ ਕੋਈ ਕਿਸੇ ਨੇ ਕੋਈ ਕੁਐਸਚਨ ਪੁੱਛਿਆ ਹੀ ਨਹੀਂ, ਕੋਈ ਕਿਸੇ ਨੇ, ਇੱਕ ਸਿੱਖ ਨੇ ਜ਼ਰੂਰ ਕੁਐਸਚਨ ਪੁੱਛਿਆ ਉੱਥੇ ਵੀ ਕਿੱਥੋਂ ਆਏ ਹੋ, ਕਹਿੰਦੇ ਜਿੱਥੋਂ ਲੈ ਕੇ ਆਇਆ ਹੈ, ਮੈਂ ਉਹਦੇ ਆਨਸਰ ਤੁਹਾਨੂੰ ਦੇ ਰਿਹਾ। ਕਹਿੰਦੇ ਕਿੱਥੇ, ਕੱਲ ਕਿੱਥੇ ਜਾਓਗੇ, ਕਹਿੰਦੇ ਮੈਨੂੰ ਨਹੀਂ ਪਤਾ, ਜਿੱਥੇ ਉਹ ਲੈ ਕੇ ਜਾਏਗਾ ਉੱਥੇ ਜਾਵਾਂਗੇ। ਤੇ ਕਹਿੰਦੇ ਵੀ ਹੁਣ ਇੱਥੇ ਕੀ ਕਰੋਗੇ, ਕਹਿੰਦਾ ਜੋ ਮੇਰੇ ਕੋਲ ਕਰਵਾਏਗਾ ਉਹ ਕਰਾਂਗਾ, ਮੇਰੇ ਚ ਕੀ ਹੈ ਉੱਥੇ, ਮੇਰੀ ਮਰਜ਼ੀ ਥੋੜੀ ਨਾ ਕੋਈ ਚਲਦੀ ਹੈ, ਕੋਈ ਜੋ ਕਰਵਾਏਗਾ ਕਰਾਂਗਾ। ਕੱਲ ਕਿੱਥੇ ਜਾਓਗੇ, ਕਹਿੰਦੇ ਇਹ ਵੀ ਨਹੀਂ ਪਤਾ ਕਿੱਥੇ, ਜਿੱਥੇ ਉਹ ਲੈ ਕੇ ਜਾਏਗਾ ਮੈਂ ਚਲਾ ਜਾਵਾਂਗਾ, ਜਿੱਥੇ ਉਹ ਮੱਤ ਦੇਗਾ ਚਲਾ ਜਾਵਾਂਗਾ। ਤੇ ਮੈਂ ਅੱਗੇ ਨਹੀਂ ਜਾਣਾ, ਸਾਖੀ ਲੰਬੀ ਹੈ ਬੜੀ। ਤੇ ਉੱਥੇ ਮਾਤਾ ਜੀ ਨੇ ਉਹਨਾਂ ਨੂੰ ਫਿਰ ਲੰਗਰ ਛਕਾਇਆ, ਤੇ ਉਹਨਾਂ ਨੂੰ ਆਪਣੇ ਮਨ ਦੀ ਵਿਫਲਤਾ ਜਿਹੜੀ ਅੰਦਰ ਸੀ ਉਹ ਪੈਦਾ ਹੋ ਗਈ ਅੰਦਰ। ਮੈਂ ਤਾਂ ਇਹ ਕਹਿ ਰਿਹਾ ਕਿ ਜਿਹੜੇ ਉਸ ਲੋੜ, ਉਸ ਕ੍ਰਸ ਦੇ ਹੁਕਮ ਨੂੰ ਪਛਾਣ ਕੇ ਆਪਣੇ ਜੀਵਨ ਵਿੱਚ ਢਾਲਦੇ ਹਨ ਨਾ, ਜਿਹੜੇ ਉਹਨਾਂ ਨੂੰ ਹਰ ਚੀਜ਼ ਦੁਨੀਆ ਦੀ ਨੌਲੇਜ ਜਿਹੜੀ ਹੈ, ਉਹ ਹਰ ਦੁਨੀਆ ਦੀ ਫਿਜ਼ੀਕਲ ਤੇ ਨਾਨ ਫਿਜ਼ੀਕਲ ਮੈਂਟਲ ਹਰ ਚੀਜ਼ ਦੀ ਨੌਲੇਜ ਜਿਹੜੀ ਹੈ ਪਰਮਾਤਮਾ ਉਹਨਾਂ ਨੂੰ ਬਖਸ਼ ਦਿੰਦਾ, ਉਹਨਾਂ ਨੂੰ ਇਹ ਦੇ ਦਿੰਦਾ, ਉਹਨਾਂ ਨੂੰ ਉਹ ਹਰ ਚੀਜ਼ ਬਾਰੇ ਜਾਣੂ ਹੋ ਜਾਂਦੇ ਨੇ ਬੜੇ। ਸ਼ਲੋਕ ਸੰਸਕ੍ਰਿਤੀ ਵਿੱਚ ਕਿਤਨੇ 3 ਸ਼ਲੋਕ ਹਨ ਜਿਹੜੇ ਬਾਇਓਲੋਜੀ ਦੀ ਤਰਫ ਆਏ ਹਨ, ਜਿਹੜੇ ਬਾਇਓਲੋਜੀਕਲ ਡਿਸਕਸ਼ਨ ਹੈ ਹਿਊਮਨ ਬਾਡੀ ਕਿਸ ਤਰ੍ਹਾਂ ਬਣੀ ਹੈ, ਕਿਤਨੇ ਦੁਆਰ ਹਨ, ਰਕਤ ਕੀ ਹੈ, ਬਿੰਦ ਨਾਲ ਬਣਿਆ ਹੋਇਆ ਸਰੀਰ ਹੈ, ਚਮੜੀ ਕਿਸ ਤਰ੍ਹਾਂ ਚੜਾਈ ਹੋਈ ਹੈ ਉਹਦੇ ਉੱਤੇ। ਤੁਸੀਂ ਸੋਚੋਗੇ ਪੜ੍ਹ ਕੇ ਯਾਰ ਇਹ ਕਿਹੜਾ ਲੈਸਨ ਦਿੰਦੇ ਪਏ, ਇਹ ਕਿੱਥੋਂ ਇਹਨਾਂ ਨੂੰ ਪਤਾ ਲੱਗ ਗਿਆ ਸਭ ਸਾਰੀਆਂ ਚੀਜ਼ਾਂ, ਸੋ ਕਿਉਂਕਿ ਭਗਤ ਜਨ, ਗੁਰੂ ਜਨ ਜਿਹੜੇ ਉੱਥੇ ਤੱਕ ਪਹੁੰਚਦੇ ਹਨ, ਉਹਨਾਂ ਜਿਹੜੇ ਆਪਣੀ ਜਦੋਂ ਉਸ ਮਨਮੁਖ ਵਾਲੀ ਲਾਈਫ ਨੂੰ ਛੋੜ ਕੇ ਗੁਰਮੁਖ ਵਾਲੀ ਲਾਈਫ 'ਚ ਢਾਲਦੇ ਹਨ, ਜਿਹੜੇ ਉਹਨਾਂ ਨੂੰ ਹਰ ਆਨਸਰ ਮਿਲਣੇ ਸ਼ੁਰੂ ਹੋ ਜਾਂਦੇ ਹਨ। ਫਿਰ ਉਹਨਾਂ ਨੂੰ ਸਡਨਲੀ ਜੋ ਤੁਹਾਡੇ ਨਾਲ ਵਾਪਰ ਰਿਹਾ ਹੈ, ਜੋ ਉਸਨੂੰ ਐਕਸੈਪਟ ਕਰਨ ਵਿੱਚ ਤੇ ਉਹਦੇ ਵਿੱਚ ਖੁਸ਼ੀ ਮਾਣਨ ਦੀ ਤੁਹਾਡੇ ਅੰਦਰੋਂ ਇੱਕ ਅੰਦਰ ਲੋ ਜਿਹੜੀ ਹੈ ਪੈਦਾ ਹੋ ਜਾਂਦੀ ਹੈ ਅੰਦਰ। ਮੈਂ ਕੀ ਕਹਾਂ ਉਸ ਤੋਂ ਜ਼ਿਆਦਾ ਹੋਰ, ਜੋ ਵਟਪੜਿਆ ਹੈ ਤੁਹਾਡੇ ਨਾਲ ਸਾਂਝਾ ਕੀਤਾ ਹੈ। ਕਿੱਥੇ ਹੈ ਜ਼ਿਆਦਾ ਮਟੀਰੀਅਲ, ਕਿੱਥੇ ਤੁਸੀਂ ਪੜ੍ਹ ਸਕਦੇ ਹੋ, ਗੁਰਮਤਿ ਨਿਰਣੇ ਚੋਂ ਪੜ੍ਹ ਸਕਦੇ ਹੋ। ਸੰਥਿਆ ਦੀ ਪਹਿਲੀ ਵੋਲਿਊਮ ਵਿੱਚ ਬੜੀ ਡਿਟੇਲ ਆਈ ਹੈ। ਭਾਈ ਜੋਤ ਸਿੰਘ ਹਰਾਂ ਦਾ ਟੀਕਾ ਹੈ ਜਪਜੀ ਸਾਹਿਬ ਦਾ, ਉਹਦੇ ਵਿੱਚ ਤੁਹਾਨੂੰ ਬੜਾ ਕੁਝ ਮਿਲ ਸਕਦਾ ਹੈ। ਜਪਜੀ ਸਾਹਿਬ ਦੇ ਹੋਰ ਬੜੀਆਂ, ਪਿਆਰਾ ਸਿੰਘ ਪਦਮ ਹਰਾਂ ਦੀ ਹੁਕਮ ਦੀ ਡਿਸਕਸ਼ਨ ਆਈ ਹੈ ਬਹੁਤ ਸੋਹਣੀ, ਉਹ ਤੁਸੀਂ ਪੜ੍ਹ ਸਕਦੇ ਹੋ। ਬੜੀ ਜਗ੍ਹਾ ਨੇ ਆਥਰ ਨੇ ਇਸ ਬਾਰੇ, ਪਰ ਰਿਮੈਂਬਰ ਆਥਰਸ ਆਰ ਸਟਿਲ ਆਥਰਸ, there are not too many authors like ਭਾਈ ਸਾਹਿਬ ਵੀਰ ਸਿੰਘ ਜਿਨ੍ਹਾਂ ਨੇ ਐਕਸਪੀਰੀਅੰਸ ਕੀਤਾ ਸਾਰਾ ਕੁਝ। ਆਥਰਸ ਤੇ ਆਥਰਸ ਫਰਕ ਹੈ। ਇੱਕ ਆਥਰ, ਇੱਕ ਬੋਲਣ ਵਾਲੇ ਮੇਰੇ ਵਰਗੇ ਹਨ ਜਿਨ੍ਹਾਂ ਨੇ ਆਪ ਐਕਸਪੀਰੀਅੰਸ ਨਹੀਂ ਕੀਤੀਆਂ ਚੀਜ਼ਾਂ, ਜਾਂ ਕੀਤੀਆਂ ਵੀ ਹਨ ਤੇ ਬੜੀਆਂ ਲੋਅਰ ਲੈਵਲ ਦੀਆਂ ਕੀਤੀਆਂ ਹਨ, ਤੇ ਉਹ ਜੋ ਲਿਖਣਗੇ ਉਹ ਇੱਕ ਐਕੈਡੈਮਿਕ ਨੌਲੇਜ ਦੀ ਤਰ੍ਹਾਂ ਨਿਕਲੇਗੀ। ਪਰ ਜਦੋਂ ਭਾਈ ਗੁਰਦਾਸ ਐਕਸਪਲੇਨ ਕਰਨਗੇ, ਭਾਈ ਨੰਦ ਲਾਲ ਐਕਸਪਲੇਨ ਕਰਨਗੇ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਐਕਸਪਲੇਨ ਕਰਨਗੇ, ਉਹ ਆਪਣੇ ਜੀਵਨ ਦੇ ਜੋ ਐਕਸਪੀਰੀਅੰਸ ਆਏ ਹਨ ਉਹਦੇ ਵਿੱਚੋਂ ਤੁਹਾਨੂੰ ਉਹਨਾਂ ਨੂੰ ਗੱਲ ਨਜ਼ਰ ਆਏਗੀ ਤੁਹਾਡੀ। I hope I did justice to this first podi, the most important among every podi in Japji, the first is the most critical one. ਉਹਦੇ ਵਿੱਚ ਟੋਨ ਸੈਟ ਹੈ। ਹੁਣ ਅਗਲੀਆਂ ਡਿਸਕਸ਼ਨ ਜਿਹੜੀਆਂ ਆਉਣਗੀਆਂ ਉਹ ਹੁਕਮ ਦੀ ਰਜ਼ਾ ਦੇ ਚੱਲਣ ਤੇ ਫੋਕਸਡ ਹਨ ਸਾਰੀਆਂ। ਜੇ ਹੁਕਮ ਦੀ ਰਜ਼ਾ ਵਿੱਚ ਚੱਲਣਾ ਹੈ ਤੇ ਪਹਿਲੇ ਉਹਦੇ ਗੁਣ ਗਾ, ਮਨ ਵਿੱਚ ਪਿਆਰ ਪਾ, ਮਨ ਰੱਖੀਏ ਪਾਓ, ਕਿਉਂਕਿ ਉਹਦੀ ਭੋਲੀ ਜਿਹੜੀ ਹੈ ਭਾਖਿਆ ਪਾਓ ਅਪਾਰ ਹੈ। ਉਹਦੀ ਬੋਲੀ ਪਿਆਰ ਵਾਲੀ, ਆਪਸ ਚ ਪਿਆਰ ਪੈਦਾ ਕਰ। ਪਹਿਲੇ ਆਪਣੇ ਘਰ ਵਾਲਿਆਂ ਚ ਪਿਆਰ ਕਰ, ਆਪਣੇ ਸਮਾਜ ਵਿੱਚ ਪਿਆਰ ਪੈਦਾ ਕਰ, ਆਪਣੀ ਸੇਵਾ ਦੇ ਉੱਤੇ ਫੋਕਸ ਕਰ, ਫਿਰ ਪ੍ਰਮਾਤਮਾ ਨਾਲ ਪਿਆਰ ਵੀ ਤੇਰਾ ਜੁੜੇਗਾ, ਫਿਰ ਪ੍ਰਮਾਤਮਾ ਨਾਲ ਪਿਆਰ ਵੀ ਤੇਰਾ ਬਣੇਗਾ। ਪਰ I cannot tell you the underestimate the importance of the first podi.
which I essence ਪੌੜੀ ਦਾ ਇਹ ਹੈ ਕਿ ਆਪਣਾ ਜੀਵਨ ਦਾ ਸਟਾਈਲ, ਆਪਣੀ ਲਾਈਫ ਸਟਾਈਲ ਜਿਹੜਾ ਹੈ ਤੁਹਾਡਾ, ਉਸਨੂੰ ਗੁਰੂ ਸੈਂਟਰਿਕ ਕਰੋ, ਉਸਨੂੰ ਗੁਰਬਾਣੀ ਸੈਂਟਰਿਕ ਕਰੋ, ਔਰ ਉਸਨੂੰ ਐਕਟਿਵਲੀ ਗੁਰਬਾਣੀ ਸੈਂਟਰਿਕ ਕਰਨਾ ਹੈ, ਪੈਸਿਵਲੀ ਨਹੀਂ ਕਰਨਾ। ਜਿਸ ਤਰ੍ਹਾਂ ਮਨ ਪ੍ਰਬੋਧੋ ਹਰ ਕੇ ਨਾਏ ਹੈ, ਆਪਣੇ ਮਨ ਨੂੰ ਹੋੜਨਾ ਹੈ ਬਾਰ-ਬਾਰ ਉਸ ਤਰਫ। ਜਿਤਨੀ ਜ਼ਿਆਦਾ ਉਸ ਲਾਈਨ ਦੇ ਨੇੜੇ ਆਓਗੇ ਉਤਨਾ ਤੁਹਾਡਾ ਕੰਮ ਈਜ਼ੀ ਹੋ ਜਾਏਗਾ। And I think I'm going to stop here. If anybody has any questions, they can ask me. And next week, the important discussion de which we are going to talk about the second pori. And now that you have a little better understanding of the word hukam, we are going to focus on the exact opposite side of hukam. Oh and home, you know. ਤੇ ਕਿਹੜੇ ਵਰਡ ਆਏ ਹਨ ਸੈਕੰਡ ਪੌੜੀ ਵਿੱਚ? ਨਾਨਕ ਹੁਕਮੇ ਜੇ ਬੁਝੈ ਤੇ ਹਉਮੈ ਕਹੈ ਨ ਕੋਇ। ਜਿਹੜਾ ਹੁਕਮ ਨੂੰ ਬੁਝ ਲੈਂਦਾ ਹੈ ਉਹਦੇ ਅੰਦਰ ਹਉਮੈ ਖੁਦ ਬ ਖੁਦ ਚਲੀ ਜਾਂਦੀ ਹੈ। ਪਰ ਜੇ ਹਉਮੈ ਹੋਏਗੀ ਤਾਂ ਫਿਰ ਹੁਕਮ ਨਹੀਂ ਹੈ। ਹਾਂ, ਇਹ ਗੱਲ ਜ਼ਰੂਰ ਹੈ ਕਿ ਹਉਮੈ ਦਾ ਲੈਵਲ ਘਟਦਾ ਹੈ ਤੇ ਹੁਕਮ ਦਾ ਲੈਵਲ ਵੱਧਦਾ ਹੈ। ਜੇ ਅਗਰ ਇਕੁਅਲ ਸਮ 10 ਹੈ ਉਹਦਾ, ਤੇ ਜੇ ਹੁਕਮ ਦਾ ਲੈਵਲ ਜਿਹੜਾ ਲੈਵਲ 7 ਤੇ ਹੁਕਮ ਤੇ ਜੀ ਸਕਦਾ ਹੈ, ਤਾਂ ਸਮਝ ਲਓ ਉਹਦੇ ਹਉਮੈ ਦਾ ਲੈਵਲ ਸਿਰਫ 2 ਜਾਂ 3 ਦਾ ਹੀ ਹੈ, ਜ਼ਿਆਦਾ ਨਹੀਂ ਹੈ, ਬਹੁਤ ਘੱਟ ਹੈ ਉਹਦੇ ਚ ਕਨਸੈਪਟ ਵਾਲਾ ਹਉਮੈ ਵਾਲਾ। So we will try to understand that home word भी मुश्किल है समझाना, वो भी कठिन है वर्ड बहुत। और वेस्टर्न थियोलॉजी एग्जिस्ट नहीं करता। वेस्टर्न इस्लामिक थ्योरी विच ते हिंदुइज्म दी सनातनी थ्योरी दे विच भी होमे वाला कॉन्सेप्ट जिहड़ा है बहुता फोकस नहीं है उस कॉन्सेप्ट दे उत्ते। गुरु नानक देव जी दा अपना एक वेकला उन्हां दी ए वर्ड है होमे वाला। विद असि डिस्टिंक्शन करांगे बिटवीन द वर्ड अहंकार ते होमे विच, and try to find that fine line between the two, you know. That's it. Any questions or any comments or questions before I end the class? Virji, I have a question. ਤੁਸੀਂ ਜਦੋਂ ਸ਼ੁਰੂ ਕੀਤਾ ਸੀ ਰੋਗ ਦੇ ਬਾਰੇ ਚ, you started by saying ਕਿ there are 3 spellings of ਰੋਗ, but ਤੁਸੀਂ ਮੁਕਤਾ ਵਾਲਾ ਦਾ meaning ਤੇ ਔਂਕੜ ਵਾਲਾ ਦਾ, but you didn't talk about the third spelling in third ਰੋਗ ਦਾ ਗੱਗੇ ਨੂੰ ਜਿੱਥੇ ਸਿਹਾਰੀ ਹੋਏਗੀ, ਜਿੱਥੇ ਉਤੇ ਮਤਲਬ ਹੈ ਰੋਗ ਦੁਆਰਾ ਜਾਂ ਰੋਗ ਤੋਂ ਜਾਂ ਰੋਗ ਤੋਂ ਜਾਂ ਰੋਗ ਦੁਆਰਾ ਜਾਂ ਰੋਗ ਵਿੱਚੋਂ, you know, something ਕਰਤੇ ਦਾ ਕਾਰਕ ਦਾ ਫਰਕ ਆ ਜਾਏਗਾ ਉੱਥੇ, ਤੇ ਉੱਥੇ ਫਿਰ ਕਰਨ ਕਾਰਕ ਵਿੱਚ ਜਾਂ ਅਧਿਕਰਨ ਕਾਰਕ ਵਿੱਚ ਹੋਏਗਾ। ਮਤਲਬ ਕਿ ਕਾਰਕ ਦੇ ਡਿਫਰੈਂਸਸ ਹਨ, you know, ਕਾਰਕ ਦੇ ਇੰਗਲਿਸ਼ ਵਰਡ ਕੇਸਿਸ ਐਂਡ ਕੇਸਿਸ ਵਿੱਚ ਫਰਕ ਹੈ, you know, ਕਿਹੜੇ ਕੇਸ ਵਿੱਚ ਆਏਗਾ ਵਰਡ ਤੇ ਉੱਤੇ। ਪਰ ਰੋਗ ਐਜ਼ ਅ ਜਨਰਲ ਰੂਲ ਜਦੋਂ ਰੋਗ ਦੇ ਗੱਗੇ ਨੂੰ ਔਂਕੜ ਵਾਲਾ ਜਿਹੜਾ ਹੈ ਉਹ ਹੋਮੇ ਦੇ ਬਾਰੇ ਆਏਗਾ। ਤੇ ਕਿਆ ਕਮਾਲ ਦਾ ਸ਼ਲੋਕ ਹੈ ਆਸਾ ਦੀਵਾਰ ਵਿੱਚ ਹੋਮੇ ਬਾਰੇ। ਮੈਂ ਕਹਿੰਦਾ ਕੋਈ ਐਸੀ ਕਲੈਰਿਟੀ ਦਿੱਤੀ ਹੈ ਉੱਥੇ, ਐਸੀ ਕਲੈਰਿਟੀ ਦਿੱਤੀ ਹੈ। ਔਰ ਇਹੋ ਜਿਹੀ ਕਲੈਰਿਟੀ ਮੈਂ ਇੱਕ ਗੱਲ ਕਲੀਅਰ ਕਰ ਦਿਆਂ, ਇਹੋ ਜਿਹੀ ਕਲੈਰਿਟੀ ਉਹੀ ਦੇ ਸਕਦਾ ਹੈ ਜਿੱਥੇ ਆਪ ਪੂਰੀ ਜ਼ਬਰਦਸਤ ਕਲੈਰਿਟੀ ਹੋਵੇ, ਜਿਸਨੂੰ ਤੇ ਜਿਹੜਾ ਆਪ ਕਨਫਿਊਜ਼ ਹੋਵੇ, ਆਪ ਨੂੰ ਪਤਾ ਨਾ ਹੋਵੇ ਕੀ ਹੋ ਰਿਹਾ, ਉਹ ਨਹੀਂ ਦੱਸ ਸਕਦਾ, you know। ਪਰ ਸਾਡੀ ਬਦਕਿਸਮਤੀ ਇਹ ਹੈ ਕਿ ਅਸੀਂ ਆਸਾ ਦੀ ਵਾਰ ਦੀ ਬਾਣੀ ਨੂੰ ਨਹੀਂ ਸਮਝ ਪਾਏ, ਨਾ ਸਮਝਣ ਦੀ ਉਹਨਾਂ ਲਾਈਨਾਂ ਦੀ ਨਾ ਗਿਆਤ ਹੋਣ ਦੇ ਕਾਰਨ। ਨਹੀਂ ਤੇ ਕਦੀ ਹੋ ਸਕਦਾ ਹੈ ਕਿ ਗੁਰੂ ਕੇ ਸਿੱਖ ਨੂੰ ਲਿਖੀਆਂ ਹੋਈਆਂ ਬਾਣੀਆਂ ਹੋਣ ਤੇ ਗੁਰੂ ਕੇ ਸਿੱਖ ਨੂੰ ਹੋਮੇ ਨਾ ਪਤਾ ਹੋਵੇ ਕੀ ਹੈ ਨਾ, ਔਰ ਹੋਮੇ ਦੂਰ ਕਿਸ ਤਰ੍ਹਾਂ ਹੁੰਦੀ ਹੈ ਇਹ ਵੀ ਨਾ ਪਤਾ ਲੱਗੇ ਕਿਸ ਤਰ੍ਹਾਂ ਹੁੰਦੀ ਹੈ, ਕਿਉਂਕਿ ਹੋਮੇ ਦੂਰ ਹੋਣੀ ਹੈ ਜਿਹੜਾ ਗੁਰੂ ਕਾ ਸ਼ਬਦ ਕਮਾਏਗਾ। ਉਹਦੇ ਵਰਡ ਲਾਸਟ ਇਹੀ ਆਏ ਹਨ, you know, ਗੁਰੂ ਕੇ ਸ਼ਬਦ ਦੀ ਕਮਾਈ ਜਿਹਦੇ ਚ ਹੈ। ਤੇ ਸ਼ਬਦ ਕੀ ਹੈ? ਹੁਕਮ ਨੂੰ ਪਹੁੰਚਣ ਦਾ ਜ਼ਰੀਆ ਹੈ। ਹੁਕਮ ਤੇ ਸ਼ਬਦ ਚ ਕੋਈ ਫਰਕ ਨਹੀਂ ਹੈ। ਸ਼ਬਦ ਸਮਝ ਲਓ ਇੱਕ what's the right word, you tangible ਰੂਪ ਆਫ ਹੁਕਮ ਹੈ, ਤੇ ਨਾਮ intangible ਰੂਪ ਵਿੱਚ ਸ਼ਕਤੀ ਹੈ ਉਸਦੀ, ਤੇ ਸ਼ਬਦ tangible ਰੂਪ ਵਿੱਚ ਨਾਮ ਹੈ। ਉਹ ਹੈ ਗੁਰਬਾਣੀ ਸਾਡੇ ਵਾਸਤੇ। ਹੋਰਾਂ ਵਾਸਤੇ ਗੁਰਬਾਣੀ ਨਹੀਂ ਹੈ, ਉਹ ਆਪਣਾ ਰਸਤਾ ਆਪ ਚੁਣਨ। ਕਈਆਂ ਵਾਸਤੇ ਗੀਤਾ ਹੈ, ਕਈਆਂ ਵਾਸਤੇ ਕੁਰਾਨ ਹੈ, ਕਈਆਂ ਵਾਸਤੇ ਬਾਈਬਲ ਹੈ, ਮੁਬਾਰਕ ਹੈ ਉਹਨਾਂ ਨੂੰ, ਹੈ ਨਾ, ਉਹਨਾਂ ਆਪਣੇ ਰਸਤੇ ਤੇ ਜਾਣ, ਉਹ ਗੁਰੂ ਬਖਸ਼ੇ ਉਹਨਾਂ ਨੂੰ ਉਹਨਾਂ ਦਾ ਰਸਤਾ, ਉਹ ਆਪਣੇ ਰਸਤੇ। ਸਾਡੇ ਵਾਸਤੇ ਗੁਰਬਾਣੀ ਹੈ, ਸਾਡੇ ਵਾਸਤੇ ਰਸਤੇ ਦਿੱਤੇ ਹੋਏ, ਸਾਡੇ ਵਾਸਤੇ ਜਿਸ ਨੂੰ ਮੱਥਾ ਟੇਕਦੇ ਹੋ ਗੁਰਦੁਆਰੇ, ਉਹ ਹੈ ਰਾਹ, ਉਹਦੇ ਵਿੱਚ ਹੈ ਸਾਰਾ ਕੁਝ, ਹੈ ਨਾ। ਸੋ ਅਗਲੇ ਹਫਤੇ ਉਹਦੇ ਤੇ ਫੋਕਸ। So next week is an important discussion. I try to, you know, read up again as much as possible and try to prepare myself, you know, as much as Guru wants me to prepare. Hanji.
ਤੇ ਪੁੱਛਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ I will stay here for a couple of more minutes if somebody has any questions. Virji, do you have, yeah, I just wanted to ask you. Sure, Virji, please. ਤੁਸੀਂ ਬਹੁਤ ਸੋਹਣੀ ਤਰ੍ਹਾਂ ਐਕਸਪਲੇਨ ਕੀਤਾ ਔਰ ਉਹਦੇ ਨਾਲ ਬੜੇ ਵਿਚਾਰ ਔਰ ਕੁਐਸਚਨਸ ਵੀ ਰਾਈਜ਼ ਹੋਏ ਆ, ਉਹਨਾਂ ਵਿੱਚੋਂ ਮੈਂ ਇੱਕ ਜਾਂ ਦੋ ਮੈਂ ਪੁੱਛ ਸਕਣਾ। ਬਿਲਕੁਲ ਪੁੱਛੋ। ਇੱਕ ਤੇ ਇਹ ਹੈ ਕਿ ਜਦੋਂ ਅਸੀਂ ਹੁਕਮ ਦੀ ਗੱਲ ਕਰਦੇ ਪਏ ਹਾਂ, I was trying to think of ਕਿ ਜੀ ਜਿਹੜਾ ਲਿਖਿਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਜਾਂ ਕੀਰਤਨ ਸੁਨੇ ਹਰ ਕੀਰਤਨ ਗਾਵੇ, so that is those both seem to be part of hukam. Absolutely. And so jeda tusi because these are specific directives keh lo, aur ਇਹ ਵੀ ਮੈਂ ਸੋਚਦਾ ਪਿਆ ਸੀ ਕਿ ਹੁਕਮ is in the form of directive and it's in the form that things happen in time. Matlab ke there is a directive and then things are happening within time and within relationships. That is correct. Bilkul. So lower crust which je deeper crust which jehda second wala part hai te upper crust which jehda tusi jehda dasya hone. Yeah bilkul theek hai ਤੁਹਾਡੀ ਗੱਲ 100% right. So ਉਹਦੇ ਵਿੱਚੋਂ ਇੱਕ question arise ਹੁੰਦਾ ਹੈ, and this is a very practical matter, ਕਿ ਅਸੀਂ relationships ਦੇ ਵਿੱਚ ਜਦੋਂ ਗੱਲ ਕਰਨੇ ਆ ਤੇ relationships ਦੇ ਵਿੱਚ we see on the ground level ਕਿ in a marriage there are certain marriages ਜਿਹਦੇ ਵਿੱਚ ਕਿ there is a lot of abuse going on. ਹਾਂਜੀ. And it is mostly directed towards women, but there are men who have been subjected to abuse also. Bilkul. ਉਹਦੇ ਵਿੱਚ ਕੀ ਹੁੰਦਾ ਹੈ ਕਿ one is that the affected party, woman or man, ਉਹ ਗੁਰੂ ਸਾਹਿਬ ਦਾ ਸਹਾਰਾ ਲੈ ਕੇ ਇੱਕ ਤੇ ਉਹ ਕਹਿੰਦੇ ਨੇ ਕਿ ਜਦੋਂ ਮੇਰੇ ਤੇ ਕੋਈ ਤਸ਼ੱਦਦ ਹੋਏਗੀ ਤੇ ਮੈਂ ਉਸ ਵੇਲੇ ਪਾਠ ਕਰ ਲਾਂਗੀ ਜਾਂ ਕਰ ਲਾਂਗਾ ਤੇ that will get me over this. The second part to that is becomes a little more tougher, is that when it, as you were trying to explain, I think in the part of your discussion, is कि जब तशद्दद चल रही है, हुन ओदे विचों we find it very difficult at times to get the woman or the man to say कि जी ये मेरा पाना ये हुक्म नहीं हैगा, मतलब and it is not that I have to continue to, or my children have to continue to suffer the abuse at the hands of the partner, and so it becomes a very tangible, very bilkul. So yeah, bilkul nahi, 100% you're right Virji ki ਚਾਰ ਪੁੱਤਰ ਉਹਨਾਂ ਨੇ ਗਵਾਏ ਆਪਣੇ ਉਸ ਪ੍ਰਮਾਤਮਾ ਦਾ ਹੁਕਮ ਸੀ, ਠੀਕ ਹੈ, ਚਲੇ ਗਏ। ਦਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਕਿਹਾ ਠੀਕ ਹੈ ਜੀ ਸਾਰੇ ਚਾਰ ਚਲੇ ਗਏ ਹਨ ਤੇ ਠੀਕ ਹੈ ਹੁਣ ਬਾਕੀ 40,000 ਵੀ ਚਲੇ ਜਾਣਗੇ, ਅਸੀਂ ਬੈਠੇ ਹਾਂ ਆਰਾਮ ਨਾਲ ਇੱਥੇ। ਹੁਕਮ ਦਾ ਮਤਲਬ ਇਹ ਨਹੀਂ ਹੈ। ਹੁਕਮ ਦਾ ਮਤਲਬ ਇਹ ਹੈ ਕਿ ਜੋ ਹੋ ਰਿਹਾ ਹੈ ਉਸਨੂੰ ਖੁਸ਼ੀ ਨਾਲ ਐਕਸੈਪਟ ਕਰਨਾ ਤੇ ਦੇਖਣਾ ਉਸ ਤੋਂ ਬਾਅਦ ਕਿ ਇਹ ਮੇਰੇ ਨਾਲ ਹੋ ਰਿਹਾ ਹੈ, ਮੈਂ ਇਹਨੂੰ ਕਿਸ ਤਰ੍ਹਾਂ ਕਰੈਕਟ ਕਰਾਂ, ਇਸਨੂੰ ਮੈਂ ਜੇ ਮੇਰੇ ਨਾਲ ਖਰਾਬ ਹੋ ਰਿਹਾ। ਵੀ ਰਿਮੈਂਬਰ ਜਿਹੜਾ ਤਸੀਹੇ ਦੇ ਰਿਹਾ, ਜਿਹੜਾ ਇਸ ਕੇਸ ਵਿੱਚ ਹਸਬੈਂਡ ਹੈ ਜਾਂ ਵਾਈਫ ਹੈ, ਜਿਹੜਾ ਵੀ ਅਬਿਊਜ਼ ਕਰ ਰਿਹਾ ਰਿਲੇਸ਼ਨਸ਼ਿਪ ਨੂੰ, ਉਹ ਆਪ ਤੇ ਹੁਕਮ ਵਿੱਚ ਨਹੀਂ ਹੈ ਨਾ। ਦੇਖੋ ਜਿਹੜਾ ਹੁਕਮ ਵਿੱਚ ਆਪ ਨਹੀਂ ਹੈ ਉਹ ਹੁਕਮ ਕੀ ਫੋਲੋ ਕਰੇਗਾ। ਔਰੰਗਜ਼ੇਬ ਤੇ ਹੁਕਮ ਵਿੱਚ ਨਹੀਂ ਹੈ ਨਾ, ਹੈ ਨਾ, ਤੇ ਨਾ ਹੀ ਜਿਹੜੇ ਤਸੀਹੇ ਦਿੰਦੇ ਹਨ ਉਹ ਆਪ ਹੁਕਮ ਵਿੱਚ ਹਨ। ਹੁਣ ਹੋਮੇ ਵਾਲੇ ਵਿੱਚ ਇਹ ਇਸ਼ੂ ਆਏਗਾ। ਹੋਮੇ ਵਾਲਾ ਜੇ ਆਪ ਹੁਕਮ ਵਿੱਚ ਹੀ ਨਹੀਂ ਹੈ, ਹੁਣ ਦੇਖੋ ਨਾ, ਮੈਂ ਅਗਰ ਤੁਹਾਡੀ ਐਗਜ਼ਾਮਪਲ ਮੈਂ ਫਰਦਰ ਲੈਣਾ ਵੀਰ ਜੀ, ਇੱਕ ਚੋਰ ਕਹੇ ਕਿ ਮੈਂ ਚੋਰੀ ਤਾਂ ਕੀਤੀ ਹੈ ਕਿਉਂਕਿ ਮੈਂ ਹੁਕਮ ਵਿੱਚ ਆਉਂਦਾ, ਮੈਂ ਹੁਕਮ ਹੋਇਆ ਚੋਰੀ ਕਰਨ, ਹਾਂਜੀ। ਤੇ ਇਨਫੈਕਟ ਇਸੀ ਸੰਥਿਆ ਦੀ ਇਸੀ ਵੋਲਿਊਮ ਵਿੱਚ 2-3 ਪੇਜ ਛੋੜ ਕੇ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਲਿਟਲ ਫਨੀ ਸਟੋਰੀ ਲਿਖੀ ਹੈ ਇੱਥੇ ਇੱਕ, ਤੇ ਮੈਂ ਤੁਹਾਨੂੰ ਪੇਜ ਨੰਬਰ ਦੱਸ ਦਿਆਂਗਾ, ਤੁਸੀਂ ਖੁਦ ਪੜ੍ਹ ਲੈਣਾ। ਬਿਲਕੁਲ ਸਿਮਿਲਰ ਹੈ ਤੁਹਾਡੇ ਨਾਲ ਜਿਹੜੀ ਸਟੋਰੀ। ਜਿਹੜਾ ਅਬਿਊਜ਼ ਕਰ ਰਿਹਾ ਰਿਲੇਸ਼ਨਸ਼ਿਪ ਨੂੰ, ਜਿਹੜਾ ਲੈ ਰਿਹਾ ਅਬਿਊਜ਼, ਉਹ ਇਹ ਨਾ ਸਮਝੇ ਇਹ ਮੇਰੀ ਕਿਸਮਤ 'ਚ ਲਿਖਿਆ ਹੋਇਆ ਤੇ ਇਹ ਮੇਰੇ 'ਚ ਹੁਕਮ ਹੈ। ਹਾਂ, ਇਸ ਗੱਲ ਨੂੰ ਸਮਝੇ ਕਿ ਇਹ ਜੋ ਕਰਦਾ ਪਿਆ ਹੈ ਪ੍ਰਮਾਤਮਾ ਦੇ ਹੁਕਮ ਦੇ ਖਿਲਾਫ ਕਰਦਾ ਪਿਆ ਹੈ। ਪ੍ਰਮਾਤਮਾ ਦੇ ਹੁਕਮ ਦੇ ਵਿੱਚ ਤੇ ਕੰਪੈਸ਼ਨ ਹੈ, ਤੇ ਕੰਪੈਸ਼ਨ ਹੈ ਹੀ ਨਹੀਂ ਇਹਦੇ ਵਿੱਚ।
इस वास्ते मैं इस जुल्म के खिलाफ आवाज उठानी है। ठीक है, जो मेरे नाल हो रहा वो हो रहा, क्यों हो रहा है मेरे नाल, लेकिन ਇਹਦਾ मतलब ये नहीं कि मैं ਇਹਦੇ खिलाफ कुछ ना करा, ਇਹਦੇ ਨਾਲ स्ट्रगल ना करा, है ना। स्ट्रगल करनी है तुसी, और देखना है ਜਿਹੜਾ हुक्म कर रहा है ਤੁਹਾਡੇ ਤੇ, ਜਿਹੜਾ ਜੇ औरंगजेब वर्गा बंदा है या ਤੁਹਾਡੀ एग्जांपल भी जी ਜਿਹੜਾ ਅਬਿਊਸਿਵ ਹਸਬੈਂਡ ਜਾਂ ਅਬਿਊਸਿਵ ਵਾਈਫ है, ਉਹ ਤੇ ਆਪ ਹੁਕਮ ਵਿੱਚ ਨਹੀਂ ਹੈ। ਉਹ ਜਿਹੜੇ ਖੁਦ ਹੁਕਮ ਵਿੱਚ ਨਹੀਂ ਹੈ, ਜਿਹੜੇ ਖੁਦ ਵਿੱਚ ਕੰਪੈਸ਼ਨੇਟ ਨਹੀਂ ਹੈ, ਉਸ ਉਹਦੇ ਉੱਤੇ ਮੇਰਾ ਹੁਕਮ ਇਹ ਹੈ ਕਿ ਉਸ ਜ਼ੁਲਮ ਦੇ ਖਿਲਾਫ ਆਵਾਜ਼ ਉਠਾਣੀ, ਜੋ ਹੋਇਆ ਦਸਮ ਪਿਤਾ ਨੇ ਕਰਕੇ ਦਿਖਾਇਆ ਜੋ। ਸੋ ਇਹਦੀ ਗਲਤ ਮਤਲਬ ਨਹੀਂ ਕੱਢ ਲੈਣੇ। ਤੇ ਮੈਂ ਉਹ ਫਨੀ ਸਟੋਰੀ ਵੀ ਸ਼ੇਅਰ ਕਰ ਲਾਂ ਤੁਹਾਡੇ ਨਾਲ, ਸੰਥਿਆ ਚ ਪੜ੍ਹ ਲੈਣਾ, ਲਿਖੀ ਹੋਈ ਹੈ। ਇੱਕ ਚੋਰ ਪਕੜਿਆ ਗਿਆ ਚੋਰੀ ਕਰਦਿਆਂ, संध्या चाहिए वर्ड हुक्म दे मीनिंग समझाया, और चोरी करके मैं पहले भी बड़ी बड़ी क्लास कही गल, मैं पता नहीं पहले बड़ी बड़ी सुनी होगी, वो चोर के चोरी करके पकड़ा गया, पुलिस लै गई चोर जेल च, तो किते कोर्ट सामने हाजिर होया ते जज नूं कहंदा मेरा कसूर नहीं है। कहंदा क्यों? कहंदा मेरे को करवाया गया, मैं ते करण कराण समर्थ ही नहीं है, मैं कोई करण कराण वाला वो है, मेरे को चोरी करवाई गई है, मेरा मन ते नहीं सी, पर वो चाहता सी चोरी करा ते मैं चोरी की। संख्या चाहे पढ़ लेना खुद, जपजी साहब की हुक्म की व्याख्या विच उन्होंने ये स्टोरी लिखी है, और एक यू विल रिलेट टू दिस स्टोरी अ लॉट। ते उन्हें क्या, ते जज भी सियाना सी बड़ा, जज ने क्या हाँ गल ते वाकई तेरी ठीक है यार, अपने आप ते बंदा कुछ करन समर्थ नहीं है, जो कोई करवाए ना, ते तेरे को चोरी करवाई गई, ते मैं बड़ा इस गल ते बड़ा मैनू 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 खराब महसूस हो रहा कि तेरा कसूर नहीं है, ते काम करदे आ तेरी सजा जिहड़ी है ना वो 10 साल दी सजा है हुण इस चोरी करके। ऊपर टिक मारिया कहंदा है क्यों, इस चोरी सजा ते 6 महीने दी हुंदी है खाली, तो 10 साल दी किसा कर, कहंदे वैसे 6 महीने दी हुंदी है, पर मैनू हुणे हुक्म आया उतों कि तेरे वास्ते 10 साल दी है, यू नो, वैसे है 5-6 महीने दी सजा है दे उत्ते, लेकिन जिसा तैनू हुक्म होया चोरी करन दा, मैनू हुणे फौरन हुक्म होया कि तेरी सजा नू 10 साल कीता जाए, यू नो। सो हुक्म दे आड़ विच आके, हुक्म दी आड़ नू लैके कोई गलत काम करे, हुक्म दी आड़ विच आके ये कहे कि मैं सवेरे उठ के टीवी देखांगा या कुछ होर करांगा क्योंकि मेरे ते हुक्म नहीं है बाणी पढ़न दा, हुक्म दी आड़ विच ये कहे कि मैं चोरी कीती है या मैं चीटिंग कीती है या मैं कंपैशनेट नहीं हाँ क्योंकि मेरे ते हुक्म नहीं है कंपैशनेट होने दा, इस वास्ते क्योंकि उहदा कसूर है, ਉਹਦਾ ਕਸੂਰ ਹੈ, ਮੇਰਾ ਕਸੂਰ ਨਹੀਂ ਹੈ। And if somebody has that line of thinking though, then I tell you, ਫਿਰ ਤੁਹਾਡੀ ਤੁਸੀਂ ਸਿਰਫ ਉਹ ਲਾਈਨ ਤੁਹਾਡੀ ਅਲੱਗ ਨਹੀਂ ਹੈ ਖਾਲੀ ਮਨਮੁਖ ਵਾਲੀ, ਤੁਹਾਡੀ ਲਾਈਨ ਤੇ ਬਿਲਕੁਲ ਹੀ ਆਪੋਜ਼ਿਟ ਡਾਇਰੈਕਸ਼ਨ ਤੇ ਚੱਲਦੀ ਪਈ ਹੈ। ਫਿਰ ਉੱਥੇ 0 ਔਰ 10 ਦਾ ਹੈ ਫਰਕ, ਫਿਰ ਤੁਹਾਡੇ ਅੰਦਰ ਹੁਕਮ 0 ਹੈ ਜੇ ਤੁਹਾਡੀ ਸੋਚਣੀ ਉਸ ਤਰ੍ਹਾਂ ਦੀ ਹੈ। ਮੇਰੇ 'ਚ ਹੁਕਮ ਨਹੀਂ ਹੈ ਹਾਲੇ ਕੀਰਤਨ ਸਿੱਖਣ ਦਾ, क्योंकि अंदरों मन नहीं मेरा कर रहा, तो मैं परमात्मा को ब्लेम करा कि मेरे जो हुक्म नहीं है कीर्तन सिखना, मैं हाले मेहनत नहीं करनी, और जो हुक्म होएगा तो फिर कीर्तन सिखांगे, जो हुक्म होएगा तो मैं कीर्तन करांगा। हाँ जी, हाले क्योंकि मैंने क्यों नहीं सीख रहा, क्योंकि मेरे हुक्म नहीं है, हाले हुक्म नहीं होया ओदा। हाँ, ये अगर तुसी अगर ए वाली थ्योरी प्रोपेगेट करदे पियो, ये अपने मन को समझा लो जिन्ना भी समझाना है, बट ये जे बंदे जेड़े सोचते हैं जेड़े वो ते बिल्कुल एग्जैक्ट ऑपोजिट चलते पे ने। जी, ਉਹਦਾ ਹੁਕਮ ਤੇ ਹੋਰ ਹੈ, ਤੁਹਾਡਾ ਹੁਕਮ ਤੁਸੀਂ ਆਪਣਾ ਹੁਕਮ ਉਹਦੇ ਹੁਕਮ 'ਚ ਮਿਲਾ ਕੇ ਤੇ ਕਹੋ ਕਿ ਮੇਰਾ ਹੁਕਮ, ਤੁਹਾਨੂੰ ਉਹ ਚੀਜ਼ ਪਸੰਦ ਹੈ ਤੇ ਤੁਸੀਂ ਆਪਣੇ ਹੁਕਮ ਨੂੰ ਉਹਦੇ ਹੁਕਮ 'ਚ ਮਿਲਾਉਂਦੇ ਪਏ ਹੋ। ਇਸੇ ਵਾਸਤੇ ਇਹਦੀ ਕਈ ਵਾਰੀ ਡਿਸਕਸ਼ਨ ਕੰਪਲੈਕਸ ਹੋ ਜਾਂਦੀ ਹੈ। ਹਾਂਜੀ, I think Narinder ji wants to say something. I have one comment. ਸੀ ਔਰੰਗਜ਼ੇਬ ਦੀ ਗੱਲ ਕੀਤੀ ਸੀ, ਹੁਕਮ ਵਿੱਚ ਨਹੀਂ ਹੈ। So what we consider just can also depend upon how the society views it, or where you're born and what religion is, right? So for Aurangzeb, he thought it was right thing to do to convert non-Muslims into Muslim. So this is how do you understand that? Okay, let me correct you there. That was not his problem, Vati, conversion wali. That was not his major issue. ਆਪਣੇ ਜ਼ਿੰਦਾ ਪਿਓ ਦੀਆਂ ਅੱਖਾਂ ਕੱਢਣੀਆਂ ਇਹ ਕਿਥੇ ਇਸਲਾਮ 'ਚ ਲਿਖਿਆ ਵੀਰ ਜੀ?
ਆਪਣੇ ਭਰਾਵਾਂ ਨੂੰ ਆਪਣੇ ਸਾਹਮਣੇ ਸਲਾਖਾਂ ਦੇ ਨਾਲ ਦੋਨੋਂ ਅੱਖਾਂ ਕੱਢ ਕੇ ਤਸੀਹੇ ਦੇ ਕੇ ਮਾਰ ਦੇਣਾ, ਇਹ ਕਿਹੜੀ ਸ਼ਰਾ ਦੀ ਕਿਤਾਬ 'ਚ ਲਿਖਿਆ ਹੋਇਆ? No, but there No, some no, people are being ਜਿਹੜੀਆਂ brainwashed. ਉਹਨਾਂ ਨੇ People are getting brainwashed. Like even Yeah. now it happens. They're being brainwashed into ਵੀਰ killing. ਜੀ ਉਹਦੇ ਵਿੱਚ There are- ਪ੍ਰੋਬਲਮ ਸਿਰਫ ਕਨਵਰਜਨ ਦੀ ਨਹੀਂ ਸੀ, ਕਨਵਰਜਨ ਦਾ ਰੂਲ ਨਹੀਂ ਸੀ। ਜੇ ਪ੍ਰਮਾਤਮਾ ਨਾਲ ਜੁੜਿਆ ਹੁੰਦਾ ਨਾ ਬੰਦਾ ਤੇ ਕਨਵਰਟ ਕਰਦਾ ਤੇ ਹੋਰ ਗੱਲ ਸੀ। ਉਹਦੇ ਸਿਰਫ ਕਨਵਰਜਨ, ਉਹ ਪਾਵਰ ਹੰਗਰੀ ਸੀ ਵੀਰ ਜੀ। ਕੌਣ ਕੋਈ ਦੱਸੋ, ਕੋਈ ਦੁਨੀਆ ਇਤਿਹਾਸ ਵਿੱਚ ਲਿਖਿਆ ਹੋਇਆ ਕਿਤੇ ਕਿ ਆਪਣੇ ਧੀ ਨੂੰ ਮਰਵਾਇਆ ਹੋਵੇ ਜਿਸਨੇ ਤਸੀਹੇ ਦੇ ਕੇ? ਜ਼ੈਦ ਨੁਸਾ ਨੂੰ ਨੇ ਜ਼ਹਿਰ ਦੇ ਕੇ 10 ਮਹੀਨੇ ਸਲੋ ਪੋਇਜ਼ਨਿੰਗ ਕਰਕੇ ਮਰਵਾਇਆ ਉਸਨੇ ਆਪਣੇ। ਸੋ ਇਹ ਗੱਲਾਂ ਤੁਸੀਂ ਆਪਣੇ ਦਿਮਾਗ 'ਚ ਕੱਢ ਦਿਓ ਵੀਰ ਜੀ, ਨਰਿੰਦਰ ਵੀਰ ਜੀ, ਕਿ ਸਿਰਫ ਉਹਦਾ ਕਸੂਰ ਸਿਰਫ ਇਹ ਸੀ ਕਿ ਉਹ ਜ਼ਬਰਦਸਤੀ ਇਸਲਾਮ 'ਚ ਇਸ ਵਾਸਤੇ ਕਨਵਰਟ ਕਰਦਾ ਪਿਆ ਸੀ ਕਿਉਂਕਿ ਉਹ ਚਾਹੁੰਦਾ ਸੀ ਕਿ ਮੈਂ ਪਾਵਰਫੁਲ ਬਣਾ। ਉਹਦੇ ਅੰਦਰ ਇਸਲਾਮ ਦੇ ਅੰਦਰ ਉਹਦੇ ਕੁਰਾਨ ਦੀਆਂ ਉਹਨਾਂ ਆਇਤਾਂ ਦੇ ਨਾਲ ਉਹਦੇ ਨਾਲ ਕੋਈ ਕੁਰਾਨ ਦੀਆਂ ਆਇਤਾਂ 90% ਕੰਪੈਸ਼ਨੇਟ ਹੈ, ਉਹਦੇ ਅੰਦਰ ਕੋਈ ਕੰਪੈਸ਼ਨ ਨਹੀਂ ਸੀ। ਓਕੇ ਜੀ, ਕੁਰਾਨ ਦੀਆਂ ਆਇਤਾਂ ਕਿਧਰੇ ਨਹੀਂ ਕਹਿੰਦੀਆਂ ਕਿ ਆਪਣੇ ਬੱਚਿਆਂ ਤੇ ਜ਼ੁਲਮ ਕਰੋ, ਆਪਣੇ ਧੀਆਂ ਤੇ ਜ਼ੁਲਮ ਕਰੋ। ਉਹਨੇ ਆਪਣੇ ਸਨ ਇਨ ਲਾ ਨੂੰ ਮਰਵਾਇਆ, ਆਪਣੇ ਪੁੱਤਰ ਨੂੰ ਮਰਵਾਇਆ, ਆਪਣੇ ਧੀਆਂ ਦੇ ਉੱਤੇ ਸਲੋ ਪੋਇਜ਼ਨਿੰਗ ਕੀਤੀ, ਆਪਣੇ ਜ਼ਿੰਦਾ ਪੁੱਤਰ ਨੂੰ, ਆਪਣੇ ਜ਼ਿੰਦਾ ਪਿਓ ਦੀਆਂ ਅੱਖਾਂ ਕੱਢ ਕੇ ਜੇਲ੍ਹ 'ਚ ਪਾਈਆਂ। ਇਹ ਕਿੱਥੇ ਦਾ ਕੰਪੈਸ਼ਨ, ਇਹ ਕਿੱਥੇ ਦੀ ਇਸਲਾਮ ਹੈ ਵੀਰ ਜੀ? ਇਹ ਸਿਰਫ ਕਨਵਰਜਨ ਵਾਸ ਨਾਟ ਹਿਸ ਇਸ਼ੂ, ਹੀ ਵਾਸ ਜਸਟ ਐਨ ਈਵਲ ਪਰਸਨ। No, we understand. No, Pandemic, I totally agree with you. He was, and even right now there are people who are evil, but they don't think so. Okay. yeah, they don't think, because ਉਹ ਹੁਕਮ ਦੇ ਆੜ 'ਚ That's my ਨਹੀਂ ਨਾ, point. ਹੁਕਮ ਪਛਾਣਦੇ ਨਹੀਂ ਨਾ ਉਹਦਾ। Mhm. ਉਹ ਪ੍ਰਮਾਤਮਾ ਦਾ ਹੁਕਮ ਪਛਾਣ ਨਹੀਂ ਸਕੇ ਨਾ, ਉਹਨਾਂ ਨੇ ਆਪਣੀ ਲਾਈਨ ਅਲੱਗ ਡਰਾ ਕੀਤੀ ਹੈ। ਕੁਰਾਨ ਦਾ ਹੁਕਮ ਨਹੀਂ ਦੇਖ ਸਕਿਆ ਉਹ। ਕੁਰਾਨ ਕੀ ਕਹਿੰਦੀ ਹੈ, ਕੁਰਾਨ ਦੀ ਆਇਤਾਂ ਤੇ ਚੱਲ ਨਹੀਂ ਸਕਿਆ ਨਾ। ਜਿਸ ਤਰ੍ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀਆਂ ਗੁਰਬਾਣੀ ਦੇ ਆਇਤਾਂ ਦੇ ਉੱਤੇ ਨਹੀਂ ਚੱਲ ਸਕਦੇ, ਇਸ ਵਾਸਤੇ ਅਸੀਂ ਆਪਣਾ ਹੁਕਮ ਬਣਾਇਆ ਹੋਇਆ, ਇਸ ਵਾਸਤੇ ਇਹ ਰਸਤਾ ਠੀਕ ਹੈ, ਉਹ ਰਸਤਾ ਨਹੀਂ ਠੀਕ। ਉਹਦੇ ਵਿੱਚ ਇਹ ਇਸ਼ੂ ਸੀ, ਉਹਦੇ ਵਿੱਚ ਸੇਮ ਐਗਜ਼ੈਕਟ ਇਸ਼ੂ ਸੀ। ਉਹਨੇ ਆਪਣੀਆਂ ਮਨ ਗੜੰਤ ਚੀਜ਼ਾਂ ਇਸਲਾਮ ਦੀਆਂ ਕੱਢ ਕੇ ਤੇ ਦੁਨੀਆ ਤੇ ਜ਼ੁਲਮ ਕੀਤੇ। ਕਿਤਨੇ ਮੁਸਲਮਾਨਾਂ ਨੂੰ ਮਰਵਾਇਆ ਉਸਨੇ, ਜਿਹੜੇ ਮੁਸਲਿਮ ਸਨ, ਸ਼ੀਆ ਸਨ, ਕਈ ਸੁੰਨੀ ਵੀ ਸਨ, ਕਈ ਸੂਫੀ ਵੀ ਸਨ। ਸੋ ਉਹਦੇ ਹਿਸਾਬ ਦੇ ਨਾਲ ਉਹ ਜੀ ਰਿਹਾ ਸੀ ਆਪਣੀ ਮਰਜ਼ੀ ਹਿਸਾਬ ਨਾਲ। ਵੀ ਜੀ ਉੱਥੇ ਤੁਸੀਂ ਫੋਕਸ ਕਰਨਾ ਹੈ। ਜਿਹੜੇ ਇਹੋ ਜਿਹੇ ਬੰਦੇ ਨਾ, ਉਹ ਖੁਦ ਦੀ ਮਰਜ਼ੀ ਦੇ ਹਿਸਾਬ ਨਾਲ ਜੀਂਦੇ ਨੇ। ਉਹ ਆਪਣੇ ਦਿੱਤੀਆਂ ਹੋਈਆਂ ਧਰਮ ਪੁਸਤਕਾਂ ਦੇ ਜਾਂ ਆਪਣੇ ਗੁਰੂ ਜਨ ਦੇ ਮੁਹੰਮਦ ਸਾਹਿਬ ਦੇ ਦਿੱਤੇ ਹੋਏ ਰਸਤੇ ਤੇ, ਉਸ ਰਸੂਲ ਦੇ ਰਸਤੇ ਤੇ ਨਹੀਂ ਜੀਏ। ਉਹ ਥੋੜੇ ਨਾ ਚਾਹੁੰਦੇ ਸਨ ਇੰਜ ਕਰੇ, ਉਹ ਤੇ ਆਪ ਤੇ ਬੜੇ ਕੰਪੈਸ਼ਨੇਟ ਸਨ। ਕੁਰਾਨ ਸਾਰੀ ਕੰਪੈਸ਼ਨੇਟ ਹੈ। ਉਹ ਕੁਰਾਨ ਥੋੜਾ ਕਹਿੰਦੀ ਕਿਸੇ ਜਾ ਕੇ ਆਪਣੇ ਧੀਆਂ ਪੁੱਤਰਾਂ ਨੂੰ ਮਾਰੋ ਜਾ ਕੇ। ਉਹਨੂੰ ਉਹ ਕੀਤਾ ਉਸਨੇ ਆਪਣੇ, ਉਹ ਪਾਵਰ ਵਾਸਤੇ ਕੀਤਾ। ਸੋ ਉਹ ਹੁਕਮ ਵਿੱਚ ਨਹੀਂ ਸੀ ਉਹ ਵਿੱਚ। I'm make sure everybody understand. ਉਹ ਜਿਸ ਰਸੂਲ ਨੂੰ ਮੰਨਦਾ ਸੀ, ਉਸੇ ਰਸੂਲ ਦੀ ਆਗਿਆ ਨਾਲ ਉਹਨੇ ਪਾਲਨ ਨਹੀਂ ਕੀਤਾ ਉਸਨੇ। Vijay, I want to make a quick clarification here that I think we need to distinguish between ਹੁਕਮ ਦੇ ਅੰਦਰ ਸੀ versus ਹੁਕਮ ਦੀ ਰਜ਼ਾ ਵਿੱਚ ਸੀਗਾ, because obviously ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। So whatever has happened, ਚਾਹੇ ਉਹ ਜ਼ੁਲਮ ਹੋ ਰਿਹਾ ਹੈਗਾ, ਚਾਹੇ ਉਹ ਪੁਣ ਹੋ ਰਿਹਾ ਹੈਗਾ, it is still happening within the system of hukam. So it is within the hukam, but then, you know, that flexibility is there in the system that somebody can assert their home to go against the hukam, but obviously for oda vi consequences they will have to. Beautifully put, Vijay, beautifully put. Thank you, Vijay. That was, I was going to say that and you said it 100% correct what you just said. Yeah. I think we have to end now. It's 10:04 now. So a last comment है जी ਹੁਣ। ਹਾਂਜੀ। Just quick ਕਿ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕਿਰਪਾਨ ਜਿਹੜੀ ਚੁੱਕੀ ਸੀ, that was ਸਰਬਤ ਦੇ ਭਲੇ ਲਈ ਕੀਤੀ ਸੀ। It was not against one person or one religion or personal vendetta. It was against ਕਿ because of ਮਾਨਵਤਾ ਦੇ ਭਲੇ ਲਈ ਉਹਨਾਂ ਨੇ ਚੁੱਕਿਆ ਸੀਗਾ ਕਿਰਪਾਨ ਵੀ। ਕਿ rebellion ਵੀ ਤਾਂ ਹੀ ਸੀਗੀ because people were hurting to help them. He took kirpan. No, we all know that. Yeah, that's true. That is true. That is true. Yeah. ਚਲੋ ਜੀ, this is a never ending discussion. But ਤੁਸੀਂ ਬਸ ਇਸ ਅੱਜ ਦੇ ਲੈਸਨ ਚੋਂ ਇੱਕ ਚੀਜ਼ ਲੈ ਜਾਓ ਅਗਰ, ਕਿ ਉਹ ਹੈ ਕਿ somehow convince yourself ਕਿ ਮੇਰਾ ਰਸਤਾ ਠੀਕ ਨਹੀਂ ਹੈ। ਅਗਰ ਇਹ ਵਾਲਾ ਮੈਸੇਜ ਅਗਰ ਲੈ ਜਾਓ ਵਾਪਸ ਕਿ what can I do in my daily life to change my ways, the way I live? What can I do in my daily life
to bring in those attributes that I really need, though. If you can do that part, then I think this battle ਨੂੰ ਜਿੱਤਣ ਦੇ ਤੁਸੀਂ ਆਪਣੇ ਸਿਪਾਹੀ ਤੇ ਆਪਣੀ ਫੌਜਾਂ ਤਿਆਰ ਕਰੋ। ਫੌਜਾਂ ਤਿਆਰ ਹੋ ਰਹੀਆਂ ਤੁਹਾਡੀਆਂ ਫਿਰ ਲੜਨ ਵਾਸਤੇ। ਬਸ ਹੋਰ ਅੱਗੇ ਕੁਝ ਨਹੀਂ ਹੈ। ਅੱਗੇ ਦਾ ਹੁਕਮ ਕਿਸੇ ਨੂੰ ਨਹੀਂ ਪਤਾ। ਹੁਕਮ ਨਾ ਕਿਹਾ ਜਾਏ, ਵਰਡ ਆਣਗੇ ਅੱਗੇ। ਸੋ ਉਹ ਮੈਂ ਸਮਝਾ ਸਕਦਾ ਕਿ ਔਰੰਗਜ਼ੇਬ ਨੇ ਦੁਨੀਆ 'ਚ ਕਿਉਂ ਜਨਮ ਲਿੱਤਾ ਤੇ ਉਹ ਕਿਉਂ ਆਇਆ ਇੱਥੇ, ਤੇ ਹਿਟਲਰ ਨੇ ਕਿਉਂ ਆਇਆ ਜਨਮ ਲਿੱਤਾ ਤੇ ਕਿਉਂ 6 ਮਿਲੀਅਨ ਬੰਦੇ ਮਰੇ। ਇਹਦਾ ਕਾਰਨ ਕੀ ਸੀ ਪਿੱਛੇ, ਕਿਉਂ ਹੋਇਆ ਇੰਜ, ਉਹਦੀ ਮਰਜ਼ੀ ਨਾਲ ਹੋਇਆ ਨਹੀਂ ਹੋਇਆ, ਵਟਐਵਰ ਹੋਇਆ। ਤੇ ਉਹਦੇ ਆਨਸਰ ਮੇਰੇ ਕੋਲ ਨਹੀਂ ਹੈ। ਮੇਰੇ ਕੋਲ ਇੱਕ ਆਨਸਰ ਹੈ, ਉਹ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪ੍ਰਿੰਸੀਪਲ ਦੇ ਹਿਸਾਬ ਦੇ ਨਾਲ ਜੇ ਆਪਣੀ ਲਾਈਫ ਨੂੰ ਢਾਲੋਗੇ, ਜੇ ਉਹ ਹੁਕਮ ਆਪਣੀ ਲਾਈਫ 'ਚ ਲੈ ਕੇ ਆਓਗੇ ਤੇ ਹੌਲੀ ਹੌਲੀ ਉਸ ਵੱਡੇ ਹੁਕਮ ਬਾਰੇ ਤੁਹਾਨੂੰ ਗਿਆਤ ਹੋਣਾ ਸ਼ੁਰੂ ਹੋ ਜਾਏਗਾ। That's all I can tell you. That's all I have read and that's all I firmly believe in. ਬਸ ਇਹ ਮੈਸੇਜ ਤੁਸੀਂ ਲਾ ਕੇ ਜਾਓ ਵਾਪਸ ਘਰ ਅੱਜ। ਨੈਕਸਟ ਸੰਡੇ ਨੂੰ we'll be focusing on the second podi and the concept of home. And understanding that concept, though, sometimes it's easier to understand the opposite word in order to get to the other word. So ਕਈ ਵਾਰੀ ਲਾਈਟ ਨਹੀਂ ਸਮਝ ਆਉਂਦੀ, ਡਾਰਕਨੈਸ ਸਮਝ ਆ ਜਾਂਦੀ ਹੈ ਬੈਟਰ। ਕਈ ਵਾਰੀ ਡਾਰਕਨੈਸ ਪਹਿਲੇ ਸਮਝ ਆਏ ਤਾਂ ਪਤਾ ਲੱਗਦਾ ਉਹ ਇਹ ਡਾਰਕਨੈਸ ਸੀ, ਹੁਣ ਇਹ ਲਾਈਟ ਹੈ, ਅੱਛਾ ਇਹ ਲਾਈਟ ਬੈਟਰ ਹੈ ਹੁਣ। ਪਰ ਕਈਆਂ ਨੂੰ ਲਾਈਟ ਨਜ਼ਰ ਆ ਜਾਂਦੀ ਹੈ ਪਹਿਲੇ ਥੋੜੀ ਬਹੁਤ, ਉਹ ਡਾਰਕਨੈਸ ਨਾਲ ਰਿਲੇਟ ਨਹੀਂ ਕਰ ਸਕਦੇ। ਤੇ ਇਹ ਮੇਰੇ ਗੁਰੂ ਦੀ ਵਡਿਆਈ ਹੈ ਜਪਜੀ ਦੀ ਕਿ ਉਹਨਾਂ ਨੇ ਦੋਨੋਂ ਵਰਡ ਪਹਿਲੀਆਂ ਦੋਨੋਂ ਪੌੜੀਆਂ ਵਿੱਚ ਹੀ ਦੋਨੋਂ ਵਰਡ ਯੂਜ਼ ਕੀਤੇ ਹਨ। ਪਹਿਲੇ ਹੁਕਮ ਰਜਾਈ ਚੜਨਾ ਨਾਨਕ ਲਿਖਿਆ ਨਾਲ, ਕਿਉਂਕਿ ਨਾਲ ਸਭ ਤੇ ਲਿਖਿਆ ਹੋਇਆ ਹੁਕਮ। ਤੇ ਦੂਸਰੇ ਪੌੜੀ ਦਾ ਜਿਹੜਾ ਤੱਤ ਉਹ ਹੈ ਕਿ ਨਾਨਕ ਹੁਕਮੇ ਜੋ ਬੁਝ ਹੈ ਫਿਰ ਹੋਮੇ ਕਹੇ ਨਾ ਕੋਏ। ਜਿਹੜੇ ਹੁਕਮ ਨੂੰ ਬੁਝ ਲੈਂਦੇ ਹਨ ਉਹਦੇ ਅੰਦਰ ਹੋਮੇ ਨਹੀਂ ਆਉਂਦੀ। ਇਹਦਾ ਮਤਲਬ ਜਿਹੜੇ ਹੋਮੇ ਦੇ ਬੁਝ ਲੈਂਦੇ ਹਨ ਥੋੜੇ ਬਹੁਤ, ਫਿਰ ਉਹਨਾਂ ਦੇ ਅੰਦਰ ਹੁਕਮ ਆ ਜਾਂਦਾ ਹੈ। ਜਿਹੜੇ ਹੋਮੇ ਨੂੰ ਸਮਝ ਲੈਂਦੇ ਹਨ। ਤੇ ਆਸਾ ਦੀ ਵਾਰ ਦੀਆਂ ਉਹ ਤੁਕਾਂ ਕਿ ਹੋਮੇ ਬੁਝੇ ਤਾਂ ਦਰ ਸੂਝੇ ਵਰਡ ਆਏ ਹਨ ਆਸਾ ਦੀ ਵਾਰ ਵਿੱਚ। ਹੋਮੇ ਨੂੰ ਜਿਹੜੇ ਬੁਝਦੇ ਹਨ ਤੇ ਉਹ ਪਰਮਾਤਮਾ ਦੇ ਦਰ ਨੂੰ ਸਮਝਦੇ ਹਨ, ਪਰਮਾਤਮਾ ਦੇ ਦਰ ਦੇ ਦਰਸ਼ਨ ਉਹਨਾਂ ਨੂੰ ਹੁੰਦੇ ਹਨ। ਤੇ ਜਪਜੀ ਇਸ ਮਹਾਨ ਬਾਣੀ ਦੇ ਇਸ ਬਾਣੀ ਨੂੰ ਇੰਟਰਨਲਾਈਜ਼ ਕਰਨ ਦੀ ਕੋਸ਼ਿਸ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। Fue